हेलो एंड वेलकम टू गलासी टाइम। हम आपके प्यारे दोस्त और आपके ਹੋਸਟ ਫੈਲਿਕਸ ਐਂਡ ਸਭ ਤੋਂ ਪਹਿਲੇ ਤਾਂ ਧੰਨਵਾਦ ਤੁਹਾਡੇ ਸਾਰਿਆਂ ਦਾ ਕਿ ਮਤਲਬ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ। ਸਾਡੇ ਪਹਿਲੇ 4 ਪੋਡਕਾਸਟ ਦੇ ਐਪੀਸੋਡਸ ਆਏ ਐਂਡ ਸਪੈਸ਼ਲੀ ਟਰੱਕਿੰਗ ਦਾ ਐਪੀਸੋਡ ਲਾਈਕ ਇਟ ਇਜ਼ ਅ ਬਲਾਸਟ। ਐਕਸਪੈਕਟ ਨਹੀਂ ਸੀ ਸਾਨੂੰ ਬਟ ਜਿੰਨਾ ਮਤਲਬ ਆਈ ਥਿੰਕ ਉਹ ਬਹੁਤ ਜ਼ਿਆਦਾ ਇਨਫੋਰਮੇਟਿਵ ਸੀ। ਬਹੁਤ ਸਾਰੇ ਮਿਕਸ ਕਮੈਂਟਸ ਆਏ but still I just want to say thank you on behalf of Galassy Time team and मैं ना एक slogan ना शुरू करना चाहूँगा। आ गया छावड़ा छा गया छावड़ा। जीपी वीरा introduce the man of the hour। ਅੱਜ ਸਾਡੇ ਨਾਲ ਬਹੁਤ ਇੰਪੋਰਟੈਂਟ ਪਰਸਨ ਨੇ, ਬਹੁਤ ਹੀ ਵਧੀਆ ਰੀਅਲਟਰ ਅਤੇ ਬਹੁਤ ਹੀ ਫੇਮਸ ਰੀਅਲਟਰ ਔਨ ਟਿਕਟੋਕ, ਅਤੇ ਆਪਾਂ ਵੈਲਕਮ ਕਰਦੇ ਹਾਂ ਭਾਈ। ਥੈਂਕ ਯੂ ਸੋ ਮਚ। ਨਜ਼ਾਰਾ ਆ ਗਿਆ ਮਿੱਤਰੋ। ਜਿਵੇਂ ਮੈਂ ਹਮੇਸ਼ਾ ਕਹਿੰਦਾ, ਬੰਦੇ ਆ ਕੇ ਬੈਠੇ ਨਾਲ ਐਨ ਪੋਡਕਾਸਟ ਵੀਰਾਂ ਨੇ ਸ਼ੁਰੂ ਕੀਤਾ, ਸਾਰੇ ਜ਼ਰੂਰ ਫੋਲੋ ਕਰੋ ਇਹਦੇ 'ਤੇ, ਵੱਧ ਤੋਂ ਵੱਧ ਕੌਮੈਂਟ ਕਰਿਆ ਕਰੋ। ਜਿੰਨੇ ਵੀ ਆਪਣੀ ਕਮਿਊਨਿਟੀ ਦੇ ਕਿੰਨੇ ਕੁ ਲੋਕ ਨੇ ਜਿਹੜੇ ਪੂਰਾ ਪੰਜਾਬੀਅਤ ਨੂੰ ਆਪਣੇ ਨਾਲ ਲੈ ਕੇ ਅੱਗੇ ਚੱਲ ਰਹੇ ਹੈ ਨਾ, ਅਤੇ ਵੀ ਆਰ ਡੂਇੰਗ ਸਮਥਿੰਗ ਡਿਫਰੈਂਟ ਐਂਡ ਡੈਫੀਨੇਟਲੀ ਬਾਈਓ ਗੁੱਡ ਲੱਕ ਫॉर ਐਵਰੀਥਿੰਗ। ਅਤੇ ਆਪਾਂ ਅੱਜ ਬਾਈ ਜੀ ਰੰਗ ਬੰਨ੍ਹ ਦੇਣਾ, ਤੁਸੀਂ ਕੰਮ ਸ਼ੁਰੂ ਕਰੋ, ਗਲਾਸੀਆਂ ਖਿੱਚੋ 2-2, ਗੱਲ ਬਾਈ ਨਹੀਂ ਆ, ਤੁਸੀਂ ਵੀ ਖਿੱਚੋ। ਆਪਣੇ ਤਾਂ ਕੌਫੀ ਇੱਕੋ ਬਰਾਬਰ ਆ। ਭਾਜੀ ਨੇ ਤਾਂ ਸਟੈਂਡਰਡ ਹੀ ਹਾਈ ਕਰਤਾ, ਮਤਲਬ ਐਨਰਜੀ ਲੋ ਨਹੀਂ ਹੋਣੀ ਚਾਹੀਦੀ। ਐਨਰਜੀ ਲੋ ਨਹੀਂ ਹੋਣੀ, ਬਿਲਕੁਲ ਹੀ ਹੋ ਗਿਆ। ਬਿਲਕੁਲ। ਪਤਾ ਕੀ, ਚਾਹੇ ਤੁਸੀਂ ਵੀਡੀਓ ਵੀ ਦੇਖੋਗੇ ਮੇਰੀਆਂ, ਹਾਂਜੀ, ਆਈ ਸਟੇ ਵੈਰੀ, ਜਿਹਨੂੰ ਕਹਿ ਲਓ ਵੀ ਬਿਲਕੁਲ ਨੈਚੁਰਲ। ਜਦੋਂ ਆਪਾਂ ਅਨਕੰਫਰਟੇਬਲ ਲੈਵਲ ਆਪਣਾ ਉਦੋਂ ਹੁੰਦਾ ਜਦੋਂ ਆਪਾਂ ਜ਼ਿਆਦਾ ਸੋਚਣ ਲੱਗ ਪੈਂਦੇ ਹਾਂ। ਆਪਣੀ ਆਡੀਅנס ਆ, ਆਪਣੇ ਲੋਕ ਆ, ਆਪਣੀ ਭਾਸ਼ਾ, ਫਿਰ ਆਪਾਂ ਫੇਕ ਕੀ ਰਹਿਣਾ, ਬੀ ਰੀਅਲ। ਉਹਨਾਂ ਨੇ ਲਾਈਕ ਕਰਨਾ, ਹਰੇਕ ਬੰਦੇ ਨੇ ਲਾਈਕ ਕਰਨਾ ਵੀ ਬੰਦਾ ਜੋ ਗੱਲ ਕਹਿ ਰਿਹਾ ਸਹੀ ਹੀ ਕਹਿ ਰਿਹਾ, ਦਿਲੋਂ ਨਿਕਲੇ। ਸੋ ਪ੍ਰੈਪਰੇਸ਼ਨ ਕਰਨ ਦੀ ਲੋੜ ਹੀ ਨਹੀਂ ਹੁੰਦੀ। ਮੈਂ ਜਿਵੇਂ ਜੇ ਕੋਈ ਆਪਣੀ ਵੀਡੀਓ ਆਉਂਦੀ ਆ, ਮੈਂ ਮਾਰਕੀਟਿੰਗ ਦੀ ਕੋਈ ਵੀ ਜਿਵੇਂ ਆਪਾਂ ਲਾਈ ਦੀ ਆ, ਓਨੈਸਟਲੀ ਮੈਂ ਅੱਜ ਤੱਕ ਕਦੇ ਕੋਈ ਸਕ੍ਰਿਪਟ ਨਹੀਂ ਲਿਖੀ, ਕੁਛ ਵੀ ਨਹੀਂ ਪਤਾ ਹੁੰਦਾ। ਘਰ ਜਾ ਕੇ ਦੇਖੀਦਾ, ਉੱਥੇ ਸ਼ੁਰੂ ਹੋ ਜਾਈਦਾ। ਇੱਕ ਵਾਰੀ ਕੈਮਰਾ ਔਨ ਹੋ ਗਿਆ ਤੇ ਨਾਲ ਹੀ ਛਾਵੜਾ ਔਨ ਹੋ ਗਿਆ। ਆਪਾਂ ਨਹੀਂ ਮੁੜ ਕੇ ਕੱਟ, ਜਿਹੜੀ ਮਰਜ਼ੀ ਤੁਸੀਂ ਮੇਰੀ ਵੀਡੀਓ ਜਾ ਕੇ ਦੇਖ ਲਓ, ਨਾ ਉਹਦੇ 'ਚ ਕੱਟ ਹੁੰਦਾ, ਨਾ ਐਡੀਟਿੰਗ ਹੁੰਦੀ ਆ। ਉਹਦਾ ਰੀਜ਼ਨ ਹੀ ਇਹ ਹੈ ਵੀ ਇੰਨੇ ਹਮੇਸ਼ਾ ਵੀਡੀਓ ਦੇ ਵਿਊ ਹੁੰਦੇ ਆ, ਉਹ ਸਾਨੂੰ ਚੱਲਦਾ। ਨਹੀਂ ਬਹੁਤ ਵਧੀਆ ਭਾਜੀ, ਬਹੁਤ ਵਧੀਆ ਭਾਜੀ। ਫਿਰ ਤੁਸੀਂ ਦੱਸੋ ਵੀ ਆਪਣਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਰੀਅਲ ਸਟੇਟ ਦੇ ਵਿੱਚ? ਵੀਰ ਜੀ, ਐਜ਼ ਆ ਏਜੰਟ ਮੈਂ 2020 ਫੈਬਰਰੀ ਦੇ ਵਿੱਚ ਲਾਇਸੈਂਸ ਲਿੱਤਾ ਸੀ। ਸੋ ਮੇਰੇ ਆਲਮੋਸਟ 3 ਸਾਲ ਕੰਪਲੀਟ ਹੋਣ ਵਾਲੇ ਆ ਐਜ਼ ਐਨ ਏਜੰਟ। ਪਰ ਉਸ ਤੋਂ ਪਹਿਲਾਂ, ਲਾਇਸੈਂਸ ਲੈਣ ਤੋਂ ਪਹਿਲਾਂ, ਆਈ ਵਾਜ਼ ਐਕਟਿਵਲੀ ਇਨਵੋਲਵਡ ਇਨ ਰੀਅਲ ਸਟੇਟ, ਐਜ਼ ਅ ਇਨਵੈਸਟਰ ਸੀਗਾ। ਹਾਊਸ ਫਲਿਪ ਕੀਤੇ ਆ, ਸਟੂਡੈਂਟ ਰੈਂਟਲ ਕੀਤਾ ਆ। ਸੋ ਮੇਰਾ ਪੈਸ਼ਨ ਹੀ ਸੀਗਾ ਉਸ ਟਾਈਮ। ਐਸੇ ਕਰਕੇ ਮੈਂ ਇਸ ਫੀਲਡ ਦੇ ਵਿੱਚ ਆਇਆ, ਕਿਉਂਕਿ ਆਈ ਵਾਜ਼ ਡੂਇੰਗ ਅ ਲੋਟ ਆਫ ਫਲਿਪਸ। ਸੋ ਆਈ ਵਾਜ਼ ਕਾਨਸਟੈਂਟ, ਲਾਈਕ ਇਟਸ ਇੱਦਾਂ ਲੱਗਦਾ ਸੀ ਜਿਵੇਂ ਯਾਰ ਮੈਂ ਵਿਹਲਾ ਨਹੀਂ ਸੀ ਬਹਿ ਸਕਦਾ। ਸੋ ਇੱਕ ਉਹ ਬੰਦੇ ਨੂੰ ਕ੍ਰੀਏਟ ਹੋ ਗਈ ਮਾਈਂਡ ਦੇ ਵਿੱਚ, ਪੈਸਾ ਬਾਅਦ 'ਚੋਂ ਸੀ, ਵਿਹਲਾ ਰਹਿਣਾ ਔਖਾ ਸੀ ਮੇਰੇ ਲਈ। ਉਹਦੇ ਕਰਕੇ ਫਿਰ ਮੈਨੂੰ ਐਸੀ ਵੀ ਰੀਅਲ ਸਟੇਟ ਦਾ ਲਾਇਸੈਂਸ ਲੈਣੇ ਆ। ਇਟਸ ਲਾਈਕ ਪੈਸ਼ਨ, ਤੁਹਾਡਾ ਪੈਸ਼ਨ। ਔਰ ਇਹ ਰੀਅਲ ਸਟੇਟ ਦਾ ਵੀ ਜਿਹੜਾ ਲਾਇਸੈਂਸ ਵੀ ਜਿਹੜਾ ਮੈਂ ਲਿੱਤਾ, ਉਹ ਮੈਂ ਆਪ ਨਹੀਂ ਸੀਗਾ ਪ੍ਰਪੇਅਰ ਲੈਣ ਵਾਸਤੇ। ਮੇਰੀ ਵਾਈਫ ਨੇ ਮੇਰੇ ਤੋਂ ਬਿਨਾਂ ਪੁੱਛਿਆ ਦਾ ਜਿਹੜਾ ਐਗਜ਼ਾਮ ਦਾ ਉਹਦਾ ਫੀਸ ਵਗੈਰਾ ਭਰਤੀ, ਐਂਡ ਸ਼ੀ ਵਾਜ਼ ਪੁਸ਼ਿੰਗ ਮੀ ਕਿ ਨਹੀਂ, ਯੂ ਆਰ ਜਸਟ ਫਲਿਪਿੰਗ ਹੋਮਸ, ਯੂ ਆਰ ਟੂ ਮਚ ਇਨਟੂ ਰੀਅਲ ਸਟੇਟ, ਹੈ ਨਾ। ਉਹ ਜਿਵੇਂ ਪਤਾ ਲੱਗ ਜਾਂਦਾ ਪਰਿਵਾਰ ਦੇ ਵਿੱਚ, ਜਿਹੜਾ ਬੰਦਾ ਦੇਖਦਾ ਤੁਹਾਨੂੰ, ਹੈ ਨਾ। ਅਤੇ ਉਹਨੇ ਜਿਹੜਾ ਇਹ ਮੇਰਾ ਭਰਿਆ ਆਪਣੇ ਪੇਪਰ ਦਾ ਸਾਰਾ, ਫੀਸ ਵੀ ਭਰਤੀ। ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਲੈ ਲਓ, ਜੇ ਤੁਸੀਂ ਸਾਲ 'ਚ 3 ਫਲਿਪ ਆਪ ਵੀ ਕਰਦੇ ਹੋ ਤਾਂ ਤੁਸੀਂ ਘੱਟੋ ਘੱਟ ਯੂ ਵਿਲ ਸੇਵ ਦਾ ਕਮਿਸ਼ਨ। ਸੋ ਉੱਥੋਂ ਮੈਂ ਇਸ ਫੀਲਡ ਦੇ ਵਿੱਚ ਆਇਆ, ਐਂਡ ਇਟ ਟਰਨਸ ਇਨਟੂ ਸਮਥਿੰਗ ਐਲਸ, ਮੇਰਾ ਉਸ ਟਾਈਮ ਲੋਕਾਂ ਵਾਸਤੇ ਸੇਲ ਕਰਨਾ ਜਾਂ ਕੋਈ ਉਹ ਮੋਟਿਵ ਨਹੀਂ ਸੀਗਾ। ਇਟ ਵਾਜ਼ ਮੋਰ ਇਨਟੂ ਚੱਲ ਯਾਰ ਕੋਈ ਗੱਲ ਨਹੀਂ, ਲਾਇਸੈਂਸ ਲੈ ਲੈਂਦੇ ਹਾਂ, ਘੱਟੋ ਘੱਟ ਆਪ ਹੀ ਸੇਵ ਕਰ ਲਾਂਗੇ। ਐਂਡ ਸਿੰਸ ਜਦੋਂ ਆਪ ਉਸ ਗੇਮ 'ਚ ਹੁੰਦੇ ਹੋ, ਤੁਹਾਨੂੰ ਨੌਲੇਜ ਤਾਂ ਇਨਕਰੀਜ਼ ਹੋਊਗੀ। ਇਸ ਤਰ੍ਹਾਂ ਮੈਂ ਰੀਅਲ ਸਟੇਟ ਦੇ ਵਿੱਚ ਮਤਲਬ ਤੁਹਾਡੀ ਵਾਈਫ ਨੂੰ ਤੁਸੀਂ ਕ੍ਰੈਡਿਟ ਦੋਗੇ ਆਪਣੀ? 100% ਬਾਈ ਜੀ, ਬਿਲਕੁਲ 100%। Guys, you need to respect your partner. You need to respect their motivation. ਕਿ ਮਤਲਬ ਸ਼ਾਇਦ ਉਹ ਤੁਹਾਨੂੰ ਜ਼ਿਆਦਾ ਜਾਣਦੇ ਨੇ। Like behind every successful man there's a woman. ਸਾਡੇ ਕੋਲ ਜੀਤਾ ਜਾਗਦਾ ਐਗਜ਼ਾਮਪਲ ਭਾਜੀ। ਕਿੱਦਾਂ ਤੁਹਾਡੀ ਲਾਈਕ ਰੀਅਲ ਐਸਟੇਟ, ਤੁਸੀਂ ਦੱਸਿਆ ਕਿ ਤੁਸੀਂ ਫਲਿਪ ਕਰ ਰਹੇ ਸੀ ਹੋਮ, ਲਾਈਕ ਸਟੂਡੈਂਟ ਰੈਂਟਲ ਸੀਗੇ,
ਲਾਈਕ ਇਟਸ ਮੋਰ ਕਾਈਂਡ ਆਫ ਬਿਜ਼ਨਸ ਬਟ ਤੁਹਾਡੇ ਲਈ ਉਹ ਪੈਸ਼ਨ ਸੀਗਾ ਰਾਈਟ ਦੈਨ ਲਾਈਕ ਕਿੱਦਾਂ ਤੁਹਾਡੀ ਪ੍ਰਿਪਰੇਸ਼ਨ ਹੋਈ ਤੁਸੀਂ ਕਿੱਦਾਂ ਟੈਸਟ ਪ੍ਰਿਪੇਅਰ ਕੀਤੇ ਆਪਣੇ ਕਿਉਂਕਿ ਬਹੁਤ ਸਾਰੇ ਯੰਗਸਟਰਸ ਨੇ ਸਾਡਾ ਮਕਸਦ ਇਹ ਹੁੰਦਾ ਪੋਡਕਾਸਟ ਦਾ ਕਿ ਮਤਲਬ ਅਸੀਂ ਨੌਲੇਜੇਬਲ ਲੋਕਾਂ ਲਈ ਨਹੀਂ ਬਣਾ ਰਹੇ ਬਟ ਜਿਨ੍ਹਾਂ ਨੂੰ ਨੌਲੇਜ ਦੀ ਜ਼ਰੂਰਤ ਹੈ ਉਹਨਾਂ ਲਈ ਬਣਾ ਰਹੇ ਆ ਲਾਈਕ ਅਸੀਂ ਦੋਨੋਂ ਜਦੋਂ ਬੈਠਨੇ ਆ ਨਾ ਕਾਊਚ ਤੇ ਵੀ ਆਰ ਲਾਈਕ ਅ ਸਟੂਡੈਂਟ ਕਿ ਮਤਲਬ ਅਸੀਂ ਤੁਹਾਡੇ ਕੋਲ ਸਿੱਖਣਾ ਚਾਹ ਰਹੇ ਹਾਂ ਅੱਜ ਕਿ ਤੁਹਾਡੇ ਕੋਲ ਜਿੰਨੀ ਨੌਲੇਜ ਹੈ ਨਾ ਰੀਅਲ ਏਸਟੇਟ ਦੀ ਅਸੀਂ ਕੋਸ਼ਿਸ਼ ਕਰਾਂਗੇ ਨਾ ਕਿ ਸਿਰਫ ਅਸੀਂ ਬਟ ਸਾਡੇ ਜਿੰਨੇ ਵੀ ਵਿਊਅਰਸ ਨੇ ਸਾਰਿਆਂ ਨੂੰ ਮਤਲਬ ਇੱਕ ਕ੍ਰਿਸਟਲ ਕਲੀਅਰ ਇਮੇਜ ਹੋ ਜਾਏ ਕਿ ਲਾਈਕ ਰੀਅਲ ਏਸਟੇਟ ਹੈ ਕੀ ਹੈ ਕਿੱਦਾਂ ਕਰਨਾ ਹੈ ਕਿੱਦਾਂ ਫਿਊਚਰ ਬਣਾਉਣਾ ਤਾਂ ਭਾਜੀ ਕਿੱਦਾਂ ਮਤਲਬ ਇਹ ਜਰਨੀ ਕਿੱਦਾਂ ਸ਼ੁਰੂ ਹੋਈ ਕਿ ਲਾਈਕ ਕਿੱਦਾਂ ਸਟੱਡੀ ਕੀ ਕਰਨਾ ਹੈ ਸੋ ਸਟੱਡੀ ਵਿੱਚ ਜਿਵੇਂ ਤੁਹਾਨੂੰ ਦੱਸਿਆ ਮੇਰਾ ਪਹਿਲਾ ਐਗਜ਼ਾਮ ਮੇਰੀ ਵਾਈਫ ਨੇ ਜਿਵੇਂ ਫੀਸ ਵਗੈਰਾ ਭਰਤੀ 6 ਐਗਜ਼ਾਮ ਸੀਗੇ ਇਹਦੇ ਸੋ ਪਹਿਲਾਂ ਤਾਂ ਤੁਹਾਡਾ ਲੈਂਗੁਏਜ ਦਾ ਹੀ ਟੈਸਟ ਹੁੰਦਾ ਬੇਸਿਕ ਜਿਹੜਾ ਆ ਮੈਥਮੈਟਿਕਸ ਐਂਡ ਲੈਂਗੁਏਜ ਦਾ ਹੁਣ ਆਈ ਥਿੰਕ ਜਿਹੜੇ ਰੂਲਸ ਆ ਚੇਂਜ ਹੋ ਗਏ ਆ ਬਿਕਾਜ਼ ਹੁਣ ਯੂ ਹੈਵ ਟੂ ਗੋ ਥਰੂ ਦਾ ਹੰਬਰ ਕਾਲਜ ਪਹਿਲਾਂ ਓਰੀਆ ਦਾ ਆਨਲਾਈਨ ਹੁੰਦਾ ਸੀ ਇੱਥੇ ਬਸ ਇੱਕੋ ਕਾਲਜ ਕੋਲ ਓਨਟਾਰੀਓ ਦੇ ਵਿੱਚ ਹੰਬਰ ਕੋਲ ਰਾਈਟ ਹਾਲੇ ਵੀ 99% ਜਿਹੜਾ ਇਹ ਆਨਲਾਈਨ ਹੀ ਆ ਬਟ ਆਈ ਥਿੰਕ ਦਾ ਸਿਲੇਬਸ ਚੇਂਜ ਹੋ ਗਿਆ ਹੋਣਾ ਉਹਨਾਂ ਨੇ ਕੀ ਉਸ ਤੋਂ ਬਾਅਦ ਐਡ ਕੀਤਾ ਆਈ ਡੋਂਟ ਰੀਅਲੀ ਨੋ ਬਟ ਪਹਿਲਾਂ 6 ਐਗਜ਼ਾਮ ਹੁੰਦੇ ਸੀਗੇ ਤੇ ਉਹ ਤੁਸੀਂ ਚਾਹੇ 4 ਮਹੀਨੇ 'ਚ ਕਲੀਅਰ ਕਰ ਲਓ ਚਾਹੇ ਤੁਸੀਂ ਸਾਲ 'ਚ ਕਰ ਲਓ ਜਦੋਂ ਤੁਸੀਂ ਇੱਕ ਐਗਜ਼ਾਮ ਪ੍ਰੈਪ ਕਰਕੇ ਤੇ ਉਹ ਤੁਸੀਂ ਕਲੀਅਰ ਕਰ ਲਿਆ ਉਸ ਤੋਂ ਬਾਅਦ ਤੁਸੀਂ ਅਗਲਾ ਜਦੋਂ ਵੈਨਐਵਰ ਯੂ ਆਰ ਰੈਡੀ ਸੋ ਯੂ 10-15 ਦਿਨ ਦਾ ਗੈਪ ਰੱਖ ਕੇ ਤੁਸੀਂ ਅਗਲੇ ਐਗਜ਼ਾਮ ਦੇ ਮਤਲਬ ਕੋਈ ਟਾਈਮਲਾਈਨ ਫਿਕਸ ਨਹੀਂ ਸੀ ਹਾਂ ਕੋਈ ਟਾਈਮਲਾਈਨ ਫਿਕਸ ਨਹੀਂ ਸੀਗੀ ਪਰ ਯੂਜ਼ਲੀ ਜਿਵੇਂ ਕਹਿ ਲਓ ਇਫ ਯੂ ਆਰ ਗੁੱਡ ਇਨ ਸਟੱਡੀਜ਼ ਮੋਸਟ ਲਾਈਕਲੀ ਤੁਸੀਂ 4-5 ਮਹੀਨੇ ਦੇ ਵਿੱਚ ਲਾਇਸੈਂਸ ਲੈ ਸਕਦੇ ਸੀ ਈਜ਼ੀਲੀ ਜੇ ਤੁਸੀਂ ਸਲੋਲੀ ਜਾਂਦੇ ਹੋ ਨਹੀਂ ਜਿਵੇਂ ਹੁਣ ਮੇਰੀ ਜਰਨੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਮੇਰੀ ਵਾਈਫ ਨੇ ਐਗਜ਼ਾਮ ਭਰਿਆ ਤੇ ਉਸ ਤੋਂ ਬਾਅਦ ਮੈਂ ਉਹ ਇੱਕ ਕਲੀਅਰ ਕਰ ਲਿਆ ਆਈ ਵਾਸ ਟੇਕਿੰਗ ਇਟ ਟੂ ਲਾਈਟਲੀ ਆਈ ਵਾਸ ਨਾਟ ਫੋਕਸ ਨਹੀਂ ਸੀਗਾ ਵੀ ਮੈਂ ਰੀਅਲ ਏਸਟੇਟ ਏਜੰਟ ਹੀ ਬਣਨਾ ਆਈ ਵਾਸ ਡੂਇੰਗ ਅਦਰ ਰੈਂਡਮ ਸਟਫਸ ਹੈ ਨਾ ਤਾਂ ਉਸ ਟਾਈਮ ਫਿਰ ਮੈਂ ਬਹੁਤ ਈਜ਼ੀ ਚੱਲਿਆ ਆਈ ਥਿੰਕ ਆਈ ਸਟਾਰਟਡ ਇਨ ਐਂਡ ਆਫ 2018 ਐਂਡ ਦੈਨ 2019 ਦੇ ਐਂਡ 'ਚ ਜਾ ਕੇ ਮੈਨੂੰ ਲਾਇਸੈਂਸ ਮਿਲਿਆ ਤੇ ਫੈਬਰੂਰੀ 2020 'ਚ ਮੈਂ ਰਜਿਸਟਰਡ ਹੋ ਗਿਆ ਸੋ ਆਈ ਟੁਕ ਆਲਮੋਸਟ ਅ ਈਅਰ ਸੋ ਮੈਂ ਈਜ਼ੀਲੀ ਇੱਕ ਐਗਜ਼ਾਮ ਦੇ ਦੇਣਾ ਤੇ ਉਸ ਤੋਂ ਬਾਅਦ ਵੇਟ ਕਰਨੀ ਜਾਂ ਜਦੋਂ ਮੈਨੂੰ ਲੱਗਣਾ ਯਾਰ ਚਲੋ ਹੁਣ ਕਰ ਲੈਂਦੇ ਆ ਸੋ ਆਈ ਵਾਸ ਨਾਟ ਇਨਟੂ ਰਸ਼ ਇਨਟੂ ਇਟ ਰਸ਼ ਨਹੀਂ ਕਰ ਰਿਹਾ ਸੀ ਤੁਸੀਂ ਆਪਣੇ ਕੰਫਰਟ ਜ਼ੋਨ 'ਚ ਆਪਦੇ ਕੰਫਰਟ ਜ਼ੋਨ 'ਚ ਸੀਗਾ ਪ੍ਰਾਇੋਰਟੀ ਨਹੀਂ ਸੀਗੀ ਸੋ ਇਦਾਂ ਹੁੰਦਾ ਵੀ ਜਦੋਂ ਕੋਈ ਬੰਦਾ ਆਪਾਂ ਇਹ ਸੋਚਦੇ ਆ ਇੱਕ ਦਰਵਾਜ਼ਾ ਬੰਦ ਹੁੰਦਾ ਨਾ ਪਰਮਾਤਮਾ ਅੱਗੋਂ 4 ਦਰਵਾਜ਼ੇ ਖੋਲ ਦਿੰਦਾ ਇਹ ਤਾਂ ਹੈ ਇਹ ਤੁਹਾਨੂੰ ਬਿਲੀਵ ਕਰਨਾ ਪੈਣਾ ਇਸ ਚੀਜ਼ ਦੇ ਉੱਤੇ ਤੁਹਾਡੇ ਡੈਸਟਨੀ ਜਿਹੜੀ ਆਲਰੇਡੀ ਉਦਾਂ ਸੈੱਟ ਹੋਈ ਵੀ ਆ ਹਰੇਕ ਬੰਦੇ ਨੇ ਜਿੱਦਣ ਨੂੰ ਆਪਾਂ ਡਰਦੇ ਆ ਵੀ ਆਪਾਂ ਇਹ ਛੱਡਾਂਗੇ ਕੰਮ ਅੱਗੋਂ ਪਤਾ ਨਹੀਂ ਕੀ ਚੱਲਣਾ ਸੋ ਯੂ ਨੈਵਰ ਨੋ ਕਿ ਤੁਹਾਡੀ ਐਬਿਲਿਟੀ ਤੁਹਾਡੀ ਪੋਟੈਂਸ਼ੀਅਲ ਕੀ ਹੈ ਸਮ ਟਾਈਮ ਵੀ ਡੋਂਟ ਇਵਨ ਨੋ ਆਪਾਂ ਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਔਰ ਇਹ ਸੱਚ ਹੈਗਾ ਸਮ ਟਾਈਮ ਹੁਣ ਜਿਵੇਂ ਮੈਂ ਜੇ ਤੁਹਾਨੂੰ ਆਪਣੀ ਲਾਈਫ ਦੇ ਬਾਰੇ ਦੱਸਾਂ ਮੈਂ ਇੱਥੇ ਜਦੋਂ ਆਏ ਆ ਆਪਾਂ ਹੈ ਨਾ ਤੇ ਨੋਰਮਲ ਹਰੇਕ ਥਾਂ ਤੇ ਕੰਮ ਕੀਤਾ ਬ੍ਰੈਂਪਟਨ ਆ ਕੇ ਸਾਲ 1.5 ਸਾਲ ਰਹੇ ਫੈਕਟਰੀਆਂ 'ਚ ਵੀ ਕੰਮ ਕੀਤਾ ਰੈਸਟੋਰੈਂਟ ਇੰਡਸਟਰੀ 'ਚ ਵੀ ਕੰਮ ਕੀਤਾ ਆਪਣੇ ਲੋਕਾਂ ਤੋਂ ਆਪਾਂ ਅਬਿਊਜ਼ ਵੀ ਹੋਏ ਆ ਪੇ ਰੋਕ ਲੈਣੀ ਕਰ ਲੈਣੀ ਉਹ ਤਾਂ ਨੋਰਮਲ ਤੇ ਉਸ ਤੋਂ ਬਾਅਦ ਜਦੋਂ ਇੱਥੇ ਆਏ ਇੱਥੇ ਆ ਕੇ ਡਿਲੀਵਰੀਆਂ ਕੀਤੀਆਂ ਫਿਰ ਮੈਂ ਟੈਕਸੀ ਦਾ ਕੰਮ ਕੀਤਾ ਸੈਂਟਰਲ ਟੈਕਸੀ ਆਪਣੀ ਇੱਥੇ ਪਾਈ ਹੋਈ ਸੀ ਰਾਤ ਨੂੰ ਡਰਾਈਵਰ ਚਲਾਉਂਦਾ ਸੀ ਮੈਂ ਦਿਨੇ ਚਲਾ ਲੈਂਦਾ ਸੀ ਵਧੀਆ ਕੰਮ ਤੁਰਦਾ ਸੀਗਾ ਪਰ ਇੱਕ ਜਿਵੇਂ ਕਹਿ ਲਓ ਜਦੋਂ ਬੰਦਾ ਇੱਕ ਕੰਮ ਦੇ ਵਿੱਚ ਪੈ ਜਾਂਦਾ ਹੈ ਨਾ ਉਹ ਜਦੋਂ ਮੈਨੂੰ ਐਂ ਲੱਗਦਾ ਵੀ ਇਟਸ ਸਮਥਿੰਗ ਲਾਈਕ ਇਨ ਦਿਸ ਕੰਟਰੀ ਸਪੈਸ਼ਲੀ ਐਨੀ ਕੰਟਰੀ ਨੈਵਰ ਐਵਰ ਗੈਟ ਸੈਟਿਸਫਾਈਡ 100% ਸਹੀ ਗੱਲ ਹੈ ਜਿੱਦਣ ਤੁਸੀਂ ਸੈਟਿਸਫਾਈ ਹੋ ਗਏ ਨਾ ਤੁਹਾਡੇ ਤੇ ਉਹ ਕੈਪ ਲੱਗ ਗਿਆ ਯੂ ਵਿਲ ਨੈਵਰ ਗਰੋ ਮੋਰ always stay hungry for the success ਤੇ ਮੋਸਟਲੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਣੇ ਲੋਕ ਮੈਂ ਵੀ ਉਹਨਾਂ 'ਚ ਹੀ ਸੀਗਾ ਯਾਰ ਹੈ ਨਾ ਪਰ ਇਹਦੀ ਪੋਟੈਂਸ਼ੀਅਲ ਜਿਹੜੀ ਆ ਉਹ ਉਦੋਂ ਪਤਾ ਲੱਗਦੀ ਹੈ ਜਦੋਂ ਤੁਸੀਂ ਆਪਣੀ ਲਾਈਫ ਦੇ ਨਾਲ ਜਸਟ ਗੋ ਵਿਦ ਦਾ ਫਲੋ ਜੋ ਤੁਹਾਡੇ ਅੱਗੇ ਦਰਵਾਜ਼ਾ ਖੋਲ੍ਹਦਾ ਹੈ ਨਾ ਉਹਨੂੰ ਸਿਰ ਮੱਥਾ ਟੇਕ ਕੇ ਅੰਦਰ ਵੜ ਜਾਓ ਯੂ ਵਿਲ ਡੂ ਗੁੱਡ ਆਪਣੇ ਤੇ ਵਿਸ਼ਵਾਸ ਰੱਖੋ ਹਾਂ ਭਾਈ ਤੁਸੀਂ ਕਦੋਂ ਮੂਵ ਹੋਏ ਸੀ ਕੈਨੇਡਾ 2010 ਦੇ ਵਿੱਚ ਵੀ 2010 ਦੇ ਵਿੱਚ ਆਏ ਸੀ ਅਸੀਂ 1.5 ਸਾਲ 1.5 ਸਾਲ ਦੇ ਨੇੜੇ ਰਹੇ ਬਰੈਂਪਟਨ ਮਿਸੀਸਾਗਾ ਏਰੀਆ ਦੇ ਵਿੱਚ ਅੱਛਾ ਜੀ ਤੇ 2011 ਐਂਡ ਤੇ ਜਾਂ 12 ਦੀ ਬਿਗਨਿੰਗ ਹੋਣੀ ਉਦੋਂ ਅਸੀਂ ਇੱਥੇ ਨਾਇਗਰਾ ਰੀਜਨ 'ਚ ਮੂਵ ਹੋ ਗਏ ਓਕੇ ਤੇ ਉਦੋਂ ਇੰਨਾ ਹੈਗੇ ਸੀ ਆਪਣੇ ਪੰਜਾਬੀ ਉਰੇ ਕਿ ਨਹੀਂ ਇੰਨੇ ਨਹੀਂ ਸੀਗੇ ਉਦੋਂ ਉਹ ਅਸੀਂ ਸੇਂਟ ਕੈਥਰੀਨ ਮੂਵ ਹੋਏ ਸੀਗੇ ਸੋ ਰੀਜ਼ਨ ਵੀ ਇੱਥੇ ਮੂਵ ਹੋਣ ਦਾ ਕੋਈ ਪਲਾਨ ਨਹੀਂ ਸੀਗਾ ਮੇਰੀ ਵਾਈਫ ਨਰਸਿੰਗ ਦੇ ਵਿੱਚ ਸ਼ੀ ਇਜ਼ ਅ ਨਰਸ ਉਹ ਪਿੱਛੋਂ ਬੈਕ ਹੋਮ ਤੋਂ ਹੀ ਨਰਸਿੰਗ ਟਿਊਟਰ ਸੀ ਹੈ ਨਾ ਤੇ ਉਹਨਾਂ ਨੇ ਜੌਬ ਕਾਫੀ ਪਾਸੇ ਇੱਥੇ ਅਪਲਾਈ ਕੀਤੀ ਟੋਰਾਂਟੋ GTA ਏਰੀਆ ਦੇ ਵਿੱਚ
ਅਨੋਰਮਸ ਅਮਾਉਂਟ ਆਫ ਨਰਸਿਸ ਲਾਈਕ ਕਹਿ ਲਓ, ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਹਨਾ। ਤੇ ਉਹ ਤੁਹਾਨੂੰ ਪਤਾ ਜਹਾਜ਼ ਉਤਰਦਾ ਤੇ ਥੱਲੇ ਸਾਰੀਆਂ ਨਰਸਾਂ ਹੀ ਆਉਂਦੀਆਂ, ਉਹ ਨਾਰਮਲ ਹੈ ਯਾਰ, ਆਪਣੇ ਲੋਕ ਉੱਥੋਂ ਬਹੁਤ ਆਉਂਦੇ ਆ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਸੀਗਾ ਤੇ ਰੈਫਰੈਂਸ ਤੋਂ ਬਗੈਰ ਗੱਲ ਨਹੀਂ ਬਣਦੀ ਇੱਥੇ। ਜਿੰਨੀ ਮਰਜ਼ੀ ਤੁਹਾਡੇ ਕੋਲ ਐਜੂਕੇਸ਼ਨ ਹੈ, ਇਟਸ ਮੇਕਸ ਅ ਬਿਗ ਡਿਫਰੈਂਸ। ਰੈਫਰੈਂਸ ਹੋਊਗਾ ਤੁਹਾਨੂੰ ਨਾਲ ਦੀ ਨਾਲ ਜੋਬ ਮਿਲ ਜੂਗੀ। ਤੇ ਉਸ ਕਰਕੇ ਫਿਰ ਅਸੀਂ ਨਾਇਗਰਾ ਰੀਜਨ ਦੇ ਵਿੱਚ ਇੱਥੇ ਮੂਵ ਹੋਏ, ਕਿਉਂਕਿ ਮੇਰੀ ਵਾਈਫ ਨੂੰ ਪਹਿਲੀ ਜੋਬ ਜਿਹੜੀ ਆ ਉਹ ਇੱਥੇ ਮਿਲੀ। ਅਸੀਂ ਟਰਾਈ ਪਹਿਲਾਂ GTA 'ਚ ਕੀਤਾ, ਹਰ ਪਾਸੇ ਵੀ ਮਿਲ ਜਾਵੇ, ਜੋਬ ਹੀ ਨਹੀਂ ਮਿਲੀ। ਅੱਛਾ। ਤੇ ਉਹ ਫਿਰ ਸਾਨੂੰ ਇੱਥੇ ਸਾਡੇ ਫਰੈਂਡ ਸੀਗੇ ਜਿਨ੍ਹਾਂ ਨੇ ਆਲਰੇਡੀ ਇੱਥੇ ਨਰਸ ਸੀਗੀ, ਉਹਨਾਂ ਦੀ ਇੱਕ ਫਰੈਂਡ, ਤੇ ਉਹ ਕਹਿੰਦੇ ਇੱਥੇ ਵੈਕੈਂਸੀ ਹੋਈ ਹੈ, ਤੁਸੀਂ ਇੱਥੇ ਆ ਕੇ ਅਪਲਾਈ ਕਰੋ। ਓਕੇ। ਤੇ ਉਹ ਅਸੀਂ ਆਏ, ਓਪਰਚੁਨਿਟੀ ਸੀਗੀ, ਅਸੀਂ ਗ੍ਰੈਬ ਕਰ ਲਈ ਐਂਡ ਲੱਕੀਲੀ ਇਟਸ ਅ ਬਲੈਸਿੰਗ ਹੀ ਕਹਿ ਲਓ ਵੀ ਉੱਥੋਂ ਨਾਲੋਂ $10 ਘੰਟੇ ਦੀ ਪੇ ਵੀ ਵੱਧ ਮਿਲੀ। ਵਧੀਆ ਗੱਲ ਹੈ ਸਮਾਲ ਟਾਊਨ ਦੇ ਵਿੱਚ, ਸੋ ਐਕਸਪੈਂਸ ਵੀ ਘਟੇ। ਈਵਨ ਜਦੋਂ ਅਸੀਂ ਆਏ ਆ, ਅਸੀਂ ਕਿਸੇ ਨੂੰ ਪਤਾ ਵੀ ਨਹੀਂ ਸਿਟੀ ਜਿਹੜੀ ਅਸੀਂ ਰਹਿੰਦੇ ਆ ਬੈਲਵਿਲ, ਹਜੇ ਵੀ ਨਹੀਂ ਪਤਾ ਲੋਕਾਂ ਨੂੰ, ਹਨਾ। ਸਾਨੂੰ ਬੈਸਟ ਲੱਗਦੀ ਹੈ ਸਿਟੀ ਉਹ। ਕੋਈ ਉੱਥੇ ਹੈਗਾ ਨਹੀਂ ਆ ਕੰਮ ਬਰੈਂਪਟਨ ਨਾਲ ਆਇਆ ਕੁਝ ਵੀ, ਮੇਰੇ ਆਪਣੇ ਲੋਕ ਨਾ ਜਿਹੜੇ ਆ ਉਹ ਬਹੁਤ ਇਸ ਗੱਲ ਤੋਂ ਸੰਕੋਚ ਕਰਦੇ ਆ ਵੀ ਛੋਟੇ ਸ਼ਹਿਰ 'ਚ ਜਾ ਕੇ ਕਿਵੇਂ ਸੈਟਿੰਗ ਜਾਊ। ਦੇਖੋ ਸੈਟਿੰਗ ਵੀਰ ਜੀ ਸਿੱਧੀ ਜੀ ਗੱਲ ਆ, ਜੇ ਤੁਹਾਡੀ ਲਾਈਫ ਦੇ ਵਿੱਚ ਸਟ੍ਰੈਸ ਘੱਟ ਆ, ਇਨਕਮ ਜ਼ਿਆਦਾ ਆ, ਖਰਚੇ ਘੱਟ ਆ, ਯੂ ਵਿਲ ਬੀ ਹੈਪੀ ਐਨੀਵੇਅਰ ਆਲ ਡੇ ਲੌਂਗ, ਹੈ ਨਾ। ਜੇ ਤੁਸੀਂ ਇਹ ਸੋਚਦੇ ਹੋ ਵੀ ਨਹੀਂ ਸਾਨੂੰ ਬਰੈਂਪਟਨ ਹੀ ਰਹਿਣਾ, ਉੱਥੇ ਤੁਹਾਡੇ ਐਕਸਪੈਂਸ ਬਹੁਤ ਜ਼ਿਆਦਾ ਆ, ਤੁਸੀਂ ਕੰਮ ਕਰੀ ਜਾਂਦੇ ਹੋ ਲਾਈਫ ਆਪਣੀ ਨੂੰ ਜਿਵੇਂ ਯੂ ਬਰਨਿੰਗ ਆਊਟ, ਰਾਈਟ। ਸੋ ਮੈਨੂੰ ਐਂ ਲੱਗਦਾ ਵੀ ਜਿੱਥੇ ਮਰਜ਼ੀ ਤੁਸੀਂ ਮੂਵ ਹੋ ਜਾਓ, ਜਿਹੜੇ ਬੰਦੇ ਨੇ ਕੰਮ ਕੋਈ ਲੱਭਣਾ ਉਹਨੇ ਲੱਭ ਲੈਣਾ ਯਾਰ। ਉਹੀ ਨਾ, ਕਈ ਆ ਕੇ ਜਿਵੇਂ ਸਾਡੀ ਸਿਟੀ 'ਚ ਕਹਿਣਗੇ ਯਾਰ ਇੱਥੇ ਕੰਮ ਨਹੀਂ ਹੈਗਾ, ਅਸੀਂ ਬਰੈਂਪਟਨ ਜਾਣਾ, ਯਾਰ ਸਾਨੂੰ ਤਾਂ ਕਦੀ ਲੱਗਾ ਨਹੀਂ ਇੱਥੇ ਕੰਮ ਨਹੀਂ ਹੈਗਾ, ਹੈ ਨਾ। ਇਟਸ ਜਸਟ ਕਿ ਲਾਈਕ ਉਹ ਆਪਣੇ ਪਰਸਨ ਤੇ ਆ, ਪਰਸਨ ਤੇ ਡਿਪੈਂਡ ਕਰਦਾ, ਪਰਸਨ ਤੇ ਵੀ ਆ। ਔਰ ਮੈਨੂੰ ਲੱਗਦਾ ਸਮਾਲ ਟਾਊਨ ਦੇ ਵਿੱਚ ਓਪਰਚੁਨਿਟੀਜ਼ ਉਲਟਾ ਜ਼ਿਆਦਾ ਆ, ਬਹੁਤ ਜ਼ਿਆਦਾ ਨੇ। ਕੰਮ ਵਾਲੇ ਬੰਦੇ ਵਾਸਤੇ ਉਲਟਾ ਓਪਰਚੁਨਿਟੀਜ਼ ਜ਼ਿਆਦਾ ਆ। ਇਟਸ ਜਸਟ ਕਿ ਵਾਟ ਆਈ ਥਿੰਕ ਇਜ਼ ਲਾਈਕ ਕਿ ਉਹ ਨਾ ਆਪਣੇ ਕੰਫਰਟ ਜ਼ੋਨ 'ਚ ਰਹਿੰਦੇ ਨੇ, ਜਿਹਨੂੰ ਉਹ ਕ੍ਰਾਸ ਨਹੀਂ ਕਰਨਾ ਚਾਹੁੰਦੇ, ਰਾਈਟ। ਮਤਲਬ ਉਹ ਸੈਟਿਸਫਾਈ ਹੋ ਚੁੱਕੇ ਨੇ ਆਪਣੀ ਪੋਜੀਸ਼ਨ ਐਂਡ ਦੇ ਜਸਟ ਵਾਂਟ ਟੂ ਮੇਕ ਐਕਸਕਿਊਜ਼ਸ ਫॉर देयर ਫੇਲਿਅਰਸ, ਕਿ ਮਤਲਬ ਉਹ ਬਸ ਬਹਾਨੇ ਮਾਰ ਰਿਹਾ ਕਿ ਬਈ ਨਹੀਂ ਮਿਲ ਰਿਹਾ। ਇਹਨਾਂ ਨਹੀਂ ਕਿ ਤੁਸੀਂ ਆਪਣੇ ਹੱਡ ਤੋੜ ਲਓ ਤਾਂ ਨਿਕਲੋ ਬਾਹਰ, ਐਬਸੋਲੂਟਲੀ, ਲਾਈਕ ਦੇ ਜਸਟ ਵਾਂਟ ਟੂ ਡੂ ਦੈਟ। ਭਾਜੀ ਕਿੱਦਾਂ ਦੇ ਸਬਜੈਕਟਸ ਹੁੰਦੇ ਨੇ, ਲਾਈਕ ਜਿੱਦਾਂ ਲਾਈਕ ਆਪਾਂ ਆਉਣਾ ਲਾਇਸੈਂਸ ਲਈ ਜਾਂ ਪ੍ਰੈਪ ਕਰ ਰਹੇ ਹਾਂ, ਲਾਈਕ ਕੀ ਸਬਜੈਕਟਸ ਨੇ, ਕੀ ਪੜ੍ਹਨਾ ਪੈਂਦਾ ਹੈ, ਕਿੰਨੀ ਸਟੱਡੀ ਹੈ, ਤੁਸੀਂ ਜਿੱਦਾਂ ਇੰਨੀ ਹਾਰਡ ਨਹੀਂ ਹੈਗੀ ਯਾਰ ਸਟੱਡੀ, ਟੂ ਬੀ ਓਨੈਸਟ। ਦੇਖੋ ਮੈਂ ਕੋਈ ਇੰਗਲਿਸ਼ ਮੀਡੀਅਮ 'ਚ ਨਹੀਂ ਪੜ੍ਹਿਆ ਪਿੱਛੋਂ, ਰਾਈਟ, ਬਟ ਆਈ ਲਰਨਡ ਇੰਗਲਿਸ਼ ਟੂ, ਇੱਥੇ ਹੀ ਆ ਕੇ ਸਿੱਖੀ ਜਿਹੜੀ ਸਿੱਖੀ ਉਹ ਆ। ਸੋ ਸਟਾਰਟਿੰਗ ਦੇ ਵਿੱਚੋਂ ਆਈ ਥਿੰਕ ਦ ਥਰਡ ਐਗਜ਼ਾਮ ਜਿਹੜਾ ਨਾ ਉਹਦੇ 'ਚ A and B ਪਾਰਟਸ ਆ, ਉਹ ਥੋੜ੍ਹਾ ਜਿਹਾ ਟਫ ਹੁੰਦਾ ਸੀ ਮੈਥਮੈਟਿਕਸ ਕਰਕੇ। ਇਟ ਐਵਰੀਬਡੀ ਇਜ਼ ਡਿਫਰੈਂਟ। ਜੇ ਤੁਹਾਡਾ ਮੈਥ ਠੀਕ ਆ, ਯੂ ਵਿਲ ਡੂ ਵੈਰੀ ਕੁਇਕਲੀ, ਕਿਉਂਕਿ ਮੋਸਟਲੀ ਇਹਦੇ ਵਿੱਚ ਜਿਹੜੇ ਆ ਕਨਫਿਊਜ਼ਨ ਵਾਲੇ ਜਿਹੜੇ ਉਹ ਹੈਗੇ। ਬੇਸਿਕਲੀ ਯੂ ਗੈਟ 4 ਆਪਸ਼ਨਸ ਮੋਸਟ ਟੈਸਟ ਦੇ ਵਿੱਚ, ਤੁਹਾਡੇ ਕੋਲ 3 ਜਾਂ 4 ਆਪਸ਼ਨਸ ਆ। ਇੰਨਾ ਟਫ ਨਹੀਂ ਹੈ ਐਗਜ਼ਾਮ, ਪਰ ਡੈਫੀਨੇਟਲੀ ਜਿਹੜੀ ਮੇਨ ਜਿਹੜੀਆਂ ਨੇ ਸਟੈਪ ਬਾਏ ਸਟੈਪ ਉਹਨਾਂ ਨੇ ਕੀਤੇ ਹੋਏ ਆ, ਉਹ ਤੁਸੀਂ ਐਗਜ਼ਾਮ 1 by 1 ਪਾਰ ਕਰਨੇ ਆ। ਮੈਥਮੈਟਿਕਸ ਦਾ ਵੀ ਆਉਂਦਾ, ਉਹਦੇ ਵਿੱਚ ਰੀਅਲ ਸਟੇਟ ਦੇ ਰੂਲਸ ਐਂਡ ਰੈਗੂਲੇਸ਼ਨਸ ਦੇ ਬਾਰੇ ਸਾਰਾ ਦੱਸਿਆ ਹੋਇਆ ਵੀ ਕਿੱਦਾਂ ਦੇ ਤੁਸੀਂ ਫੋਲੋ ਕਰਨੇ ਆ, ਕਿੱਦਾਂ ਤੁਸੀਂ ਸਿਚੁਏਸ਼ਨਸ ਨੂੰ ਹੈਂਡਲ ਕਰਨਾ ਆ। ਸੋ ਡਿਫਰੈਂਟ ਜਿਹੜੇ ਐਗਜ਼ਾਮਸ ਹੈਗੇ ਆ, ਉਹ ਸਾਰੇ ਉਹਨਾਂ ਦਾ ਕ੍ਰਾਈਟੇਰੀਆ ਡਿਫਰੈਂਟ ਆ। ਓਕੇ। ਤੇ ਇਹਦਾ ਐਗਜ਼ਾਮ ਹੁੰਦਾ ਕਿੱਥੇ ਆ, ਕਾਲਜ 'ਚ ਕਿਸੇ 'ਚ? ਉਹ ਹੁਣ ਤਾਂ ਮੈਨੂੰ ਲੱਗਦਾ ਜਦੋਂ ਮੈਂ ਕੀਤਾ ਸੀ ਓਰੀਆ ਦਾ, ਉਦੋਂ ਆਨਲਾਈਨ ਸੀਗਾ ਸਾਰਾ ਕੁਝ। ਤੇ ਬੇਸਿਕਲੀ ਇਹਨਾਂ ਦੇ ਇੱਥੇ ਓਰੀਆ ਦੇ ਸੈਂਟਰ ਬਣੇ ਹੋਏ ਸੀ ਹੈਮਿਲਟਨ ਸ਼ਹਿਰ 'ਚ, ਹਰੇਕ ਸਿਟੀ ਦੇ ਵਿੱਚ ਹੈਗੇ ਤਕਰੀਬਨ, ਵੱਡੀਆਂ ਜਿੰਨੀਆਂ ਵੀ ਮੇਜਰ ਸਿਟੀਜ਼ ਨੇ। ਤੁਸੀਂ ਜਿਹੜੀ ਮਰਜ਼ੀ ਸਿਟੀ ਦੇ ਵਿੱਚ ਜਿੱਥੇ ਤੁਹਾਨੂੰ ਐਗਜ਼ਾਮ ਦੀ ਡੇਟ ਮਿਲਦੀ ਹੈ, ਲੈਟਸ ਸੇ ਵਾਂਸ ਯੂ ਆਰ ਪ੍ਰੀਪੇਅਰਡ, ਤੁਸੀਂ ਆਨਲਾਈਨ ਜਾ ਕੇ ਇਹਨਾਂ ਦੇ ਪੋਰਟਲ ਤੇ ਚੈੱਕ ਕਰ ਸਕਦੇ ਹੋ ਤੇ ਵੀ ਜਿਹੜੀ ਡੇਟ ਕਿੱਥੇ ਕਿਹੜੀ ਡੇਟ ਅਵੇਲੇਬਲ ਆ। ਯੂ ਕੈਨ ਪਿਕ ਦ ਸਿਟੀ, ਉੱਥੇ ਜਾਓ, ਉੱਥੇ ਤੁਹਾਨੂੰ ਆਈਪੈਡ ਦੇ ਦਿੰਦੇ ਆ। ਅੱਛਾ, ਆਈਪੈਡ ਲੈ ਕੇ ਤੁਸੀਂ ਬੈਠੋ, ਸਾਰੇ ਇੱਕ ਟੇਬਲ ਤੇ ਇੱਕ ਬੰਦਾ ਬੈਠਾ ਹੁੰਦਾ ਤੇ ਆਪਦਾ ਉੱਥੇ ਐਗਜ਼ਾਮ ਜਿਹੜੇ ਦੇਣੇ ਆ। ਮੋਸਟਲੀ ਆਪਸ਼ਨਲ ਹੁੰਦੇ ਆ ਜਿਹੜੀਆਂ। ਨਕਲ ਵੀ ਵੱਜਦੀ ਹੈ? ਨਹੀਂ, ਨਕਲ ਨਹੀਂ ਵੱਜਦੀ, ਨਕਲ ਉੱਥੇ ਨਹੀਂ ਵੱਜਦੀ, ਨਕਲ ਨਹੀਂ ਮੈਨੂੰ ਲੱਗਦਾ ਉੱਥੇ ਕੋਈ ਵੀ ਵੱਜਦੀ, ਕਿਉਂਕਿ ਬਹੁਤ ਕੁਆਇਟ ਹੁੰਦਾ। ਜਿਵੇਂ ਅੱਜ ਤੋਂ 2 ਸਾਲ ਪਹਿਲਾਂ ਮੈਂ ਦੇਖਦਾ ਹੁੰਦਾ ਸੀਗਾ ਕਿ ਗੈਟ ਰੀਅਲ ਸਟੇਟ ਲਾਇਸੈਂਸ, ਕਿੰਨੇ ਬੋਰਡ ਵਗੈਰਾ ਲੱਗੇ ਹੁੰਦੇ ਸੀ ਨਾ, ਚੀਜ਼ਾਂ ਹੁਣ ਵੀ ਹੈਗੀਆਂ ਨੇ ਇਦਾਂ ਦੀਆਂ ਕਿ ਨਹੀਂ? ਮੈਨੂੰ ਨਹੀਂ, ਹਾਲੇ ਵੀ ਹੈਗੀਆਂ ਵੀਰ ਜੀ। ਜਦੋਂ ਇਹਦੀ ਪ੍ਰੈਪ ਸ਼ੁਰੂ ਕੀਤੀ ਹੈ ਹਨਾ, ਮੈਨੂੰ ਵੀ ਕੋਈ ਗਾਈਡ ਕਰਨ ਵਾਲਾ ਹੈ ਨਹੀਂ ਸੀਗਾ। ਮੈਂ ਆਨਲਾਈਨ ਹੀ ਇਦਾਂ ਲਿੱਤੀ ਤੇ ਉਹ ਪੈਸਿਡ ਦਾ ਟੈਸਟ ਜਿਹੜੀ ਆਨਲਾਈਨ ਮਿਲਦਾ ਵਰਜ਼ਨ, ਉਹ ਲਿੱਤਾ ਕੀਤਾ ਤੇ ਪੜ੍ਹ ਕੇ ਹੀ ਕੀਤਾ। ਮਤਲਬ ਕਿ 99% ਜਿਹੜਾ ਮੇਰਾ ਟੈਸਟ ਆ ਉਹ ਸਾਰਾ ਪੜ੍ਹ ਕੇ ਹੀ ਹੋਇਆ ਆ। ਜਦੋਂ ਜਿਹੜਾ ਥਰਡ ਮੇਰਾ ਐਗਜ਼ਾਮ ਸੀਗਾ, ਉਹਦੇ ਵਿੱਚ ਮੈਨੂੰ ਕਮਰਸ਼ੀਅਲ ਦੀ ਜਿਹੜੀ ਸੀਗੀ ਐਗਜ਼ਾਮ, ਉਹਦੇ ਵਿੱਚ ਮੈਥਮੈਟਿਕਸ ਦੇ ਕੁਐਸਚਨ ਬੜੇ ਟਫ ਸੀਗੇ ਤੇ ਮੈਨੂੰ ਫਸਟ
ਜਿਹੜਾ ਮੈਂ ਐਗਜ਼ਾਮ ਉਹਦੇ ਤੁਹਾਨੂੰ 2 ਚਾਂਸ ਮਿਲਦੇ ਆ ਕਲੀਅਰ ਕਰਨ ਦੇ ਹਰੇਕ ਐਗਜ਼ਾਮ 'ਚ ਹਰੇਕ ਐਗਜ਼ਾਮ ਦੇ ਵਿੱਚ ਤੁਹਾਨੂੰ 2 ਚਾਂਸਸ ਹਾਂ 2 ਚਾਂਸਸ ਜੇ ਤੁਸੀਂ ਕਲੀਅਰ ਕਰ ਲਿਆ ਓਕੇ ਆ ਅਦਰਵਾਈਜ਼ ਯੂ ਕੈਨ ਗੈਟ ਐਡਮਿਸ਼ਨ ਅਗੇਨ ਤੇ ਉਹ $500-600 ਫੀਸ ਹੁੰਦੀ ਹੈ ਯੂ ਕੈਨ ਡੂ ਅਨਲਿਮਿਟਡ ਟਾਈਮ ਜੇ ਤੁਸੀਂ ਫੇਲ ਵੀ ਹੋਣੇ ਤੁਸੀਂ ਵਾਰ-ਵਾਰ ਲੈ ਸਕਦੇ ਹੋ ਪਰ ਉਹ ਇੱਕ ਫੀਸ ਦੇ ਵਿੱਚ ਤੁਹਾਨੂੰ 2 ਵਾਰ ਜਿਹੜਾ ਉਹ ਮਿਲਦਾ ਹੈ ਰਾਈਟ ਚਾਂਸ ਮਿਲਦਾ ਆ ਸੋ ਜਿਹੜਾ ਉਹ 3rd ਐਗਜ਼ਾਮ ਸੀਗਾ ਉਹਦੇ ਵਿੱਚ ਮੈਂ ਪਹਿਲੀ ਵਾਰ ਦੇ ਵਿੱਚ ਫੇਲ ਹੋ ਗਿਆ ਸੀਗਾ ਸਿਰਫ 2 ਨੰਬਰ ਤੋਂ ਰਹਿ ਗਿਆ ਕਿਉਂਕਿ ਇਹਨਾਂ ਦੀ ਪਾਸਿੰਗ ਮਾਰਕਸ ਜਿਹੜੇ ਆ ਨਾ ਉਹ ਕਾਫੀ ਹਾਈ ਹੈ 75% ਦੀ ਮਾਰਕਸ ਚਾਹੀਦੇ ਤੁਹਾਨੂੰ ਪਾਸ ਵਾਸਤੇ ਸੋ 100 ਦੇ ਵਿੱਚੋਂ ਤੁਹਾਨੂੰ 75 ਨੰਬਰ ਤਾਂ ਚਾਹੀਦੇ ਆ ਤੇ ਉਹ ਜਿਹੜੀਆਂ ਪਹਿਲੇ ਜਿਹੜੇ ਕੁਐਸਚਨ ਆ ਉਹ ਈਜ਼ੀ ਹੁੰਦਾ ਬੰਦਾ ਕਰ ਲੈਂਦਾ ਜਿਹੜਾ 3-3 ਨੰਬਰ ਵਾਲੇ ਹੁੰਦੇ ਆ ਬੇਸਿਕਲੀ ਉਹੀ ਡਿਸਾਈਡ ਕਰਦੇ ਆ ਇਫ ਯੂ ਗੋਨਾ ਪਾਸ অর ਨਾਟ ਸੋ ਉਸ ਟਾਈਮ ਮੈਨੂੰ ਐਂ ਲੱਗਾ ਮੈਂ ਦੁਬਾਰੇ ਪ੍ਰੈਪ ਕੀਤੀ ਇਹਦੀ ਉਦੋਂ ਮੈਂ ਸਰਚ ਕੀਤੀ ਵੀ ਮੈਂ ਕਿੱਥੋਂ ਨੋਟਸ ਵਗੈਰਾ ਲਵਾਂ ਤੇ ਉਸ ਟਾਈਮ ਮੈਨੂੰ ਯਾਦ ਆ ਕਜੀਜੀ ਦੇ ਉੱਤੇ ਨੋਟਸ ਵਿਕ ਰਹੇ ਸੀ ਅੱਛਾ ਕਿਸੇ ਕੋਈ ਆਪਣੇ ਦੇਸੀ ਸੀਗੇ ਜਿਹੜੇ ਨੋਟਸ ਵੇਚ ਰਹੇ ਸੀ ਤੇ ਮੇਰੀ ਉਹਨਾਂ ਨਾਲ ਫੋਨ ਦੇ ਉੱਤੇ ਗੱਲ ਹੋਈ ਤੇ ਮੈਨੂੰ ਕਹਿੰਦੇ ਵੀ ਪ੍ਰਵੀਨ ਅਸੀਂ $400 ਲਵਾਂਗੇ ਓਕੇ ਇਕੱਲੇ ਨੋਟਸ ਦਾ ਤੇ ਕਹਿੰਦੀ ਗੈਰੰਟੀਡ ਪਾਸ ਅੱਛਾ ਜੀ ਤੇ ਮੈਂ ਕਿਹਾ ਪੱਕੀ ਗੱਲ ਹੈ ਕਹਿੰਦੇ ਉਹ ਮੈਨੂੰ ਉਹਨਾਂ ਨੇ ਇੱਕ ਹਿਸਾਬ ਦਾ ਕਹ ਲਓ ਨੁਸਖਾ ਦੱਸਿਆ ਕਹਿੰਦੇ ਤੁਸੀਂ ਪੇਪਰ ਨਹੀਂ ਹੈ ਪੜ੍ਹਨਾ ਅੱਛਾ ਜੀ ਇਟਸ ਲਾਈਕ ਸਮਥਿੰਗ ਦੇ ਟੋਲਡ ਮੈਂ ਤਾਂ ਖੈਰ ਬਹੁਤ ਪੜ੍ਹਿਆ ਵੀ ਆ ਪਰ ਉਸ ਪੇਪਰ ਦੇ ਵਿੱਚ ਬਾਕੀ ਸਾਰੇ ਐਗਜ਼ਾਮ ਹੀ ਓਕੇ ਜਿਹੜਾ 3rd ਐਗਜ਼ਾਮ ਹੈ ਨਾ A and B ਪਾਰਟ ਕਮਰਸ਼ੀਅਲ ਵਾਲਾ ਉਹ ਥੋੜਾ ਟਫ ਸੀਗਾ ਅਗੇਨ ਐਵਰੀਬਾਡੀ ਇਜ਼ ਡਿਫਰੈਂਟ ਮੇਬੀ ਉਹ ਤੁਹਾਡੇ ਵਾਸਤੇ ਸੌਖਾ ਆਵੇ ਮੇਰੇ ਵਾਸਤੇ ਔਖਾ ਸੀਗਾ ਹੈ ਨਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਜਸਟ ਫੋਕਸ ਔਨ ਦਾ ਆਨਸਰਸ ਡੋਂਟ ਇਵਨ ਰੀਡ ਦਾ ਕੁਐਸਚਨ ਉਹ ਕਿੱਦਾਂ ਮਤਲਬ ਮੈਂ ਖੁਦ ਹੈਰਾਨ ਸੀ ਉਸ ਚੀਜ਼ ਤੇ ਮੈਨੂੰ ਉਹਨਾਂ ਨੇ ਦੇਸੀ 'ਚ ਇਹ ਗੱਲ ਸਮਝਾਈ ਉਹ ਕਹਿੰਦੇ ਤੁਸੀਂ ਸਿੱਧਾ ਜਿਹੜੇ ਆਨਸਰ ਨੇ ਨਾ ਉਹੀ ਪੜ੍ਹਨੇ ਆ ਬਸ ਅੱਛਾ ਜੀ ਵੀ ਕੁਐਸਚਨ ਨਹੀਂ ਰੀਡ ਕਰਨਾ ਉਹ ਕਹਿੰਦੇ ਤੁਸੀਂ ਆਨਸਰ ਨੂੰ ਰੱਟ ਲੈਣਾ ਵੀ ਆਨਸਰ ਇਹ ਹੈ ਜਦੋਂ ਤੁਸੀਂ ਉਹ ਆਨਸਰ ਰਟਿਆ ਗਿਆ ਨਾ ਜਦੋਂ ਤੁਹਾਨੂੰ ਦਿਖਿਆ ਤੁਸੀਂ ਆਟੋਮੈਟਿਕਲੀ ਤੁਹਾਡਾ ਬ੍ਰੇਨ ਜਿਹੜਾ ਆ ਉਹਨਾਂ ਦੀ ਇੱਕ ਜਿਵੇਂ ਸਕਿੱਲ ਹੀ ਕਹਿ ਲਓ ਰੱਟਾ ਲਾ ਲਿਆ ਜਿਵੇਂ ਹਾਂ ਰੱਟਾ ਉਹ ਕਹਿੰਦੇ ਜੇ ਤੁਸੀਂ ਕੁਐਸਚਨ ਪੜ੍ਹੋਗੇ ਯੂ ਗੈਟ ਕਨਫਿਊਜ਼ਡ ਸੋ ਉਹ ਮੈਨੂੰ ਉਹਨਾਂ ਨੇ ਦੇ ਤਾਂ ਦਿੱਤਾ ਪਰ ਸੀਗੇ ਆਪਣੇ ਦੇਸੀ ਇੰਗਲਿਸ਼ ਪ੍ਰੋਪਰ ਬੋਲ ਨਹੀਂ ਸੀ ਹੁੰਦੀ ਉਸ ਟਾਈਮ ਵਿਸ਼ਵਾਸ ਨਹੀਂ ਰਹਿਣਾ ਤੇ ਮੈਨੂੰ ਐਂ ਲੱਗਿਆ ਮੈਂ ਕਿਹਾ ਯਾਰ ਕਿਤੇ ਹੋਰ ਹੀ ਨਾ ਮੈਂ ਰੱਟੇ ਲਾ ਕੇ ਚੱਲ ਜਾਂ ਤੇ ਅੱਗੇ ਕੁਝ ਹੋਰ ਆਇਆ ਹੋਵੇ ਤੇ ਐਨੀਵੇਜ਼ ਆਈ ਡਿਡ ਮਾਈ ਪ੍ਰੈਪ ਮੈਂ ਪੈਸਿਟ ਦਾ ਵੀ ਪ੍ਰੋਪਰ ਕੀਤਾ wherever I can find other notes ਮੈਂ ਉਹ ਵੀ ਲਿੱਤੇ there is another company I forgot the name I still have it ਤੇ ਉਹ ਵੀ ਮੈਂ ਪੜ੍ਹ ਕੇ ਗਿਆ ਪਰ honestly 99% test was exact Xerox copy of that note. Wow. And I was like, wow. I was like, wow. Like seriously, bhai. You know, मैं वो पहले 2 A भी पार कर B part ਦੇ ਵਿੱਚ ਸੀ ਉਦੋਂ ਜਦੋਂ ਮੈਂ so basically after that it's ਬਹੁਤ easy ਸੀ appraisal ਵਾਲਾ ਸੀਗਾ second last ਮੈਨੂੰ ਲੱਗਦਾ last ਜਿਹੜਾ ਸੀਗਾ it's very easy ਉਹਦੇ 'ਚ ਕੋਈ ਐਡਾ ਪ੍ਰੋਬਲਮ ਨਹੀਂ ਹੈਗੀ ਜਿਹੜਾ ਇਹੀ ਮੇਨ ਸੀਗਾ ਜਿਹਨੂੰ ਕਹ ਲਓ ਜਿਹੜਾ ਪਹਾੜ ਚੜ੍ਹਨ ਵਾਲਾ ਤੀਜਾ ਟੈਸਟ ਹੀ ਸੀਗਾ ਤੇ ਉਹਦੇ ਵਿੱਚ ਜਦੋਂ ਮੈਂ ਦੇਖਿਆ ਮੈਂ ਕਿਹਾ ਯਾਰ ਤਾਂ ਬਿਲਕੁਲ ਹੀ ਸੇਮ ਆਇਆ ਹੈ ਨਾ ਅੱਛਾ I was surprised like okay so then I realized this is how people are getting licenses ਉਹ ਕਿਉਂਕਿ ਉਹ ਵਿਗੜੀ ਪਈ ਆ ਪਰਸਨ ਵੀ ਆਈ ਜਾਂਦੇ ਹਨਾ ਜਿਨ੍ਹਾਂ ਨੂੰ ਕੁਝ ਗੱਲ ਕਰਨੀ ਵੀ ਨਹੀਂ ਆਉਂਦੀ ਜਾਂ ਕੁਝ ਵੀ ਮੇਰੇ ਨਾਲ ਤਾਂ ਯਾਰ ਇਹੋ ਜਿਹੇ ਐਕਸਪੀਰੀਅੰਸ ਹੋਏ I was like seriously ਮੈਨੂੰ ਐਂ ਲੱਗਦਾ ਸੀ ਵੀ ਆਪਾਂ ਬਹੁਤ ਲੋਕੀ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਹੋਏ ਆ there is no way that they can get a license yeah ਬਸ ਇਹੀ ਲਾਈਕ ਰੱਟੇ ਲਾ ਕੇ ਜਾਂ ਮਤਲਬ ਜਿੱਦਾਂ ਵੀ ਮਤਲਬ ਪ੍ਰੋਜੈਕਟ ਚੱਲ ਗਿਆ ਯਾ ਤਾਂ ਭਾਜੀ ਕਿੰਨਾ ਅਪਰੋਕਸੀਮੇਟਲੀ ਖਰਚਾ ਆ ਜਾਂਦਾ ਹੈ ਲਾਈਕ ਲਾਇਸੈਂਸ ਦਾ ਰਫਲੀ ਅਰਾਊਂਡ ਮੈਨੂੰ ਲੱਗਦਾ ਮੇਰਾ 6-7 ਟੈਸਟ ਦਾ ਸਾਰਾ ਲਾ ਕੇ $3500-4000 ਦੇ ਨੇੜੇ ਆਇਆ ਸੀ ਈਚ ਜਿਹੜੇ A and B ਪਾਰਟ ਆ $600-650 ਈਚ ਸੀਗਾ ਪਹਿਲੇ ਵਾਲਾ ਜਿਹੜਾ 400 ਸੀਗਾ ਸੋ ਬੇਸਿਕਲੀ ਅਰਾਊਂਡ 35 to 4000 ਐਕਚੁਅਲੀ ਮੈਂ ਨਾ ਮੇਰੇ ਇੱਕ ਨੋਨ ਸੀਗੇ ਬਰੈਂਪਟਨ 'ਚ ਮਤਲਬ ਮੇਰੇ ਦੋਸਤ ਹੀ ਸੀਗੇ ਉਹਨਾਂ ਨੇ ਲਾਈਕ ਆਈ ਥਿੰਕ ਹੰਬਰ ਤੋਂ ਜਿੱਦਾਂ ਤੁਸੀਂ ਕਿਹਾ ਨਾ ਕਿ ਹਾਂ ਸਵਿਚ ਕੀਤਾ ਉਹਨਾਂ ਨੇ ਲਾਈਕ ਹੰਬਰ ਤੋਂ ਸਾਰੇ ਲੈ ਰਹੇ ਆ ਉਹਨਾਂ ਦਾ ਅਪਰੋਕਸੀਮੇਟਲੀ ਆਈ ਥਿੰਕ 6000 ਤੋਂ 10000 ਦਾ ਖਰਚਾ ਉਹ ਫਿਰ ਹੁਣ ਵਧਿਆ ਹੋਣਾ ਆਈ ਥਿੰਕ ਸਮੈਸਟਰ ਵਾਈਜ਼ ਹੋ ਗਿਆ ਹੋਣਾ ਹਾਂ ਉਹ ਹੰਬਰ ਮੈਂ ਆਪ ਚੈੱਕ ਕਰ ਰਿਹਾ ਸੀ ਨਾ ਤਾਂ ਆਈ ਥਿੰਕ ਸਾਲ ਜਾਂ 1.5 ਸਾਲ ਦਾ ਉਹਨਾਂ ਨੇ ਕੋਰਸ ਕਰਤਾ ਹੋਇਆ ਰਾਈਟ ਨਹੀਂ ਆਈ ਥਿੰਕ ਹੁਣ ਹੈਗਾ 8 ਮੰਥਸ ਦਾ ਮਤਲਬ ਉਹੀ ਸਾਲ ਦਾ ਹੀ ਹੋ ਗਿਆ ਉਦੋਂ ਇਹਨਾਂ ਦਾ ਕੀ ਸੀ ਪਹਿਲਾ ਜਿਹੜਾ ਟੈਸਟ ਆਈ ਥਿੰਕ that was $150 ਜਿਹਦੇ ਵਿੱਚ ਤੁਸੀਂ ਉਹ ਲੈਂਗੁਏਜ ਟੈਸਟ ਵਗੈਰਾ ਜਿਹੜਾ ਦੇਣਾ ਆ ਉਸ ਤੋਂ ਬਾਅਦ ਈਚ ਟੈਸਟ ਵਾਸ ਨਾਟ ਮੋਰ ਦੈਨ 650 ਸੋ 6-7 ਸੀਗੇ ਟੋਟਲ $3500-4000 ਦੇ ਨੇੜੇ ਟੋਟਲ ਹੋ ਗਿਆ ਸੀ ਵਿਦ ਪੈਸਿਡ ਜਿਹੜਾ ਆ ਜਿਹੜੀ ਟੈਸਟ ਦੀ ਪ੍ਰੈਪ ਵਾਸਤੇ ਐਪ ਸਿਸਟਮ ਹੀ ਹੁੰਦਾ ਉਹ ਤੁਸੀਂ ਖੋਲੋ ਉਹਦੇ ਚ ਨਾਨ ਸਟਾਪ ਕੁਐਸਚਨ ਆਈ ਜਾਂਦੇ ਆ ਸੋ ਬੇਸਿਕਲੀ ਦੇ ਟ੍ਰੇਨ ਯੂਰ ਬ੍ਰੇਨ ਸੋ ਤੁਸੀਂ ਇੱਕ ਯੈਸ ਕਰਦੇ ਹੋ ਨੋ ਕਰਦੇ ਹੋ ਯੈਸ ਕਰਦੇ ਨੋ ਕਰਦੇ ਅਨੋਰਮਸ ਅਮਾਊਂਟ ਆਫ ਉਹ ਤੁਹਾਨੂੰ ਕੁਐਸਚਨ ਪੁੱਛਦੀ ਆ ਜਿਹੜੀ ਆ ਪੈਸਿਡ ਵਾਲੀ
ਯੂ ਕੀਪ ਡੂਇੰਗ ਸਕਰੋਲਿੰਗ, ਕੀਪ ਰੀਡਿੰਗ ਯੈਸ ਨੋ ਯੈਸ ਨੋ, ਉਹਦੇ ਨਾਲ ਰੱਟੇ ਵੀ ਲੱਗਦੇ ਆਫ ਕੋਰਸ, ਪਰ ਮੋਰ ਐਂਡ ਮੋਰ ਕੁਐਸਚਨਸ ਕਮਿੰਗ ਇਨ ਫਰੰਟ ਆਫ ਯੂ। ਸੋ ਉਹ $50 ਸੀਗਾ ਈਚ ਦਾ, ਸੋ 300-400 ਲੈਦਾ ਲਾ ਲਓ, ਮਤਲਬ ਕਿ ਮੈਕਸਿਮਮ 4500 ਐਟ ਦੈਟ ਟਾਈਮ। ਤੇ ਜਦੋਂ ਹੁਣ ਵਨਸ ਯੂ ਗੈਟ ਲਾਇਸੈਂਸ ਤੁਹਾਨੂੰ ਰੀਨਿਊ ਵੀ ਕਰਾਉਣਾ ਪੈਂਦਾ ਹਰ ਸਾਲ? ਹਾਂ। ਤੇ ਉਹਦੇ ਲਈ ਕੀ ਕਰਨਾ ਪੈਂਦਾ ਤੁਹਾਨੂੰ? ਜਿਵੇਂ ਉਹ ਜਿਹੜੀ ਆਪਾਂ ਇੱਥੋਂ ਦੀ ਰੀਕੋ ਜਿਹੜੀ ਹੈਗੀ ਆ ਰੀਅਲ ਸਟੇਟ ਵਾਲਿਆਂ ਦੀ, ਉਹਨਾਂ ਦੇ ਨਾਲ ਆਪਾਂ ਰਜਿਸਟਰਡ ਆ, ਆਟੋਮੈਟਿਕਲੀ ਮੇਰੀ ਜਿਹੜੀ ਬ੍ਰੋਕਰੇਜ ਆ ਹਰ ਸਾਲ ਜਿਹੜਾ ਉਹਦੀ ਇੰਸ਼ੋਰੈਂਸ ਪੇ ਕਰਨੀ ਹੁੰਦੀ ਆ। ਇੱਥੋਂ ਦੀ ਜਿਹੜੀ ਦੂਸਰਾ ਇੱਕ ਜਿਹੜੀ ਏਰੀਆ 'ਚ ਤੁਸੀਂ ਕੰਮ ਕਰਦੇ ਹੋ, ਇੱਕ ਉਹਨਾਂ ਦੀ ਐਸੋਸੀਏਸ਼ਨ ਹੁੰਦੀ ਆ, ਇੱਕ ਜਿਹੜੀ ਰੀਕੋ ਦੀ ਫੀਸ ਆ, ਉਹ ਦੋਵੇਂ ਫੀਸਾਂ ਤੁਹਾਡੇ ਨਾਲ ਹੁੰਦੀਆਂ ਹਰੇਕ। ਜਿਵੇਂ ਹੁਣ ਨਾਇਗਰਾ ਰੀਜਨ ਦੀ ਨਾਰ ਹੈ, ਨਾਇਗਰਾ ਰੀਅਲ ਸਟੇਟ ਬੋਰਡ ਹੈ ਜਿਹੜਾ, ਨਾਇਗਰਾ ਐਸੋਸੀਏਸ਼ਨ ਆਫ ਰੀਅਲਟਰਸ, ਸੋ ਉਹਦੀ ਆਈ ਥਿੰਕ ਹੈਗੀ ਆ 450 ਐਵਰੀ ਕੁਆਰਟਰਲੀ। ਸੋ ਉਹ ਲੱਗ ਜਾਂਦੀ ਆ। ਤੇ ਜਿਹੜੀ ਉਹ ਇੰਸ਼ੋਰੈਂਸ ਹੈ ਉਹ ਵਨਸ ਆ ਈਅਰ ਜਾਂਦੀ ਹੈ, ਮੈਨੂੰ ਲੱਗਦਾ $1200 ਉਹ ਆ, ਹਰੇਕ ਦੀ ਅਲੱਗ ਆ। ਟੂ ਬੀ ਓਨੈਸਟ ਮੈਂ ਤਾਂ ਹੁਣ ਜਦੋਂ ਬੰਦਾ ਮੇ ਬੀ ਹੁਣ ਵਧੀ ਗਈ 1-2 ਵਾਰੀ ਰੀਸੈਂਟਲੀ, ਮੈਨੂੰ ਪਤਾ 2 ਵਾਰੀ ਇਹਨਾਂ ਦਾ ਨੋਟੀਫਿਕੇਸ਼ਨ ਆਇਆ ਸੀਗਾ, ਪਰ ਮੈਂ ਕਦੇ ਅਟੈਂਸ਼ਨ ਨਹੀਂ ਪੇ ਕੀਤੀ ਕਿਉਂਕਿ ਮੇਰੀ ਬ੍ਰੋਕਰੇਜ ਪੇ ਕਰ ਦਿੰਦੀ ਹੈ, ਮੇਰੇ ਕਮਿਸ਼ਨ ਜੋ ਕੱਟੇ ਜਾਂਦੇ ਐਂਡ ਦੇ ਟੇਕ ਕੇਅਰ ਆਫ ਐਵਰੀਥਿੰਗ। ਸੋ ਆਟੋਮੈਟਿਕਲੀ ਲਾਇਆ ਹੋਇਆ, ਕ੍ਰੈਡਿਟ ਕਾਰਡ ਦਿੱਤਾ ਹੋਇਆ। ਨਾਰ ਦੀ ਬੋਰਡ ਇਸ ਸਾਲ ਵਧੀ ਆ $50, ਪਹਿਲਾਂ $425 ਸੀ, ਮੈਨੂੰ ਲੱਗਦਾ ਹੁਣ 475 ਹੋ ਗਈ ਆ। ਤਾਂ ਭਾਜੀ ਕਿੱਦਾਂ ਦਾ ਕਰੀਅਰ ਹੈ, ਲਾਈਕ ਮਤਲਬ ਕਿੱਦਾਂ ਕਿਸੇ ਨੂੰ ਪਤਾ ਲੱਗੇ ਕਿ ਆਈ ਐਮ ਰੀਅਲੀ ਲਾਈਕ ਗੁੱਡ ਇਨਫ ਟੂ ਬੀ ਇਨ real estate business? Like how's the personality and like how do you talk to people and you know convincing power with hoegi? Communication skills chahiye ya ਉਹਦੇ ਨਾਲ ਤਾਂ ਬਹੁਤ ਬਿਗ ਕਮਿਊਨੀਕੇਸ਼ਨ ਹੈਜ਼ your skills needs to be on top of the line। ਇਹ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਵੀ ਤੁਸੀਂ ਚਾਹੇ ਬਾਇਰ ਨਾਲ ਗੱਲ ਕਰਦੇ ਹੋ ਚਾਹੇ ਸੈਲਰ ਨਾਲ ਗੱਲ ਕਰਦੇ ਹੋ, ਬੀਇੰਗ ਐਜ਼ ਐਨ ਰੀਅਲ ਸਟੇਟ ਏਜੰਟ ਹੈ ਨਾ, ਤੁਸੀਂ ਡਿਫਰੈਂਟ ਫੈਮਿਲੀਜ਼ ਨਾਲ, ਡੈਮੋਗ੍ਰਾਫਿਕ ਨਾਲ, ਡਿਫਰੈਂਟ ਕਲਚਰਸ ਨਾਲ ਡੀਲ ਕਰਦੇ ਹੋ। ਇਟਸ ਨਾਟ ਜਸਟ ਸੈਲਿੰਗ ਔਰ ਬਾਇੰਗ, a whole new things involved in it। ਹੁਣ ਜਿਵੇਂ ਸਮਝ ਲਓ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਲੈਟਸ ਸੇ ਕਿ ਗੁਜਰਾਤੀ ਫੈਮਿਲੀ ਆਈ ਹੈ ਨਾ, ਹੁਣ ਗੁਜਰਾਤੀ ਹਰੇਕ ਫੈਮਿਲੀ ਦਾ ਹਰੇਕ ਜਿਵੇਂ ਕਹਿ ਲਓ ਕਲਚਰ ਦਾ ਡਿਫਰੈਂਟ ਸਿਸਟਮ ਹੈ। ਸੋ ਜਸਟ ਡੋਂਟ ਜਸਟ ਫੋਕਸ ਔਨ ਦੈਟ ਵੀ ਹਾਂ ਮੈਂ ਲਾਇਸੈਂਸ ਲੈ ਲਿਆ ਤੇ ਆਪਾਂ ਡੀਲ ਕੱਢ ਲਈ। ਇੱਕ ਬ੍ਰੋਕਰੇਜ ਕੋਈ ਜ਼ਿਆਦਾ ਹੈਲਪ ਨਹੀਂ ਕਰਦੀ ਹੁੰਦੀ। ਦਿਸ ਇਜ਼ ਯੂਰ ਓਨ ਗ੍ਰਾਈਂਡ, 99.99% ਦਿਸ ਇਜ਼ ਯੂਰ ਓਨ ਹਸਲ। ਤੁਹਾਨੂੰ ਆਪ ਹੀ ਸ਼ੁਰੂ ਕਰਨਾ ਪੈਣਾ ਗਰਾਊਂਡ ਲੈਵਲ ਤੋਂ। ਤੇ ਜਦੋਂ ਹੁਣ ਜਿਵੇਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ, ਜਿਵੇਂ ਹੁਣ ਮੇਰੇ ਕੋਲੋਂ ਸ਼ੋਇੰਗ ਤੇ ਗੁਜਰਾਤੀ ਫੈਮਿਲੀ ਆਈ, ਯੂ ਨੀਡ ਟੂ ਓਬਜ਼ਰਵ। ਇਹ ਬਹੁਤ ਜ਼ਰੂਰੀ ਹੈ। ਜੇ ਕੋਈ ਰੀਅਲ ਸਟੇਟ ਏਜੰਟ ਵੀ ਸੁਣਦਾ ਹੈ ਨਾ, ਕਈ ਵਾਰੀ ਆਪਾਂ ਉਸ ਚੀਜ਼ ਨੂੰ ਦੇਖਦੇ ਨਹੀਂ। ਇਟਸ ਮੋਰ ਇਨਟੂ ਜਜਿੰਗ ਦਾ ਬਾਡੀ ਲੈਂਗੁਏਜ ਐਸ ਵੈਲ। ਇਟਸ ਯੂ ਨੋ ਇਹ ਪ੍ਰੋਪਰ, ਜਿਵੇਂ ਹੁਣ ਸਮਝ ਲਓ ਕੋਈ ਬੰਦਾ ਮੇਰੇ ਸਾਹਮਣੇ ਖੜਾ, ਹਸਬੈਂਡ ਐਂਡ ਵਾਈਫ ਆ, ਜੇ ਵਾਈਫ ਹਸਬੈਂਡ ਨੂੰ ਬੋਲਣ ਨਹੀਂ ਦਿੰਦੀ ਤੇ ਤੁਸੀਂ ਸਾਰੀ ਅਟੈਂਸ਼ਨ ਭਾਜੀ ਭਾਜੀ ਕਹਿ ਕੇ ਕਰੀ ਜਾਂਦੇ ਹੋ, ਗੱਲ ਥੋੜੀ ਜਿਹੀ ਬਈ ਉਹ ਤਾਂ ਫਿਰ ਭਰਜਾਈ ਦੇ ਦੁਆਲੇ ਹੋ, ਤੁਹਾਨੂੰ ਉਧਰ ਫੋਕਸ ਉਹਨੇ ਲੈਣਾ ਡਿਸੀਜਨ, ਰਾਈਟ? ਯੂ ਨੋ ਵਾਟ ਡਿਸੀਜਨ ਮੇਕਰ, ਯਾ ਸ਼ੀ ਇਜ਼ ਦ। ਸੋ ਇਹ ਚੀਜ਼ ਨੋਟਿਸ ਕਰਨੀ। ਗੁਜਰਾਤੀ ਫੈਮਿਲੀਜ਼ ਆਉਂਦੀਆਂ ਮੋਸਟ ਕੇਸਿਸ, ਮੰਨ ਲਓ ਉਹ ਆਪਣੇ ਪੇਰੈਂਟਸ ਨੂੰ ਹਮੇਸ਼ਾ ਨਾਲ ਲੈ ਕੇ ਆਉਂਦੀਆਂ ਜ਼ਿਆਦਾਤਰ, ਹੈ ਨਾ। ਚਾਹੇ ਦੀ ਗਾਂ ਉਹਨਾਂ ਦੇ ਪੋਤੇ ਦੋਤੇ ਹੋ ਗਏ ਆ, ਉਹ ਜਿਹੜਾ ਬਜ਼ੁਰਗ ਆ ਘਰ ਦਾ ਉਹ ਨਾਲ ਆਉਂਦਾ ਹੀ ਆਉਂਦਾ। ਐਂਡ ਦਿਸ ਇਜ਼ ਲਾਈਕ ਔਨ ਟੌਪ ਆਫ ਦ ਲਾਈਨ ਕਿ ਉਹਦੇ ਬਜ਼ੁਰਗ ਨਹੀਂ ਉਹ ਜਿਹੜਾ ਉਹ ਲੈਣਾ ਡਿਸੀਜ਼ਨ, ਹੀ ਇਜ਼ ਦ ਡਿਸੀਜ਼ਨ ਮੇਕਰ। ਹਾਊਐਵਰ ਉਹ ਜੇ ਉਹਨੂੰ ਤੁਸੀਂ ਕਰ ਲਿਆ ਨਾ ਇੰਪ੍ਰੈਸ, ਲੈਟਸ ਸੇ ਕਿ ਮੇਰੇ ਕੋਲ ਫੈਮਿਲੀ ਆਈ ਆ, 2 ਬੱਚੇ ਆ, ਉਹਦਾ ਗਾਂ ਫਾਦਰ ਦਾ, ਉਹਦੀ ਵਾਈਫ ਆ, ਉਹਦੇ ਗਾਂ ਫਾਦਰ ਆ। ਹੁਣ ਉਹ ਮੈਨੂੰ ਪਤਾ ਹੈ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਡਿਸੀਜ਼ਨ ਮੇਕਿੰਗ ਜਿਹੜੀ ਹੈ ਨਾ, ਉਹ ਸਾਰਿਆਂ ਦੀ ਕੰਬਾਈਨ ਹੁੰਦੀ ਹੈ। ਦੇ ਡੋਂਟ ਜਸਟ ਮੇਕ ਇੰਡੀਵਿਜੂਅਲ ਡਿਸੀਜ਼ਨ, ਬਹੁਤ ਘੱਟ। ਹੁਣ ਜੇ ਮੈਂ ਪਤਾ ਵੀ ਉਹ ਆਏ ਆ ਫੈਮਿਲੀ, ਮੈਂ ਦੁਆਲੇ ਹੋ ਜਾਣਾ ਉਹਨਾਂ ਦੇ, ਠੀਕ ਹੈ ਨਾ। ਸੋ ਇਟਸ ਲਾਈਕ ਯੂ ਨੀਡ ਟੂ ਵਿਨ ਦਾ ਟਰਸਟ ਐਸ ਵੈਲ। ਬਾਡੀ ਲੈਂਗੁਏਜ ਨੂੰ ਵੀ ਓਬਜ਼ਰਵ ਕਰਨਾ ਜ਼ਰੂਰੀ ਹੈ, ਇਕੱਲਾ ਇੱਦਾਂ ਹੀ ਨਹੀਂ ਹੈ। ਤੇ ਬਾਕੀ ਸੇਲਸ ਦੇ ਵਿੱਚ ਬਾਕੀ ਤਾਂ ਵੀਰ ਜੀ ਮੇਨ ਤਾਂ ਇਹ ਹੈ ਵੀ ਤੁਸੀਂ ਆਪਣੇ ਕਲਾਇੰਟ ਦੇ ਨਾਲ ਓਨੈਸਟ ਰਹੋ। ਜੇ ਤੁਸੀਂ ਲੌਂਗ ਰਨ ਦੇ ਘੋੜੇ ਬਣਨਾ ਨਾ, ਇਹ ਭੀੜ ਦੇ ਵਿੱਚ ਖੜੇ ਹੋ, ਕਿਵੇਂ ਸਟੈਂਡ ਆਊਟ ਕਰੋਗੇ, ਰਾਈਟ? ਇੱਕ ਹਾਸਲ ਕਰੋ, ਆਪਣੇ ਆਪ ਨੂੰ ਲੋਕਾਂ ਦੇ ਅੱਗੇ ਪ੍ਰੈਜ਼ੈਂਟ ਕਰੋ, ਡੂ ਸਮਥਿੰਗ ਦੈਟ ਅਦਰ ਪੀਪਲ ਆਰ ਨੋਟ ਡੂਇੰਗ। ਯੂ ਹੈਵ ਟੂ ਗੋ ਆਊਟ ਆਫ ਯੂਰ ਓਨ ਕੰਫਰਟ ਜ਼ੋਨ, ਹੈ ਨਾ। ਹੁਣ ਜੇ ਮੈਂ ਇਕੱਲੀ MLS ਤੇ ਲਿਸਟਿੰਗ ਲਾ ਕੇ ਬਹਿ ਜਾਣਾ, MLS ਤੇ ਚਲੋ ਜਿਹੜੀ ਵਿਕਣੀ ਹੈ, but 90% the MLS will do the job, but the additional 10% how many people are doing it? ਕਿੰਨੇ ਕੁ ਲੋਕ ਜਿਹੜੇ ਕਰੀ ਜਾਂਦੇ ਆ ਮਾਰਕੀਟਿੰਗ ਦੇ ਵਿੱਚ, ਕਿੰਨੇ ਕੁ ਲੋਕ ਪੈਸਾ ਲਾਉਂਦੇ ਆ। ਜੇ ਮੈਂ ਹੁਣ ਤੁਹਾਨੂੰ ਪਰਸੋਂ ਦੀ ਇੱਕ ਗੱਲ ਦੱਸਾਂ, ਮੇਰੇ ਕੋਲੋਂ ਇੱਕ ਕਲਾਇੰਟ ਨੇ ਫੋਨ ਕੀਤਾ, ਆਲਰੇਡੀ ਉਹ ਲਿਸਟਿੰਗ ਕਿਸੇ ਕੋਲੋਂ ਹੈਗੀ ਆ, ਕਿਸੇ ਦੂਸਰੇ ਏਜੰਟ ਕੋਲ। ਅੱਛਾ, ਫਿਲੀਪੀਨੋ ਕਪਲ ਆ ਤੇ ਬਹੁਤ ਸਟ੍ਰੈਸ ਦੇ ਥਰੂ ਜਾ ਰਿਹਾ। ਜੇ ਉਹਨਾਂ ਨੇ ਘਰ
ਬਾਈ ਨੈਕਸਟ ਮੰਥ, ਐਂਡ ਆਫ ਨੈਕਸਟ ਮੰਥ ਜੇ ਸੈਲ ਨਾ ਕੀਤਾ ਤਾਂ ਪ੍ਰਾਈਵੇਟ ਲੈਂਡਰ ਆ ਉਹਨੇ ਚੱਕ ਲੈਣਾ। ਉਹ ਦੇ ਆਰ ਨਾਟ ਹੈਪੀ ਵਿਦ ਦ ਰੀਅਲਟਰ। ਰੀਅਲਟਰ ਜਿਹੜਾ ਆ ਉਹਨੂੰ ਡਿਮਾਂਡ ਕਰੀ ਜਾਂਦਾ ਵੀ ਮੈਨੂੰ ਮਹੀਨਾ ਹੋ ਗਿਆ ਲੱਗੇ ਨੂੰ ਤੇ ਮੇਰੀ ਤੁਸੀਂ ਕਮਿਸ਼ਨ ਵਧਾਓ। ਆਲਰੇਡੀ 2% ਤੇ ਲਿਸਟਿੰਗ ਕੀਤੀ ਹੋਈ, ਮੈਨੂੰ 2.5 ਦਿਓ ਲਿਸਟਿੰਗ ਵਾਲੇ ਪਾਸੇ। ਉਹ ਇੰਨੇ ਜ਼ਿਆਦਾ ਪਰੇਸ਼ਾਨ ਆ, ਮੈਨੂੰ ਆ ਹੁਣ ਵੀ 2 ਘੰਟੇ ਪਹਿਲਾਂ ਦਾ ਮੈਸੇਜ ਆ ਕੇ ਹਟਿਆ ਕਿ ਉਹ ਰੀਅਲਟਰ ਹਾਰਡ ਟਾਈਮ ਦੇਈ ਜਾਂਦੀ ਉਹਨਾਂ ਨੂੰ। ਮੀਨਸ ਇਹ ਸਿਚੁਏਸ਼ਨ ਇੱਦਾਂ ਦੀਆਂ ਰਾਈਜ਼ ਹੋ ਜਾਂਦੀਆਂ ਸਮ ਟਾਈਮ ਬੰਦੇ ਨੂੰ ਵੀ ਕਹਿੰਦਾ ਯਾਰ ਇੱਕ ਨਾਟ ਹਰੇਕ ਬੰਦੇ ਦੀ ਜਿਵੇਂ ਕਹਿ ਲਓ ਵੀ ਇੱਕ ਇਮੋਸ਼ਨਲ ਟੱਚ ਜਿਹੜਾ ਹੈ ਨਾ ਆਲਵੇਜ਼ ਇਨਸਾਨ ਜਿਉਂਦਾ ਰੱਖੋ, ਕਿਉਂਕਿ ਯੂ ਨੈਵਰ ਜੀ ਜਿਵੇਂ ਤੁਸੀਂ ਹੁਣ ਐਗਜ਼ਾਮਪਲ ਦਿੱਤੀ ਆ ਇਹ ਜੀ ਸਿਚੁਏਸ਼ਨ 'ਚ ਜਿਹੜਾ ਬੰਦਾ ਫਸਿਆ ਉਹਨੂੰ ਕੀ ਕਰਨਾ ਚਾਹੀਦਾ? ਬਾਈ ਉਹੀ ਤਾਂ ਗੱਲ ਹੁਣ ਮੈਂ ਤਾਂ ਆਪਣੇ ਵੱਲੋਂ ਜਿੰਨੀ ਕੁ ਇਹਨਾਂ ਨੂੰ ਸੁਜੈਸ਼ਨ ਦੇ ਸਕਦਾ ਸਾਰਾ ਗਾਈਡ ਕੀਤਾ ਆ, ਬਟ ਇੰਟੀਮੀਡੇਟ ਕਰਨਾ ਉਹ ਚੀਜ਼ ਗਲਤ ਹੈ। ਪਹਿਲੀ ਗੱਲ ਤਾਂ ਪ੍ਰੋਫੈਸ਼ਨਲ ਨਹੀਂ। ਹੁਣ ਜੇ ਮੇਰੇ ਨਾਲ ਕਿਸੇ ਬੰਦੇ ਨੇ ਘਰ ਲਾਇਆ, ਜੇ ਉਹ ਮੈਨੂੰ ਮਹੀਨੇ ਬਾਅਦ ਕਹਿੰਦਾ ਪ੍ਰਵੀਨ ਯਾਰ ਲਾ ਦੇ, ਮੈਂ ਕਿਸੇ ਹੋਰ ਨਾਲ ਲਾਉਣਾ, ਬਜਾਏ ਐਸ ਦੇ ਕਿ ਮੈਂ ਉਹਨੂੰ ਇਹ ਕਹਾਂ ਮੈਂ ਤੇਰੀ ਕੰਪਲੇਂਟ ਕਰੂੰਗਾ। ਸੋ ਦ ਰੀਅਲਟਰ ਇਜ਼ ਐਕਚੁਅਲੀ ਥ੍ਰੈਟਨਿੰਗ ਦ ਕਲਾਇੰਟ ਵੀ ਅਸੀਂ ਤੁਹਾਡੀ ਕੰਪਲੇਂਟ ਕਰਾਂਗੇ, ਮੈਨੂੰ ਮਹੀਨਾ ਹੋ ਗਿਆ ਇਹਦੇ ਤੇ ਕੰਮ ਕਰਦੇ ਨੂੰ। ਤੇ ਉਹਨੇ ਫੋਟੋਆਂ ਤੱਕ ਵੀ ਮੋਬਾਈਲ ਤੋਂ ਖਿੱਚੀਆਂ। ਯਾਰ ਇੰਨਾ ਸੋਹਣਾ ਇਹ ਪ੍ਰੋਫੈਸ਼ਨ ਹੈ ਨਾ ਯਾਰ। ਇਟਸ ਐਫਰਟ ਨਹੀਂ ਲਾਉਂਦੇ। ਦੇਖੀਏ ਨਾ ਕਿ ਲਿਸਟਿੰਗਸ ਇੰਨੀ ਯਾਰ ਡਾਰਕ ਡਲ ਜੀਆਂ ਫੋਟੋਆਂ ਨੇ। ਕੁਝ ਹਾਇਰ ਸਮਬਡੀ ਪ੍ਰੋਫੈਸ਼ਨਲ ਯਾਰ ਕਿ $200 ਲੱਗਦਾ, ਤੁਸੀਂ $15,000 $20,000 ਦਾ ਕਮਿਸ਼ਨ ਲੈਣਾ। ਇੱਕ ਮੂਵੀ ਬਣਾਉਣ ਲੱਗੇ ਜਾਨ ਨਿਕਲ ਜਾਂਦੀ ਲੋਕਾਂ ਦੀ। ਉਹ ਤਾਂ 700-800 ਲੱਗਦਾ। ਅੱਛਾ ਡੈਡੀ ਹੁਣ ਮੇਰੀ ਇਹਨਾਂ ਨੇ ਮੈਨੂੰ ਕਿਹਾ ਨਾ, ਕਹਿੰਦੇ ਤੁਸੀਂ ਉਹਨੇ ਮੂਵੀ ਦੇਖ ਕੇ ਮੈਨੂੰ ਜਿਹੜੀ ਆ ਵੀਡੀਓ ਦੇਖ ਕੇ ਫੋਨ ਕੀਤਾ ਹੈ ਨਾ। ਉਹਦੀ ਡਾਟਰ ਜਿਹੜੀ ਮੈਨੂੰ ਫੋਲੋ ਕਰਦੀ ਆ, ਉਹ ਕਹਿੰਦੀ ਵੀ ਤੁਸੀਂ ਇੰਨੀਆਂ ਬਣਾਉਂਦੇ ਪਏ ਹੋ ਵੀਡੀਓਜ਼ ਡਿਫਰੈਂਟ ਲੈਂਗੁਏਜਸ ਦੇ ਵਿੱਚ, ਤੇ ਵੀ ਸਾਡੇ ਰੀਅਲਟਰ ਏਜੰਟ ਨੇ ਨਹੀਂ ਬਣਾਈ ਇਹ, ਕੋਈ ਵੀ ਘਰ ਦੀ ਪ੍ਰੈਜੈਂਟੇਸ਼ਨ ਨਹੀਂ ਕੀਤੀ, ਕੁਝ ਨਹੀਂ ਕੀਤਾ। ਸੋ ਦੇਖੋ ਅਗੇਨ ਗੱਲ ਉੱਥੇ ਮੋਸਟ ਪੀਪਲ ਆਰ ਨੋਟ ਡੂਇੰਗ ਇਟ, ਬਟ ਐਵਰੀਥਿੰਗ ਇਜ਼ ਚੇਂਜਿੰਗ ਨਾਓ। ਹਰ ਇੱਕ ਕੁਝ ਬਦਲ ਰਿਹਾ। ਪਹਿਲਾਂ ਅਖਬਾਰ ਪੜ੍ਹਦੇ ਸੀ ਲੋਕ, ਹੁਣ ਕੌਣ ਪੜ੍ਹਦਾ? ਉਹ ਤਾਂ ਹੈ। ਪਹਿਲਾਂ ਸਾਰੇ ਲੋਕੀ ਬੈਠੇ ਟੀਵੀ ਦੇਖਦੇ ਸੀ, ਹੁਣ ਕੌਣ ਦੇਖਦਾ ਬਾਈ? ਹੁਣ ਤਾਂ ਬੈਠੇ ਸਾਰਾ ਕੁਝ ਟਿਕਟੌਕ ਤੇ ਬੈਠਾ ਹੈ ਤੇ ਮਾਰੋ ਸਵਾਈਪ ਚੱਕ ਵੀ ਸਾਰੇ ਉੱਥੇ ਹੀ ਨੇ। ਸਾਰੀ ਨਿਊਜ਼ ਉੱਥੋਂ ਮਿਲ ਜਾਂਦੀ ਹੈ, ਸਾਰੀ ਡਿਟੇਲ ਸਾਨੂੰ ਉੱਥੋਂ ਮਿਲ ਜਾਂਦੀ ਹੈ। ਰਾਈਟ। ਹੁਣ ਇਸ ਸਿਚੁਏਸ਼ਨ ਦੇ ਵਿੱਚ ਵੀਰ ਜੀ ਇਹੀ ਹੈ ਵੀ ਉਹਨਾਂ ਨੂੰ ਥੋੜ੍ਹਾ ਜਿਹਾ ਇੰਟੀਮੀਡੇਟ ਨਹੀਂ ਹੋਣਾ ਚਾਹੀਦਾ ਤੇ ਨਾਲ ਦੀ ਨਾਲ ਅੱਗੋਂ ਕਹਿਣਾ ਚਾਹੀਦਾ ਵੀ ਤੁਸੀਂ ਪ੍ਰੋਪਰ ਸਰਵਿਸਿਜ਼ ਨਹੀਂ ਦੇ ਰਹੇ। ਦੂਸਰਾ ਥ੍ਰੈਟ ਕਰਨਾ, ਉਹ ਬੈਕ ਆਫ ਕਰ ਸਕਦੇ ਆ। ਕੋਈ ਇਦਾਂ ਦਾ ਨਹੀਂ ਹੁੰਦਾ 6 ਮਹੀਨੇ ਦਾ ਕੰਟਰੈਕਟ। ਨਹੀਂ, ਕੰਟਰੈਕਟ ਜਿਹੜਾ ਹੈਗਾ ਉਹਦੇ ਵਿੱਚ ਇਹ ਹੁੰਦੀ ਹੈ ਵੀ ਜਿਹੜਾ ਹੋਲਡ ਓਵਰ ਪੀਰੀਅਡ ਹੁੰਦਾ 60 ਡੇਜ਼ ਜਾਂ 90 ਡੇਜ਼ ਦਾ। ਜੇ ਹੁਣ ਮੰਨ ਲਓ ਤੁਸੀਂ ਰੀਅਲ ਏਸਟੇਟ ਏਜੰਟ ਦੀ ਸਰਵਿਸਿਜ਼ ਤੋਂ ਖੁਸ਼ ਨਹੀਂ ਹੈਗੇ ਜਾਂ ਉਹ ਤੁਹਾਨੂੰ ਪ੍ਰੋਪਰ ਕਮਿਊਨੀਕੇਟ ਨਹੀਂ ਕਰ ਰਿਹਾ, ਮੀਨਸ ਦੈਟਸ ਰੋਂਗ। ਤੁਸੀਂ ਉਹਦੇ ਨਾਲ ਸਾਈਨ ਕੀਤਾ ਹੈ, ਜੇ ਤੁਸੀਂ ਉਹਨੂੰ ਫੋਨ ਮਾਰ ਦਿਓ, ਜੇ ਅੱਗੋਂ ਫੋਨ ਤੇ ਜਵਾਬ ਨਹੀਂ ਆਉਂਦਾ, ਰਾਈਟ, ਜੇ ਉਹ 2-2 ਦਿਨ ਫੋਲੋ ਬੈਕ ਨਹੀਂ ਕਰਦਾ, ਦੈਟਸ ਰੋਂਗ। ਯੂ ਵਾਂਟ ਟੂ ਨੋ ਕਿ ਮਾਰਕੀਟ 'ਚ ਕੀ ਚੱਲ ਰਿਹਾ। ਫਿਰ ਰੀਅਲ ਏਸਟੇਟ ਏਜੰਟ ਨੂੰ ਤੁਹਾਡੇ ਨਾਲ ਟਾਈਮ ਟੂ ਟਾਈਮ ਡਿਸਕਸ ਕਰਨਾ ਚਾਹੀਦਾ ਵੀ ਜੇ ਤੁਸੀਂ ਆਲਰੇਡੀ ਸਟ੍ਰੈਸ ਦੇ ਥਰੂ ਜਾ ਰਹੇ ਹੋ ਤੇ ਪਤਾ ਹੈ ਵੀ ਆਲਰੇਡੀ ਇਹ ਘਰ ਜੇ ਨਾ ਸੈੱਲ ਹੋਇਆ ਤਾਂ ਮੈਨੂੰ ਇਹ ਪ੍ਰਾਈਵੇਟ ਲੈਂਡਰ ਨੂੰ ਦੇਣਾ ਪੈਣਾ, ਸਟ੍ਰੈਟਜੀਜ਼ ਕੀ ਹੈ ਵੀ ਉਹੀ ਨਾ ਥੋੜਾ ਅਗਲੇ ਦੀ ਐਕਸਟਰਾ ਐਫਰਟ ਕਰ ਰਹੇ ਹੋ। ਹੁਣ ਉਹ ਕਹਿੰਦੇ ਵੀ ਤੁਸੀਂ ਮੂਵੀ ਬਣਾਓ, ਕਹਿੰਦੇ ਵੀ ਤੁਸੀਂ ਮਾੜਾ ਜਿਹਾ ਆਹ ਕਰੋ, ਕੋਈ ਪ੍ਰੋਫੈਸ਼ਨਲ ਫੋਟੋ ਖਿਚਾਓ, ਮਾਰਕੀਟਿੰਗ ਕਰੋ, ਉਹਦੀ ਕੁਝ ਹੋਰ ਹੈ। ਸੋ ਉਹ ਜੇ ਉਹ ਕੁਝ ਵੀ ਨਹੀਂ ਐਫਰਟ ਕਰਦੇ, ਦੇ ਆਰ ਸਟਕ, ਸੋ ਦੇ ਆਰ ਐਕਸਪਲੋਰਿੰਗ ਦ ਅਦਰ ਆਪਸ਼ਨਸ, ਹੈ ਨਾ। ਥੋੜਾ ਯਾਰ ਐਜ਼ ਅ ਹਿਊਮਨ ਵੀ ਸੋਚਣਾ ਚਾਹੀਦਾ ਨਾ, ਹਨਾ। ਮਤਲਬ ਕਈ ਲੋਕ ਤਾਂ ਮਤਲਬ ਬਿਜ਼ਨਸ ਨੂੰ ਏਦਾਂ ਲੈ ਲੈਂਦੇ ਨੇ ਲਾਈਕ ਪੈਸੇ ਪਿੱਛੇ ਦੌੜਦੇ ਆ, ਲਕੀਰ ਖਿੱਚ ਲਈ ਅਸੀਂ ਤਾਂ। ਮੈਂ ਕਹਿੰਦਾ ਇਹ ਇੰਨੀ ਜ਼ਿਆਦਾ ਹੈ ਨਾ ਇਸ ਚੀਜ਼ ਦੇ ਵਿੱਚ, ਐਸੇ ਕਰਕੇ ਮੇਰੇ ਆਪਣੇ ਲੋਕਾਂ ਨੂੰ ਇੱਥੇ ਰੀਅਲ ਏਸਟੇਟ ਏਜੰਟ ਇੰਨਾ ਹੇਟ ਕਰਦੇ ਆ ਨਾ। ਲਾਈਕ ਮੈਂ ਜਦੋਂ ਲਾਈਵ ਜਾਣਾ ਟਿਕਟੌਕ ਤੇ, ਜਦੋਂ ਲੋਕਾਂ ਨਾਲ ਗੱਲ ਕਰਦਾ, ਮੈਂ ਹਮੇਸ਼ਾ ਆਪਦੇ ਵੱਲੋਂ ਜ਼ੋਰ ਲਾਉਣਾ, ਪਰ ਲੋਕੀ ਆ ਕੇ ਗਾਲਾਂ ਵੀ ਕੱਢਦਾ ਯਾਰ। ਉਹ ਤਾਂ ਹੈ, ਕਿਉਂਕਿ ਉਹਨਾਂ ਦੇ ਅੰਦਰ ਹੇਟ ਵੜ ਚੁੱਕਿਆ, ਉਹਨੂੰ ਕੱਢਣਾ ਬਹੁਤ ਔਖਾ। ਜਿਹੜੇ ਚੰਗੇ ਰੀਅਲ ਏਸਟੇਟ ਏਜੰਟ ਆ ਉਹ ਜਾਂ ਤਾਂ ਬੋਲਦੇ ਹੀ ਨਹੀਂ, ਤੇ ਜੇ ਬੋਲਦੇ ਵੀ ਹੈ ਤਾਂ ਬਹੁਤ ਘੱਟ ਨੇ ਜਿਹੜੇ ਕੈਮਰੇ ਦੇ ਉੱਤੇ ਆ ਕੇ ਲੋਕਾਂ ਨੂੰ ਫੇਸ ਕਰਦੇ ਪਏ ਆ, ਨਹੀਂ ਤਾਂ ਸਾਰੇ ਬੈਠੇ ਆ। ਹਰੇਕ ਇੰਡਸਟਰੀ 'ਚ ਹੀ ਹੁੰਦੇ ਆ ਚੰਗੇ ਮਾੜੇ, ਹਰੇਕ ਇੰਡਸਟਰੀ ਦੇ, ਪਰ ਆਪਾਂ ਸਾਰੀ ਇੰਡਸਟਰੀ ਨੂੰ ਨਹੀਂ ਏਦਾਂ ਕਹਿ ਸਕਦੇ। ਨਹੀਂ, ਸਾਰੀ ਇੰਡਸਟਰੀ ਨੂੰ ਨਹੀਂ ਏਦਾਂ ਚੰਗੇ ਵੀ ਹੈਗੇ, ਹੈਲਪ ਕਰਨ ਵਾਲੇ ਵੀ ਆ, ਬਹੁਤ ਨੇ ਬਾਈ। ਮੈਂ ਰੀਸੈਂਟਲੀ 2 ਡੀਲਾਂ ਕੀਤੀਆਂ, ਮੈਂ ਨਾਮ ਵੀ ਜ਼ਰੂਰ ਲਾਉਂਗਾ, ਮੈਨੂੰ ਆਈ ਡੋਂਟ ਕੇਅਰ। ਮੁੰਡਾ ਹਮਦੀ ਆਵਾਸ, ਮੇਰਾ ਫਰੈਂਡ ਨਹੀਂ ਗਾ ਉਹ, ਕੋਈ ਮੇਰਾ ਉਹਦੇ ਨਾਲ ਉਹਦਾ ਕੋਈ ਰਿਲੇਸ਼ਨ ਨਹੀਂ ਹੈ, ਮੇਰੀ ਬ੍ਰੋਕਰੇਜ ਨਹੀਂ ਹੈ, ਉਹ ਬੰਦਾ ਟੋਰਾਂਟੋ ਦਾ। ਯਾਰ ਉਹ ਬੰਦੇ ਨੇ ਨੈਗੋਸ਼ੀਏਟ ਕੀਤਾ, ਆਈ ਵਾਜ਼ ਲਾਈਕ ਯਾਰ ਸਵਾਦ ਆ ਗਿਆ। ਉਹ ਬੰਦੇ ਨੇ ਮਤਲਬ ਕਿ $200 ਤੱਕ ਵੀ ਲੇਲੜੀਆਂ ਕੱਢਣ ਵਾਲੀਆਂ ਯਾਰ। ਇਹ ਪਤਾ ਕਿ ਇਹ ਆਪਦੇ ਕਲਾਇੰਟ ਦੇ ਬੈਸਟ ਇੰਟਰਸਟ ਦੇ ਵਿੱਚ ਜਿਹੜਾ ਬੰਦਾ ਹੈ ਨਾ, ਉਹ ਦੂਸਰੇ ਦੀਆਂ ਮਿੰਨਤਾਂ ਤਰਲੇ ਤੱਕ ਵੀ ਕੱਢਣ ਨੂੰ ਜਾਂਦਾ ਵੀ ਯਾਰ ਜਿੱਥੋਂ ਬਚਦਾ ਨਾ ਬਚਾ ਦਿਓ। ਉਹ ਬੰਦੇ ਦਾ ਮੈਨੂੰ ਫੋਨ ਮੈਂ ਉਹਨੂੰ 2 ਵਾਰੀ ਇਗਨੋਰ ਕੀਤਾ ਉਲਟਾ, ਵੀ ਯਾਰ ਤੂੰ 500-700 ਦੇ ਪਿੱਛੇ ਮੈਨੂੰ ਗ੍ਰਾਈਂਡ ਕਰੀ ਜਾਂਦਾ। ਉਹ ਰੀਅਲਟਰ ਆ, ਉਹ ਵੀ ਰੀਅਲਟਰ ਆ। ਉਹਨੇ ਬਾਹਰ ਨੂੰ ਰਿਪਰੈਜ਼ੈਂਟ ਕੀਤਾ, ਮੇਰੀ ਲਿਸਟਿੰਗ ਸੀਗੀ, ਪਰ ਉਹਨੇ ਨੈਗੋਸ਼ੀਏਸ਼ਨ ਜਿਹੜੀ ਕੀਤੀ ਨਾ,
2 ਦਿਨ ਤੱਕ ਉਹ ਬੰਦੇ ਨੇ ਜਾਨ ਲੈ ਲਈ ਯਾਰ, ਪਰ ਸਵਾਦ ਆ ਗਿਆ। ਮੀਨਸ ਮੈਂ ਉਹਦੀ ਅੱਜ ਪ੍ਰੇਜ਼ ਕਰੀ ਨਾ, ਜਿਵੇਂ ਕਹਿੰਦੇ ਬੰਦੇ ਦੀ ਪਿੱਠ ਬੋਲੇ। ਉਹ ਨਾ ਮੇਰਾ ਫਰੈਂਡ ਆ, ਨਾ ਮੇਰੇ ਨਾਲ ਉਹਦਾ ਕੋਈ ਯਾਰੀ ਦੋਸਤ, ਕੋਈ ਰਿਲੇਸ਼ਨ ਹੀ ਨਹੀਂ ਯਾਰ, ਪਰ ਉਹ ਬੰਦੇ ਨੇ ਡੀਲ ਕੀਤਾ ਯਾਰ, ਸਵਾਦ ਆ ਗਿਆ। ਚੰਗੇ ਵੀ ਬਹੁਤ ਆ ਬਾਈ, ਬਹੁਤ ਨੇ ਜਿਹੜੇ ਆਦੇ ਕਲਾਇੰਟ ਬਾਰੇ ਸੋਚਦੇ ਆ। Like this is how you do business, right? ਉਹ ਆਪਦੇ ਕਲਾਇੰਟ ਦੇ ਬੈਸਟ ਇੰਟਰਸਟ ਬਾਰੇ ਹੀ ਸੋਚੋ, ਭਾਵੇਂ ਜੋ ਮਰਜ਼ੀ। that was the whole purpose of realtor, whole purpose of the realtor। ਵੀ ਤੁਹਾਨੂੰ ਪਹਿਲਾਂ ਆਪਣੇ ਕਲਾਇੰਟ ਨੂੰ ਅੱਗੇ ਰੱਖਣਾ ਪੈਣਾ, ਵੀ ਆਹ ਨਹੀਂ ਕਿ ਦੂਜੇ ਨਾਲ ਗਾਟੀ ਪਾ ਕੇ ਵੀ ਇੱਧਰ ਨੁਕਸਾਨ ਕਰਾ ਦਿਓ ਜਾਂ ਉੱਧਰ ਫਾਇਦਾ ਕਰਾ ਦਿਓ, ਜੋ ਵੀ। ਪਰ ਭਾਜੀ ਅਸੀਂ ਸੁਣਿਆ ਕਿ ਫਰਾਡਸ ਵੀ ਬਹੁਤ ਹੁੰਦੇ ਨੇ, ਲਾਈਕ ਯੂ ਨੋ ਹਰ ਇੱਕ ਹੁਣੇ ਜਿੱਦਾਂ ਬਰੈਂਪਟਨ 'ਚ ਵੀ ਹੋਇਆ ਉਹ ਬਿਲਡਰ ਵਾਲਾ ਫਰਾਡ, ਜਿਹੜਾ ਇੱਕ ਕਿੰਨੇ ਲੋਕੀ ਸਟਕ ਨੇ, ਕਿ ਉਹ ਕਿਹੜਾ ਚੱਕਰ ਸੀਗਾ? ਨਹੀਂ ਉਹ ਫਰਾਡ ਨਹੀਂਗਾ, ਲੋਕਾਂ ਨੇ ਉਹ ਫਰਾਡ ਨਹੀਂਗਾ, ਜਿਹੜਾ ਪ੍ਰੋਟੈਸਟ ਹੋਇਆ ਬੇਸਿਕਲੀ ਉਹਨਾਂ ਨੇ ਯਾਰ ਮਾੜੇ ਟਾਈਮ ਤੇ ਉਹ ਡੀਲਾਂ ਚੱਕੀਆਂ ਨੇ। ਬਹੁਤਿਆਂ ਲੋਕਾਂ ਨੇ ਜਿਨ੍ਹਾਂ ਨੇ ਚੱਕੀਆਂ ਨੇ ਉਹਨਾਂ ਨੇ ਇਹੀ ਸੋਚ ਕੇ ਚੱਕੀਆਂ ਸੀ ਵੀ ਅਸਾਈਨਮੈਂਟ ਤੇ ਵੇਚਾਂਗੇ। ਹੁਣ ਮੈਂ ਤੁਹਾਨੂੰ ਅਸਾਈਨਮੈਂਟ ਦੀ ਤੁਹਾਨੂੰ ਮੈਂ ਇਸ ਚੀਜ਼ ਬਾਰੇ ਕਲੀਅਰ ਕੱਟ ਜੀ ਗੱਲ ਦੱਸ ਦਿੰਦਾ, ਤੁਹਾਨੂੰ ਸਮਝ ਆਈ ਨਹੀਂ ਬੜੀ ਛੇਤੀ। ਜਿਵੇਂ ਕਹਿੰਦੇ ਨੇ ਕੋਕੇਨ ਇੱਕ ਨਸ਼ਾ ਆ, ਹੈ ਨਾ। ਹੁਣ ਜਿਹੜੇ ਬੰਦੇ ਨੇ ਉਹਦੀ ਇੱਕ ਵਾਰੀ ਸਨਿਫ ਕਰ ਲਈ, ਉਹ ਤੋੜ ਲੱਗਣੀ ਆ, ਉਹਨੇ ਬਾਰ-ਬਾਰ ਕਰਨੀ ਹੈ ਨਾ। ਜਿਹੜੀ ਅਸਾਈਨਮੈਂਟ ਸੇਲਾਂ ਆਈਆਂ ਸੀ ਨਾ ਆਪਣੇ ਹੋਂਦ ਦੇ ਵਿੱਚ, ਕਹਿ ਲਓ ਜਦੋਂ ਆਹ ਸ਼ੁਰੂ ਹੋਇਆ ਸਾਰੀ ਮੈਸ, ਜਦੋਂ ਤੁਸੀਂ ਇਹਨੂੰ ਗ੍ਰਾਫ ਨੂੰ ਦੇਖੋਗੇ ਨਾ, ਸਭ ਤੋਂ ਜ਼ਿਆਦਾ ਰੀਅਲ ਸਟੇਟ ਉੱਤੇ ਜਾਣੀ ਉਦੋਂ ਸ਼ੁਰੂ ਹੋਈ ਹੈ ਜਦੋਂ ਅਸਾਈਨਮੈਂਟਾਂ 'ਚ ਪ੍ਰੋਫਿਟ ਆਉਣਾ ਸ਼ੁਰੂ ਹੋਇਆ। ਉਦੋਂ ਪਹਿਲਾਂ ਰੀਅਲ ਸਟੇਟ ਉੱਤੇ ਜਾਂਦੀ ਸੀ ਨੋਰਮਲ ਪੇਸ 8%, 7%, 6%, ਪਰ ਜਦੋਂ ਅਸਾਈਨਮੈਂਟ ਸੇਲਸ ਵਿਕਣੀਆਂ ਸ਼ੁਰੂ ਹੋ ਗਈਆਂ, ਮੋਟਾ ਚੰਕ ਆਉਣਾ ਬਾਹਰ ਸ਼ੁਰੂ ਹੋ ਗਿਆ, ਐਵਰੀਬਡੀ ਗॉट ਇਨਟੂ ਇਟ, ਕਿਉਂਕਿ ਈਜ਼ੀ ਮਨੀ ਦਿਖਦੀ ਸੀ, ਈਜ਼ੀ ਮਨੀ ਦਿਖਦੀ ਸੀ। ਅੱਛਾ, ਹੁਣ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦੇਣ ਲੱਗਿਆ। ਮੇਰੇ ਕੋਲੋਂ 2020 'ਚ ਜਦੋਂ ਮੈਂ ਲਾਇਸੈਂਸ ਲਿੱਤਾ ਹੈ ਨਾ, ਸਮਰ ਦੀ ਗੱਲ ਹੋਣੀ ਆ, ਬੰਦਾ ਆਇਆ ਕੋਈ ਬਰੈਂਪਟਨ ਤੋਂ, ਬੰਦਾ ਦਰਜੀ ਆ, ਆਈ ਡੋਂਟ ਵਾਂਟ ਨੇਮ ਐਨੀਬਡੀ। ਸੋ ਉਹ ਟੇਲਰ ਆ ਉੱਥੇ। ਹੁਣ ਉਹ ਬੰਦਾ ਘਰੇ ਕੱਪੜੇ ਸਿਉਂਦਾ ਤੇ ਉਹਨੇ ਕੋਈ ਟਾਊਨ ਹੋਮ ਲੈਣਾ ਸੀਗਾ। ਉਹਨੇ ਕਿਤੇ ਮੇਰੀ ਰੇਡੀਓ ਤੇ ਐਡ ਸੁਣੀ ਹੋਣੀ ਆ। 2-3 ਜਣੇ ਆਏ, 2 ਬੰਦੇ ਕੋਈ ਤਗੜੀਆਂ ਮੱਛੀਆਂ ਸੀਗੀਆਂ, ਉਹਨਾਂ ਕੋਲ ਪੈਸਾ ਸੀਗਾ ਚੰਗਾ, ਪਰ ਆਹ ਜਿਹੜਾ ਵਿੱਚ ਸੀਗਾ ਮੁੰਡਾ ਆਪਦਾ ਡੰਗ ਸਾਰੂ ਕੰਮ ਤੋਰੀ ਫਿਰਦਾ ਸੀ। ਵਧੀਆ ਸੀ ਕੰਮ ਅਗਲੇ ਦਾ, ਜਿੰਨਾ ਘਰ ਪੁੱਜੀ ਜਾਂਦਾ ਸੀ। ਇਹਨਾਂ ਨੇ 3 ਜਣੇ ਰਲ ਕੇ ਮੇਰੇ ਕੋਲ ਟਾਊਨ ਹੋਮ ਲੈ ਲਏ ਇੱਥੇ। 3 ਟਾਊਨ ਹੋਮ, ਰਾਈਟ। ਉਹ 3 ਟਾਊਨ ਹੋਮ ਇਹਨਾਂ ਨੇ ਲਿੱਤੇ ਤੇ ਮੈਨੂੰ ਲੱਗਦਾ 5 ਲੱਖ ਨਹੀਂ, ਸੌਰੀ, ਉਸ ਟਾਈਮ 490 ਦਾ ਸੀ। 490 ਦਾ ਟਾਊਨ ਹੋਮ ਲਿੱਤਾ ਤੇ 4 ਮਹੀਨੇ ਬਾਅਦ ਮਾਰਕੀਟ 'ਚ ਇੱਕੋ ਦਮ ਹੀ ਛਾਲ ਆ ਗਿਆ। ਠੀਕ ਹੈ ਜੀ। ਉਹ ਟਾਊਨ ਹੋਮ ਵਿਕ ਗਿਆ 540 ਦੇ ਨੇੜੇ, 40-50 ਹਜ਼ਾਰ $, ਉਹਨੂੰ ਬਚ ਗਿਆ। ਉਹਦੀ 4-5 ਹਜ਼ਾਰ ਫੀਸ ਸੀਗੀ, ਆਫ ਮਾਰਕੀਟ ਕੱਢਤਾ। ਉਹ ਪਹਿਲਾਂ ਉਹਨੇ ਵੇਚਤਾ ਜਿਹੜਾ ਦਰਜੀ ਸੀਗਾ, ਉੱਥੋਂ ਉਹਨੂੰ ਸਵਾਦ ਪੈ ਗਿਆ। ਉਹਨੇ ਨਾਲ ਦੀ ਨਾਲ ਮੈਨੂੰ ਕਹਿੰਦਾ ਪ੍ਰਵੀਨ ਕੋਈ ਹੋਰ ਲੱਭ ਦੇ। ਮੈਂ ਕਿਹਾ ਭਾਜੀ ਕੋਈ ਚੱਕਰ ਨਹੀਂ, ਪਰ ਮੈਂ ਕਿਹਾ ਸਹਿਜੇ ਚੱਲੋ, ਕੋਈ ਚੱਕਰ ਵਾਲੀ ਗੱਲ, ਮਿਲ ਜੂਗਾ। ਅੱਗੋਂ ਮਿਲਦੀ ਸੀ 1.5 ਸਾਲ ਦੀ ਕਲੋਜ਼ਿੰਗ ਤੇ ਕੋਈ ਟਾਊਨ ਹੋਮ ਮਿਲਦਾ ਸੀਗਾ। ਇੱਥੇ ਮੈਂ ਉਹਦਾ ਟਾਊਨ ਹੋਮ ਬੁੱਕ ਕਰਾਤਾ। ਉਹ ਹੁਣ ਦੀ ਸਟੋਰੀ ਤੁਹਾਨੂੰ ਦੱਸ ਰਿਹਾ। ਉਹਦੀ ਕਲੋਜ਼ਿੰਗ ਸੀਗੀ ਆਪਣੇ ਫੈਬਰਰੀ ਦੇ ਵਿੱਚ, ਜਿਹੜੀ ਹੁਣ ਫਰਵਰੀ ਆਉਣੀ। ਠੀਕ ਹੈ ਜੀ। ਉਹਨੇ ਬੁੱਕ ਕਰਾ ਲਿਆ ਉਹ 5,90,000 ਦਾ। ਅੱਛਾ। ਮੈਂ ਅਸਾਈਨ, ਉਹ ਗੱਲ ਹੈਗੀ ਆ ਇਹ ਸਤੰਬਰ-ਅਕਤੂਬਰ 2021 ਦੀ। ਅੱਛਾ। ਸਤੰਬਰ ਤੋਂ ਬਾਅਦ ਜਨਵਰੀ ਤੱਕ ਘੱਟੋ ਘੱਟ 30% ਦਾ ਛਾਲ ਵੱਜਿਆ ਸੀ। ਇਟ ਵਾਸ ਸਟ੍ਰੇਟ ਲਾਈਨ ਅਪ। ਉਹਨੇ ਵੇਚਿਆ ਨਹੀਂ ਉਦੋਂ? ਨਹੀਂ, ਉਦੋਂ ਉਹਨੇ ਵੇਚਤਾ। ਅੱਛਾ। ਉਸ ਬੰਦੇ ਨੇ ਮੈਂ ਉਹਦਾ ਕੱਢਤਾ 8,75,000 ਦਾ ਉਹਦਾ ਉਹ ਘਰ ਵੇਚਤਾ। 590 ਦਾ ਲਿੱਤਾ ਸੀ। 590 ਦਾ ਲਿੱਤਾ, ਸਤੰਬਰ-ਅਕਤੂਬਰ ਦੀ ਗੱਲ ਆ। ਤੇ ਜਨਵਰੀ ਮਿਡ ਜਾਂ ਫੈਬਰਰੀ ਤੋਂ ਪਹਿਲਾਂ ਦਾ ਐਂਡ ਹੀ ਹੋਣਾ, ਪੂਰੀ ਪੀਕ ਤੇ ਸੀ ਮਾਰਕੀਟ। 875 ਦਾ ਕੱਢਤਾ। ਹੁਣ ਇਹ ਤਾਂ ਹੋ ਗਿਆ ਗੁੱਡ ਪਾਰਟ ਜਿਹੜਾ ਆਪਾਂ ਸੁਣ ਲਿਆ, ਹੈ ਨਾ। ਜਦੋਂ ਉਹ ਸਾਈਨ ਹੋ ਗਏ, ਉਹਨੂੰ ਪਤਾ ਲੱਗ ਗਿਆ ਵੀ ਡੀਲ ਫਰਮ ਹੋ ਗਈ। ਉਹਨੂੰ ਦਿਖਦਾ ਸੀ ਵੀ ਇਹ ਤਾਂ $2.5 ਲੱਖ ਦਾ ਸਿੱਧਾ ਹੀ ਆਇਆ। ਬਹੁਤ ਵੱਡੀ ਰਕਮ ਆ ਵੀਰ। ਇੱਥੇ ਬੰਦੇ ਦੀ ਉਮਰ ਟੱਪ ਜਾਂਦੀ ਹੈ, 2.5 ਨਹੀਂ ਜੁੜਦਾ, ਰਾਈਟ। ਇਹ ਤੁਹਾਨੂੰ ਮੈਂ ਇੱਕ ਬੰਦੇ ਦੀ ਐਗਜ਼ਾਮਪਲ ਦੇ ਰਿਹਾ, ਪਤਾ ਹੀ ਨਹੀਂ ਕਿੰਨੇ ਬੰਦਿਆਂ ਨਾਲ ਇਹ ਚੀਜ਼ ਹੋਈ ਹੋਣੀ ਆ, ਕਿੰਨਿਆਂ ਨੇ ਏਦਾਂ ਪ੍ਰੋਫਿਟ ਚੱਕਿਆ ਹੋਣਾ। ਹੁਣ ਉਹ ਜਿਹੜੇ ਬੰਦੇ ਨੇ ਉਹ ਡੀਲ ਕੱਢ ਕੇ ਇੰਨਾ ਪ੍ਰੋਫਿਟ ਲੈ ਲਿਆ, ਉਹਦਾ ਮੈਨੂੰ ਪਿਛਲੇ 2-3 ਵੀਕ ਪਹਿਲਾਂ ਫੋਨ ਆਇਆ। ਹੀ ਵਾਸ ਲਿਟਰਲੀ ਕਰਾਈਂਗ। ਅੱਛਾ ਜੀ। ਮੈਂ ਕਿਹਾ ਕੀ ਹੋਇਆ ਭਾਜੀ? ਕਹਿੰਦਾ ਪ੍ਰਵੀਨ ਮੈਂ ਗਲਤੀ ਕਰ ਲਈ ਬਾਈ। ਕਹਿੰਦਾ ਬੇਸਡ ਔਨ ਦੈਟ ਸੇਲ ਜਿਹੜੀ ਹਲੇ ਕਲੋਜ਼ ਨਹੀਂ ਹੋਈ, ਉਹਦੇ 'ਚ ਮੈਨੂੰ ਪਤਾ ਹੁਣ ਕਲੋਜ਼ ਹੋਣੀ ਵੀ ਨਹੀਂ ਛੇਤੀ ਕਿਤੇ ਉਹ, ਕਿਉਂਕਿ ਅੱਗੋਂ ਅਪਰੇਜ਼ਲ ਨਹੀਂ ਆਉਣੀ, ਉਹ ਤੁਹਾਨੂੰ VT ਵੀ ਦੇਣੀ ਪੈਣੀ ਹੈ। ਉਹ ਬੰਦੇ ਨੇ ਆਪ ਦਾ ਜਿਹੜਾ ਪਰਸਨਲ ਘਰ ਸੀ ਉਹਦੇ ਤੇ ਮੋਰਗੇਜ ਦੀ ਰੀਫਾਈਨੈਂਸਿੰਗ ਕਰਾ ਕੇ ਵੀ ਜਿੰਨਿਆਂ ਨੂੰ ਇੱਧਰੋਂ ਪ੍ਰੋਫਿਟ ਆਊਗਾ, ਕਿਉਂਕਿ ਪ੍ਰੋਫਿਟ ਤੁਹਾਨੂੰ ਅਸਾਈਨਮੈਂਟ ਸੇਲ ਤੇ ਮੋਸਟ ਲਾਈਕਲੀ ਐਂਡ ਤੇ ਮਿਲਦਾ ਜਦੋਂ ਕਲੋਜ਼ਿੰਗ ਹੋ ਜਾਂਦੀ ਹੈ। ਜਸਟ ਬਿਕੋਜ਼ ਹੀ ਮੇਡ ਦੈਟ ਮਚ ਮਨੀ, ਉਹਨੇ ਕੀ ਕੀਤਾ 4 ਟਾਊਨ ਹੋਮ ਬੁੱਕ ਕਰਾਤੇ 6,70,000 ਦੇ ਹਿਸਾਬ ਨਾਲ
ਲੰਡਨ ਸ਼ਹਿਰ ਦੇ ਨਾਲ ਪੂਰੇ ਕਿਹੜੀ ਸਿਟੀ ਆ ਮੈਂ ਭੁੱਲ ਗਿਆ, ਟਿਲਸਨਬਰਗ ਹੈ ਕਿ ਕਿਹੜੀ ਆ, 4 ਟਾਊਨ ਹੋਮ ਬੁੱਕ ਕਰਾ ਤੇ ਬਲੋਕ ਪੂਰਾ। ਹੌਸਲਾ ਦੇਖੋ ਕਿੱਥੋਂ ਵਧਿਆ ਵੀ ਅੱਗੋਂ 2.5-3 ਲੱਖ ਆਉਣਾ, ਚੱਕ ਕੇ ਉਹਨੇ 4 ਬੁੱਕ ਕਰਾਤੇ। ਸਿੱਧਾ ਹੀ ਮਿਲੀਅਨ ਤੇ ਗੇਮ ਪਾਈ ਹੁਣ। ਹਾਂ ਉਹ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਯਾਰ ਕੋਈ ਨਾ 50-60-70-70 ਡਾਲਰ ਦੇਣਾ, ਉਹਨੇ ਰੀਫਾਈਨੈਂਸ ਕਰਾ ਕੇ ਆਦਾ ਘਰ ਉਹ ਦੇਤਾ। ਇਸ ਟਾਈਮ ਉਹ ਮੇਰੇ ਹਿਸਾਬ ਨਾਲ 5.5 ਦਾ ਵੀ ਨਹੀਂ ਵਿਕਣਾ। ਤੇ ਕਿੰਨਾ ਉਹਦੀ ਰੇਟ ਆ? 6-70 ਦਾ ਬੁੱਕ ਕਰਾਇਆ ਸੀ ਉਹਨੇ। ਅੱਛਾ ਜੀ। ਹਰੇਕ ਦਾ ਜਿਹੜਾ 70-70 ਹਜ਼ਾਰ ਦੇਤਾ ਉਹਨੇ, ਆਦੇ ਘਰ ਤੋਂ ਰੀਫਾਈਨੈਂਸ ਕਰਾ ਕੇ ਪੈਸਾ ਕੱਢ ਕੇ ਡਾਊਨ ਪੇਮੈਂਟ ਦੇਤੀ, 10% ਦੇਣਾ ਸੀ। ਮੈਨੂੰ ਨਹੀਂ ਪਤਾ ਉਹਨੇ ਕਿੱਥੋਂ ਬੁੱਕ ਕਰਾਇਆ, ਅਗਲੇ ਨੇ ਕੋਈ ਕਿਸੇ ਨੂੰ 10 ਪਾਤੀ ਹੋਣੀ ਵੀ ਉੱਥੇ ਬਿਲਡਰ ਦੇਈ ਜਾਂਦਾ। ਖੈਰ ਜਿਹੜੇ ਟਾਈਮ ਉਹਨੇ ਬੁੱਕ ਕਰਾਇਆ ਜਨਵਰੀ-ਫਰਵਰੀ 'ਚ, ਉਦੋਂ ਭਰਾਵਾ 6-70 ਦਾ ਵੀ ਕੁਝ ਨਹੀਂ ਸੀ ਮਿਲਦਾ। ਪਰ ਉਹਨੇ ਗਲਤੀ ਕੀ ਕੀਤੀ, ਉਹਨੇ ਆਦੀ ਚਾਦਰ ਤੋਂ ਵੱਧ ਪੈਰ ਪਸਾਰੇ, ਲਾਲਚ ਮਾਰ ਗਿਆ। ਇੱਕ ਕਰਾਉਂਦਾ ਤਾਂ ਝੱਲ ਲੈਂਦਾ, ਕਲੋਜ਼ ਕਰਾ ਕੇ ਰੱਖ ਵੀ ਲੈਂਦਾ, ਕਲੋਜ਼ਿੰਗ ਵੀ ਕਰਾ ਲੈਂਦਾ। ਹੁਣ 4 ਕਲੋਜ਼ ਕਿਵੇਂ ਕਰਾਵੇ ਯਾਰ, ਇੰਨਾ ਤਾਂ ਚੱਲਿਆ ਨਹੀਂ ਜਾਣਾ। ਹੁਣ ਇਹ ਚੀਜ਼ ਇਕੱਲੇ ਇੱਕ ਬੰਦੇ ਨਾਲ ਨਹੀਂ ਹੋਈ, ਮੈਨੂੰ ਲੱਗਦਾ ਬਹੁਤੇ ਬੰਦੇ ਐਸੇ ਚੀਜ਼ ਦੇ ਵਿੱਚ ਟਰੈਪ ਹੋਏ ਆ, ਜਿਨ੍ਹਾਂ ਨੇ ਇੱਕ ਵੇਚ ਕੇ ਪੈਸਾ ਕੱਢਿਆ 2-2.5 ਲੱਖ, ਉਹ ਉਹਨਾਂ ਨੇ ਕੋਕੇਨ ਦੀਆਂ ਲਾਈਨਾਂ ਹੀ ਖਿੱਚ ਕਹਿ ਲਓ। ਜਿਹੜੇ ਬੰਦਿਆਂ ਨੇ ਇਹ ਨਸ਼ਾ ਲੱਗ ਗਿਆ ਮੂੰਹ ਨੂੰ ਕਹਿ ਲਓ, ਉਹ ਹੁਣ ਜਿਹਨੂੰ ਨਸ਼ਾ ਲੱਗ ਗਿਆ ਵੀ ਇਹ ਲੱਖ 2-2 ਲੱਖ ਐਂ ਹੀ ਨਿਕਲੀ ਜਾਂਦਾ, ਉਹ ਹਵਾ ਇੱਦਾਂ ਦੀ ਚੱਲੀ ਹਰ ਪਾਸੇ, ਪੂਰੇ ਬਰੈਂਪਟਨ, ਮਿਸੀਸਾਗਾ, ਟੋਰਾਂਟੋ ਕੀ ਪੂਰੇ ਕੈਨੇਡਾ ਦੇ ਵਿੱਚ ਸੋਲਡ ਆਊਟ, ਇਟਸ ਸੋਲਡ ਆਊਟ। ਹਲੇ ਕਲੋਜ਼ਿੰਗਾਂ ਆਉਣੀਆਂ ਵੀਰੇ। ਮੇਰੀ ਪਰਸੋਂ ਕਲੋਜ਼ਿੰਗ ਹੈ ਘਰ ਦੀ, ਮੇਰੇ ਖਾਸ ਫਰੈਂਡ ਦਾ, ਉਹੀ ਟਾਊਨ ਹੋਮ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਨਾ, ਮੈਂ ਉੱਥੇ ਇੱਕ ਹੋਰ ਅਸਾਈਨਮੈਂਟ ਤੇ ਉਹਨਾਂ ਨੂੰ ਵੀ ਲੈ ਕੇ ਦਿੱਤਾ ਸੀ, ਉਹ ਅਸਾਈਨਮੈਂਟ ਤੇ ਵੇਚਿਆ ਸੀ 8.75 ਦਾ ਹੀ ਉਹ ਵਿਕਿਆ ਸੀ। ਉਹਦੀ ਹੁਣੇ ਮੈਨੂੰ ਈਮੇਲ ਆਈ ਆ ਥੋੜੀ ਦੇਰ ਪਹਿਲਾਂ ਲਾਇਰ ਦੀ, ਉਹਦੀ ਕਲੋਜ਼ਿੰਗ ਹੈ 25 ਕੱਲ ਵਾ ਨਹੀਂ ਪਰਸੋਂ, ਕੱਲ 25 ਹੈ ਨਾ। ਉਹਨਾਂ ਨੂੰ ਪ੍ਰੋਮਿਸਰੀ ਨੋਟ ਹੁੰਦਾ ਇੱਕ, ਜਿਹੜਾ ਕਿ VTB ਦਿੰਦੇ ਸੀ ਪਹਿਲਾਂ, ਕਿਉਂਕਿ $7 ਲੱਖ ਅਪਰੇਜ਼ਲ ਆਈ ਘਰ ਦੀ, ਲਿੱਤਾ ਉਹਨਾਂ ਨੇ 8.75 ਦਾ, 20% ਹੈਗਾ ਆ। ਪਰ ਹੁਣ ਇਹ ਜਿਹੜਾ ਐਕਸਟਰਾ 1.75 ਕਿੱਥੋਂ ਲੈ ਕੇ ਆ ਉਹ ਭਰਾਵਾ? ਉਹਨਾਂ ਨੂੰ ਇੱਕ ਪ੍ਰੋਮਿਸਰੀ ਨੋਟ ਜਿਹੜਾ ਹੁੰਦਾ ਉਹ ਦੇ ਕੇ, ਉਹ ਮਤਲਬ ਕਿ ਇੱਕ ਹਿਸਾਬ ਦਾ ਵਿਦਆਊਟ ਪ੍ਰਾਈਵੇਟ ਲੋਨ ਹੈ ਇੱਕ ਹਿਸਾਬ ਦਾ, ਬਿਨਾਂ ਕਿਸੇ ਗਰੰਟੀ ਤੋਂ। ਅੱਛਾ ਜੀ। ਇਸ ਹਿਸਾਬ ਦਾ ਜੀ ਦੇਤਾ ਤਾਂ ਉਹਨਾਂ ਨੇ ਠੀਕ ਹੈ, ਨਹੀਂ ਤਾਂ ਕੋਰਟ ਕਚਹਿਰੀ ਦੇ ਚੱਕਰ ਕੱਟ ਲਓ। ਹੁਣ ਉਹ ਜਿਹੜਾ ਉਹਨਾਂ ਦਾ ਪ੍ਰੋਫਿਟ ਨਿਕਲਣਾ ਸੀ ਉਹਦੇ 'ਚ ਫਸ ਗਿਆ। ਹੁਣ ਜਿਹੜੇ ਬੰਦਿਆਂ ਨੇ ਲਿੱਤੇ ਹੋਏ ਆ ਜਾਂ ਜਿਨ੍ਹਾਂ ਨੇ ਵੇਚੇ ਵੀ ਹੋਏ ਆ ਅਸਾਈਨਮੈਂਟ, ਬਾਈ ਉਹ ਕਲੋਜ਼ ਕਿਵੇਂ ਹੋਣਗੇ? ਉਹ ਇਸੇ ਕਰਕੇ ਫਿਰ ਹੁੰਦਾ ਸੀ ਨਾ ਪ੍ਰੋਟੈਸਟ ਵੀ ਸਾਡੀ ਹਿਸਾਬ ਦੀ ਰੇਲ ਲੱਗੀ ਜਾਂ ਤਾਂ, ਕਿਉਂਕਿ ਹੁਣ ਬੈਂਕਾਂ ਨੇ ਅਪਰੇਜ਼ਲ ਦੇਣੀ ਨਹੀਂ ਨਾ, ਉਦੋਂ ਕਿੰਨੇ ਦੇ ਲਏ ਹੋਏ, ਹੁਣ ਮਾਰਕੀਟ ਦਾ ਰੇਟ ਥੱਲੇ ਆ, ਬੈਂਕਾਂ ਨੇ ਅਪਰੇਜ਼ਲ ਨਹੀਂ ਦੇਣੀ। ਪ੍ਰਾਈਵੇਟ ਲੈਂਡਰ ਵੀ ਜਿਹੜੇ ਆ ਨਾ ਵੀਰ, ਉਹ ਬਹੁਤ ਹੱਥ ਖਿੱਚ ਕੇ ਬੈਠੇ ਆ, ਉਹ ਵੀ ਤਾਂ ਦਿੰਦੇ ਆ। ਪ੍ਰਾਈਵੇਟ ਲੈਂਡਿੰਗ ਵੈਲਿਊ ਜਿਹੜੀ ਤੁਹਾਡੀ ਮਾਰਕੀਟ ਵੈਲਿਊ ਹੈ, ਜੇ ਉਹਦੇ ਤੇ ਤੁਸੀਂ 30-40% ਡਾਊਨ ਦਿੰਦੇ ਹੋ ਤਾਂ ਤੁਹਾਨੂੰ ਮਿਲਦਾ ਕਰਜ਼ਾ। 20% ਤੇ ਪ੍ਰਾਈਵੇਟ ਲੈਂਡਰ ਹੱਥ ਨਹੀਂ ਲਾਉਂਦਾ ਪਿਆ। ਕਿੰਨੇ ਰੇਟ ਦਿੰਦੇ ਪਏ ਆ ਬਈ? 10, 15, 12, 14, 15% ਉਹਨਾਂ ਦਾ ਆਪਦਾ ਹੀ ਰੇਟ ਹੈ। ਇੰਟਰਸਟ ਹੀ ਪੇ ਕਰੀ ਚੱਲੇ ਸਾਰੀ ਉਮਰ, ਪ੍ਰਿੰਸੀਪਲ ਨਾ ਕਰੇ, ਪ੍ਰਿੰਸੀਪਲ ਉੱਥੇ ਰਹਿ ਜਾਣਾ ਤੁਹਾਡਾ। ਤਾਂ ਭਾਜੀ ਮੌਰਗੇਜ ਦਾ ਕੀ ਹਿਸਾਬ ਕਿਤਾਬ ਹੈ? ਮੌਰਗੇਜ ਵੀਰ ਜੀ ਹੁਣ ਦੇਖੋ ਕੀ ਇੰਟਰਸਟ ਰੇਟ ਹੁਣ ਚੱਲ ਰਿਹਾ। ਇੰਟਰਸਟ ਰੇਟ ਮੈਨੂੰ ਲੱਗਦਾ ਹੁਣ 4.65 ਕੀਤਾ ਹੋਇਆ ਇਹਨਾਂ ਨੇ, ਬਿਲੋ 5 ਆ ਵੇਰੀਏਬਲ। ਹਾਂ ਫਿਕਸਡ ਦੇ ਵਿੱਚ ਹੋਰ ਘਟਾਤਾ ਇਹਨਾਂ ਨੇ। ਹੁਣ ਮੌਰਗੇਜ ਕੀ ਕਰ ਰਹੇ ਆ, ਜਦੋਂ ਤੁਸੀਂ ਮੌਰਗੇਜ ਦੀ ਇੰਡਸਟਰੀ ਜਿੰਨੇ ਵੀ ਮੌਰਗੇਜ ਨਾਲ ਮੇਰੀ ਗੱਲ ਹੁੰਦੀ ਆ, ਉਹ ਤੁਹਾਨੂੰ ਪੁਸ਼ ਕਰਦੇ ਪਏ ਆ। ਬੇਸਿਕਲੀ ਦੇ ਆਰ ਪੁਸ਼ਿੰਗ ਐਵਰੀਬਡੀ ਟੁਵਰਡਸ ਦਾ ਫਿਕਸ ਰੇਟਸ। ਹੁਣ ਕਿਉਂ ਫਿਕਸਡ ਦਾ ਫਾਇਦਾ ਦੇਖਿਆ ਜਾਵੇ ਤਾਂ ਪਹਿਲਾਂ ਫਿਕਸ ਉੱਤੇ ਹੁੰਦੀ ਸੀ ਤੇ ਵੇਰੀਏਬਲ ਹਮੇਸ਼ਾ ਘੱਟ ਹੁੰਦੀ ਸੀ, ਹੁਣ ਉਲਟਾ ਹੋ ਗਿਆ। ਹੁਣ ਫਿਕਸ ਥੱਲੇ ਆ, ਫਿਕਸ ਘਟਾਈ ਜਾਂਦੇ ਆ, ਵੇਰੀਏਬਲ ਚੱਕੀ ਜਾਂਦੇ, ਕਿਉਂਕਿ ਹੁਣ ਮੇਬੀ ਹੋਣਾ ਨਾ ਚੇਂਜ। ਹਾਂ, ਇਸ ਕਰਕੇ ਵੀ ਫਸਾ ਲਓ ਹੁਣ। ਹਾਂ, ਕਿਉਂਕਿ ਨਹੀਂ ਤਾਂ ਤੁਹਾਨੂੰ ਫਿਕਸ ਉੱਤੇ ਤੁਹਾਨੂੰ ਜਿਹੜਾ ਆ ਪੈਨਲਟੀ ਜ਼ਿਆਦਾ ਪਊਗੀ। ਉਹਨਾਂ ਨੇ ਲੋਕ ਕਰ ਲੈਣਾ 4 ਸਾਲ 3 ਸਾਲ 5 ਸਾਲ, ਤੁਸੀਂ ਨਾ ਵੇਚ ਸਕਦੇ ਹੋ ਛੇਤੀ ਕੀਤਾ, ਨਹੀਂ ਤਾਂ ਪੈਨਲਟੀਆਂ ਬਹੁਤ ਪੈਣੀਆਂ। ਉਹ ਬੈਂਕ ਆਲਸੋ ਵਾਂਟਸ ਟੂ ਬੀ ਸਿਕਿਉਰ ਕਿ ਹਾਂ ਵੀ ਇਹਨੇ ਫਿਕਸ ਕਰਾ ਲਈ, ਹੁਣ ਆਪੇ ਦੇਈ ਜਾਊਗਾ। ਤੋ ਇਸ ਕਰਕੇ ਮੈਨੂੰ ਲੱਗਦਾ ਮੌਰਗੇਜ ਦਾ ਜਿਹੜਾ ਐਵਰੀਡੇ ਚੇਂਜ ਹੁੰਦਾ ਰਹਿੰਦਾ। ਦੇਖੋ ਹੁਣ ਕੱਲ੍ਹ ਇਹਨਾਂ ਨੇ 25 ਤਰੀਕ ਕੱਲ੍ਹ ਨੂੰ ਆ ਦੁਬਾਰੇ ਰੇਟ ਆਫ ਇੰਟਰਸਟ ਜਿਹੜੀ ਹਾਈਕ ਦੀ ਜਿਹੜੀ ਹਵਾ ਚੱਲਦੀ ਆ 0.25 0.50। ਹਰੇਕ ਬੰਦਾ ਜੋਤਸ਼ੀ ਬਣਿਆ ਹੋਇਆ, ਪਰ ਪਤਾ ਕਿਸੇ ਨੂੰ ਕੱਖ ਨਹੀਂ। ਸਿੱਧੀ ਜੀ ਗੱਲ, ਮੋਸਟਲੀ ਤਾਂ ਹੀ ਕਹਿੰਦੇ ਮਿਡ ਤੱਕ ਜਾਣਗੇ ਹਜੇ ਵੀ। ਇਹ ਕਿਸੇ ਨੂੰ ਨਹੀਂ ਪਤਾ। ਜਿਹੜੀ ਆਪਾਂ ਇਹ ਇੱਕ ਹੁੰਦਾ ਸੈਂਸੀਬਲ ਤਰੀਕੇ ਨਾਲ ਬੰਦੇ ਨੇ ਕਹਿ ਦੇਣਾ। ਉਹਦੇ 'ਚ ਵੀ ਹੁਣ ਜੇ ਮੈਨੂੰ ਕੋਈ ਪੁੱਛਦਾ, ਮੈਨੂੰ ਐਂ ਲੱਗਦਾ ਵੀ ਜਦੋਂ ਮੈਂ ਸਾਰਾ ਦੇਖਦਾ, ਆਪਾਂ ਜ਼ਿਆਦਾ ਦੇਰ ਤੱਕ ਜਿਹੜੇ ਇਹ ਇੰਟਰਸਟ ਰੇਟ ਹੈ ਇੰਨੇ ਉੱਪਰ ਨਹੀਂ ਰੱਖ ਸਕਦੇ, ਕਿਉਂਕਿ ਬਹੁਤ ਕੁਛ ਇਫੈਕਟ ਹੋਣਾ। ਹਾਊਸਿੰਗ ਤਾਂ ਕਰੈਕਟ ਹੋ ਗਈ ਕਾਫੀ ਹੱਦ ਤੱਕ। ਵੀ ਆਰ ਆਲਮੋਸਟ ਬੈਕ ਇਨ 2020 ਪ੍ਰਾਈਸਿਸ ਰਾਈਟ ਨਾਓ। ਜਿਹੜਾ ਐਵਰੇਜ ਸੈਲਿੰਗ ਪ੍ਰਾਈਸ ਤੇ ਚੱਲਦਾ ਪਿਆ ਉਹ ਮੈਨੂੰ ਲੱਗਦਾ 5.70 ਤੇ ਆ ਗਿਆ, ਕਿਸੇ ਟਾਈਮ 7.5 ਦੇ ਨੇੜੇ ਪਹੁੰਚ ਗਿਆ ਸੀ।
Right. So it's the same price in August, September 2020. Right. It's the same price right now. ਉਹ ਹੁਣ ਕਰੈਕਸ਼ਨ ਹਾਊਸਿੰਗ ਵਾਲੇ ਪਾਸੇ ਤਾਂ ਹੋਗੀ, ਪਰ ਤੁਸੀਂ ਗਰੋਸਰੀ ਕਿਵੇਂ ਕੰਟਰੋਲ ਕੀਤੀ ਹੈ? ਉਹ ਤਾਂ ਹੈ। ਤੁਸੀਂ ਇਹ ਦੇਖੋ ਸ਼ੇਰ ਆਟਾ ਜਿਹੜਾ $20 ਨੂੰ ਪਹੁੰਚ ਗਿਆ, ਆਲਮੋਸਟ ਡਬਲ ਯਾਰ। ਬਿਲਕੁਲ ਹੈ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ। ਬਾਬਿਓ ਖੀਰੇ ਦਾ ਰੇਟ ਦੇਖੋ ਯਾਰ ਤੁਸੀਂ। ਮੈਂ ਤਾਂ ਉਦੋਂ ਮੈਨੂੰ ਘਰ ਦੀ ਨੇ ਕਹਿੰਦਾ ਸਮਾਨ ਫੜ ਕੇ ਲੈ ਕੇ ਆਉਣਾ, ਮੈਂ ਖੀਰਾ ਹੀ ਖਾਣਾ ਹੈ $4 ਦਾ। ਦੱਸੋ ਕੀ ਬੰਦਾ ਸਲਾਦ ਖਾਊਗਾ ਇਹ? ਯਾਰ ਅੱਗੇ ਜਿਹੜਾ ਟ੍ਰੋਪਿਕਾਨਾ ਜੂਸ ਮੈਂ ਹਲੇ ਮੈਂ ਅੱਗੇ ਨੋਟ ਨਹੀਂ ਕੀਤਾ ਕਦੇ, ਮੈਂ 3-4 ਦਿਨ ਪਹਿਲਾਂ ਗਰੋਸਰੀ ਕਰਨ ਗਿਆ, ਮੈਂ ਨੋਟ ਕੀਤਾ ਜਿਹੜਾ ਅੱਗੇ ਟ੍ਰੋਪਿਕਾਨਾ ਜੂਸ ਨਾ 5 ਸਮਥਿੰਗ ਦਾ ਹੁੰਦਾ ਸੀਗਾ ਉਹਦੀ ਕੈਨੀ ਜੀ, ਤੇ ਹੁਣ ਉਹੀ ਲੱਗੀ ਹੋਈ ਹੈ $8.99 ਦੀ, ਵੀ $4 ਵੱਧ। ਇਹ ਦੇਖੋ ਬਾਬਿਓ, ਜੇ ਹੁਣ ਇਹਨਾਂ ਨੇ ਨਾ ਪ੍ਰਾਈਸ ਸੈਟਿੰਗ ਨਾ ਕੀਤੀ, ਇਹਦਾ ਲੌਂਗ ਟਰਮ ਇਫੈਕਟ ਜਿਹੜਾ ਉਹ ਹਲੇ ਆਉਣਾ ਆ। ਇਸ ਟਾਈਮ ਮਾਰਕੀਟ 'ਚ ਟੈਂਪਰੇਰੀ ਸਰਜ ਚੱਲੀ ਜਾਂਦੀ ਹੈ, ਬਹੁਤ ਘਰ ਵਿਕੀ ਵੀ ਜਾਂਦੇ, ਪਰ ਕਿੰਨਾ ਹਲੇ ਡਿਫਾਲਟ ਹੋਣੇ ਲੋਕੀ ਕਈ ਬਹੁਤ ਹੋਣੇ, ਮੈਨੂੰ ਲੱਗਦਾ ਬਹੁਤ ਹੋਣੇ। ਜੇ ਇਹਨਾਂ ਨੇ ਨਾ ਮੋੜ ਪਾਇਆ ਨਾ ਇੰਟਰਸਟ ਰੇਟ ਨੂੰ, ਯੂ ਵਿਲ ਸੀ ਅ ਬਿਗਰ ਪਿਕਚਰ। ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਵੱਡੇ ਕਹਿ ਦਈਏ ਆਪਾਂ ਸੱਪ ਨੇ ਜਿਹੜੇ, ਉਹ ਚਾਹੁੰਦੇ ਆ ਕਿ ਡਿਫਾਲਟ ਹੋਣ। ਉਹ ਤਾਂ ਯਾਰ ਦੇਖ ਮੈਂ ਤੈਨੂੰ ਇੱਕ ਸਿੰਪਲ ਜੀ ਗੱਲ ਦੱਸਦਾ, ਜਿਹੜੇ ਜਿਨ੍ਹਾਂ ਨੇ ਵੇਚੇ ਆ, ਜਿਨ੍ਹਾਂ ਕੋਲ ਪੈਸਾ ਹੈ ਨਾ, ਤੇ ਹੈ ਬਹੁਤਿਆਂ ਕੋਲੋਂ, ਉਹ ਸਾਰੇ ਬੈਠੇ ਆ ਸ਼ਾਰਕ ਨੂੰ, ਏਲਰ ਦੀ ਅੱਖ ਚੱਕੀ ਬੈਠੇ ਆ, ਹਰੇਕ ਨੂੰ ਐ ਵੀ ਥੱਲੇ ਡਿੱਗੇ ਸਹੀ। ਔਰ ਇਹ ਜਿਹੜੇ ਬੰਦੇ ਕੋਲ ਵੀ ਪੈਸਾ ਆ, ਜਿਹੜੇ ਕੋਲੋਂ ਵੀ, ਹੁਣ ਜੇ ਆਪਾਂ ਗੱਲ ਕਰੀਏ ਨਾ ਪ੍ਰੀ ਕੰਸਟਰਕਸ਼ਨ ਦੇ ਵਿੱਚ ਜਿਹੜੇ ਇੰਨੇ ਘਰ ਵਿਕੇ ਆ, ਬਈ ਰੀਅਲ ਏਸਟੇਟ ਏਜੰਟ ਬਹੁਤ ਫਸੇ ਹੋਏ, ਖੁਦ ਆਪ ਏਜੰਟਾਂ ਨੇ ਬਹੁਤ ਘਰ ਚੱਕੇ ਹੋਏ ਆ, ਕਿਉਂਕਿ ਉਹ ਟਾਈਮ ਹੀ ਏਦਾਂ ਸੀ, ਹਰੇਕ ਬੰਦਾ ਵਾਸ ਮੇਕਿੰਗ ਮਨੀ, ਰਾਈਟ। ਉਹਨਾਂ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਆਪ ਬੜੇ ਘਰ ਬੁੱਕ ਕਰਾਏ ਹੋਏ ਆ। ਸਭ ਤੋਂ ਵੱਧ ਮੈਨੂੰ ਲੱਗਦਾ ਫਸੀ ਰੀਅਲ ਏਸਟੇਟ ਏਜੰਟ ਹੋਣੇ, ਇੱਕ ਹਵਾ ਚੱਲੀ ਸਾਰੇ, ਉਹਨਾਂ ਸਾਰਿਆਂ ਨੇ ਪ੍ਰੀ ਕੰਸਟਰਕਸ਼ਨ ਬੁੱਕ ਕਰਾਇਆ ਹੋਇਆ, ਨਾਲੇ ਕਮਿਸ਼ਨ ਮਿਲਦਾ, ਨਾਲੇ ਕਹਿੰਦਾ 2 ਸਾਲ ਦੀ ਕਲੋਜ਼ਿੰਗ ਆ, ਕੋਈ ਚੱਕਰ ਨਹੀਂ। ਪਰ ਇਹ ਹੈ ਵੀ ਉਹਨਾਂ ਕਈਆਂ ਕੋਲੋਂ ਜਿਨ੍ਹਾਂ ਨੇ ਬੁੱਕ ਕਰਾਇਆ, ਉਹਨਾਂ ਕੋਲ ਕਲੋਜ਼ਿੰਗ ਪਾਵਰ ਵੀ ਹੈਗੀ ਆ, ਦੇ ਵਿਲ ਕਲੋਜ਼। ਜਿਹੜੇ ਫਸੇ ਉਹ ਲੋਕ ਹੈ ਜਿਨ੍ਹਾਂ ਨੇ ਲੋਕਾਂ ਦੀ ਹਵਾ ਨੂੰ ਦੇਖ ਕੇ ਤੇ ਪੰਗੇ ਲੈ ਲਏ, ਹੈ ਨਾ। ਹੁਣ ਕਈ ਬਲੇਮ ਕਰਦੇ ਆ, ਤੂੰ ਵੀ ਦਵਾਏ ਹੋਣੇ, ਮੈਨੂੰ ਕਈ ਵਾਰੀ ਮੈਸੇਜ ਕਰ ਦਿੰਦੇ ਆ ਵੀ ਦਵਾਏ ਤੂੰ ਵੀ ਹੋਣੇ। ਹੁਣ ਮੈਂ ਇੱਥੇ ਲੋਕਲ ਬੈਠਾ ਨਾਇਗਰਾ ਦੇ ਵਿੱਚ, ਹੈ ਨਾ। ਹੁਣ ਮੈਂ ਇੱਕ ਹੋਰ ਗੱਲ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਬਾਈ ਜੀ, ਜਦੋਂ ਤੁਸੀਂ ਕਿਤੇ ਵੀ ਕੋਈ ਘਰ ਲੈਣਾ, ਹੈ ਨਾ, try to reach out to the local person, man. It makes a big difference. ਇੰਨਾ ਵੱਡਾ ਇੰਪੈਕਟ ਹੈ ਨਾ ਇਸ ਚੀਜ਼ ਦਾ, ਆਪਾਂ ਉਸ ਚੀਜ਼ ਨੂੰ ਸੋਚ ਵੀ ਨਹੀਂ ਸਕਦੇ ਵੀਰ। ਮੈਂ ਲਾਈਵ ਜਾਂਦਾ ਆ, ਮੈਨੂੰ ਲੋਕੀ ਪੁੱਛਦਾ ਆ, ਬਾਈ ਅਸੀਂ ਇੱਥੇ ਘਰ ਲੈਣਾ, ਉੱਥੇ ਘਰ ਲੈਣਾ, ਇੱਥੇ ਦਵਾ ਦਿਓਗੇ, ਉੱਥੇ ਦਵਾ ਦਿਓਗੇ। ਮੇਰਾ ਹਮੇਸ਼ਾ ਇੱਕੋ ਹੀ ਆਨਸਰ ਹੁੰਦਾ, ਬਾਈ ਲੋਕਲ ਬੰਦਾ ਲੱਭੋ। ਮੈਨੂੰ ਇਹ ਲਾਲਚ ਨਹੀਂ ਹੈ ਮੈਂ ਦਵਾ ਦੂੰਗਾ, ਜ਼ਿਆਦਾ ਪਤਾ। ਹਾਂ ਬਾਈ ਜੀ ਬਿਲਕੁਲ। ਹੁਣ ਤੁਸੀਂ ਨਾਇਗਰਾ ਫਾਲ 'ਚ ਆਉਂਦੇ ਹੋ, ਤੁਸੀਂ ਨਾਇਗਰਾ ਫਾਲ, ਆਪਾਂ ਨੂੰ ਨਾਇਗਰਾ ਫਾਲ ਅੱਧੇ ਨਾਲੋਂ ਜ਼ਿਆਦਾ ਐਡਵਰਟਾਈਜ਼ਮੈਂਟ ਜਿਹੜੀ ਹੁੰਦੀ ਹੈ ਘਰ ਵੇਚਣ ਲੱਗਿਆ, 10 ਮਿੰਟ ਦੀ ਦੂਰੀ ਤੇ ਜੀ, ਨਾਇਗਰਾ ਫਾਲ ਤੋਂ 10 ਮਿੰਟ ਦੀ ਦੂਰੀ ਤੇ ਜੀ, ਹਰੇਕ ਬੰਦਾ ਇਹੀ ਕਹਿੰਦਾ। ਉਹ ਭਾਊ 10 ਮਿੰਟ ਦੀ ਦੂਰੀ ਤੇ ਨਾਇਗਰਾ ਫਾਲ ਤੋਂ ਆਪਾਂ ਆ ਜਾਂਦੇ ਆ ਥੋਰਲਡ, 10 ਮਿੰਟ ਦੀ ਦੂਰੀ ਤੇ ਨਾਇਗਰਾ ਕਾਲਜ ਆ ਜਾਂਦਾ, 10 ਮਿੰਟ ਦੀ ਦੂਰੀ ਤੇ ਨਾਇਗਰਾ ਦਾ ਲੇਕ ਆ ਜਾਂਦਾ, 15 ਮਿੰਟ 'ਚ ਤੁਸੀਂ 3 ਸਿਟੀਆਂ ਟੱਪ ਜਾਂਦੇ ਹੋ, 406 ਪੜ੍ਹ ਲਓ। ਨਾਇਗਰਾ ਫਾਲ ਤੋਂ 10 ਮਿੰਟ ਦੀ ਦੂਰੀ ਤੇ ਐਵੇਂ ਐਡਵਰਟਾਈਜ਼ਮੈਂਟ ਕਰੀ ਜਾਂਦੇ ਹੋ। ਨਾਇਗਰਾ ਫਾਲ ਦੇ ਨੇੜੇ ਹੋਵੇ, ਨਾਇਗਰਾ ਫਾਲ ਦੇ ਨੇੜੇ ਸਾਰੇ ਕਰੈਕ ਹੈਡ ਆ, ਲੋਕਾਂ ਨੂੰ ਪਤਾ ਹੀ ਨਹੀਂ ਹੈ। ਜਦੋਂ ਨਾਇਗਰਾ ਫਾਲ ਦੇ ਨੇੜੇ ਰਹਿਣਾ ਕਿਉਂ ਆ? ਹਾਂ ਯਾਰ, ਇੰਨਾ ਨੇੜੇ ਵੀ ਕਿਉਂ ਰਹਿਣਾ, ਹਨਾ, ਥੋੜਾ ਬਾਹਰ ਜੇ ਨੂੰ ਰੋਹੀ ਨਾ। ਉਹ ਟੂਰਿਜ਼ਮ ਵਾਲਾ ਏਰੀਆ ਬਾਹਲੇ ਪੁਰਾਣੇ ਆ, ਉੱਥੇ ਕੁਆਲਿਟੀ ਆਫ ਟੈਨੈਂਟ ਦੀ ਤੁਹਾਨੂੰ ਪ੍ਰੋਬਲਮ ਆਊਗੀ। ਉੱਥੇ ਬਹੁਤ ਪੁਰਾਣੇ ਘਰ ਆ, ਉੱਥੇ ਚੰਗੇ ਟੈਨੈਂਟ ਲੱਭਣੇ ਬੜੇ ਔਖੇ ਆ, ਜਸਟ ਬਿਕੋਜ਼ ਕਿ ਤੁਹਾਨੂੰ ਐਂ ਲੱਗਦਾ ਵੀ ਨਾਇਗਰਾ ਫਾਲ ਦੇ ਨੇੜੇ ਹੈ ਤੇ ਇਟਸ ਗੋਨਾ ਹੋਲਡ ਅ ਵੈਲਿਊ। ਰਾਈਟ। ਹਾਂ, ਇਨਵੈਸਟਮੈਂਟਲੀ ਮੇਬੀ ਠੀਕ ਹੋਊਗਾ, ਮੇਬੀ ਇਨਵੈਸਟਮੈਂਟਲੀ ਜਿਨ੍ਹਾਂ ਨੇ ਰੈਂਟ ਰੂਟ ਤਾਂ ਦੇਣਾ, ਬਟ ਰਹਿਣ ਵਾਲੇ ਨਹੀਂ। ਰੈਂਟ ਤੇ ਵੀ ਕਿਵੇਂ ਦਿਓਗੇ ਵੀ? ਰੈਂਟ ਤੇ ਟੈਨੈਂਟ ਕਿਵੇਂ ਚੰਗਾ ਲੱਭੋਗੇ? ਯੂ ਨੋ, ਤੁਸੀਂ ਇਹ ਦੇਖੋ ਵੀ ਜੇ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੰਨ ਲਓ ਵੀ ਤੁਸੀਂ ਨਾਇਗਰਾ ਫਾਲ ਮੂਵ ਹੁੰਦੇ ਹੋ, ਤੁਸੀਂ ਕਹਿੰਦੇ ਪ੍ਰਵੀਨ ਮੈਂ ਰੈਂਟ ਤੇ ਘਰ ਲੈਣਾ, ਤੇਰਾ ਨਿੱਕਾ ਨਿਆਣਾ, ਤੁਸੀਂ ਇਹ ਵੀ ਦੇਖਣਾ ਵੀ ਯਾਰ ਉਹਨੂੰ ਸਕੂਲ ਭੇਜਣਾ, ਰਾਈਟ। ਤੁਸੀਂ ਯੂ ਵਾਂਟ ਟੂ ਸੈਟ ਯੂਰ ਓਨ ਸਟੈਂਡਰਡ। ਹੁਣ ਜੇ ਮੈਂ ਤੁਹਾਨੂੰ ਕਹਿੰਦਾ ਆ ਜਾਓ ਬਾਈ ਜੀ, ਮੈਂ ਤੁਹਾਨੂੰ ਆ ਡਾਊਨਟਾਊਨ ਦੇ ਮੈਨੂੰ ਇੱਥੋਂ ਦੀ ਕੱਲੀ ਗਲੀ ਦਾ ਪਤਾ, ਕਿਉਂਕਿ ਆਈ ਓਨਡ ਅ ਟੈਕਸੀ ਬਿਫੋਰ, ਹੈ ਨਾ। ਉਹਦੇ ਕਰਕੇ ਮੈਨੂੰ ਆ ਸਾਰੀਆਂ ਗਲੀਆਂ ਗੁਲੀਆਂ ਦਾ ਕੱਲੀ ਦਾ ਪਤਾ ਵੀ ਕਿੱਥੇ ਕੀ ਹੁੰਦਾ। ਲੋਕਲ ਬੰਦੇ ਨੂੰ ਪਤਾ ਹੋਊਗਾ ਨਾ। ਹੁਣ ਜੇ ਤੁਸੀਂ ਮੈਨੂੰ ਇਹ ਕਹਿ ਦੋ ਵੀ ਪ੍ਰਵੀਨ ਵੀ ਯਾਰ ਮੈਨੂੰ ਨਾ ਤੂੰ ਆ ਫਲਾਨੇ ਸ਼ਹਿਰ ਦੇ ਵਿੱਚ ਜੇ ਬੈਲ ਵੇਲੇ ਹੋ ਗਿਆ ਤੇ ਮੈਨੂੰ ਕੋਈ ਘਰ ਦਵਾ ਦੇ, ਤੇ ਮੈਂ ਤੁਹਾਨੂੰ ਲਿਸਟਿੰਗਾਂ ਭੇਜਤੀਆਂ, ਤੁਸੀਂ ਲਿਸਟਿੰਗਾਂ ਦੇਖ ਕੇ ਮੈਨੂੰ ਕਿਹਾ ਆਹ 4 ਘਰਾਂ ਦੀ ਬੁਕਿੰਗ ਕਰਾ ਲਾ, ਮੈਂ ਜਾ ਕੇ ਘਰ ਦਿਖਾ ਕੇ ਕਹੂੰਗਾ ਭਾਜੀ ਕਿੱਦਾਂ ਲੱਗਾ?
ਰੀਅਲ ਏਸਟੇਟ ਏਜੰਟ ਹੋ, ਭਾਜੀ ਨੂੰ ਪੁੱਛਣ ਤੋਂ ਪਹਿਲਾਂ ਤੁਸੀਂ ਦੱਸੋ ਵੀ ਤੁਹਾਨੂੰ ਕਿੱਦਾਂ ਲੱਗਾ, ਵਾਟ ਆਰ ਇਨ ਐਂਡ ਆਊਟਸ। ਉਹ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਲੋਕਲ ਹੋ ਤਾਂ। ਜੇ ਮੈਂ ਲੋਕਲ ਨਹੀਂ ਗਾ, ਮੈਨੂੰ ਏਰੀਆ ਦਾ ਨਹੀਂ ਪਤਾ ਯਾਰ। honestly if I go surpass Hamilton area I don't know nothing about it। ਹੈਮਿਲਟਨ ਦਾ ਵੀ ਮੈਨੂੰ ਪੂਰਾ ਨਹੀਂ ਪਤਾ ਹੋਣਾਗਾ ਵੀ ਕਿਹੜੇ ਏਰੀਆ 'ਚ ਕੀ ਹੁੰਦਾ, ਕਿੱਦਾਂ ਦਾ ਨੇਬਰਹੁੱਡ ਹੈ, ਕਿੱਦਾਂ ਨਹੀਂ ਹੈ, ਉਹ ਤਾਂ ਸਕੂਲ ਕਿਹੜੇ ਚੰਗੇ ਆ ਕਿਹੜੇ ਨਹੀਂ ਚੰਗੇ, ਸਾਰਾ ਫੈਕਟਰ ਹੈ ਨਾ। ਹੁਣ ਜੇ ਜਦੋਂ ਮਾਰਕੀਟ ਉੱਤੇ ਗਈ ਹੈ, ਐਸੇ ਰੀਜ਼ਨ ਕਰਕੇ ਇੱਥੇ ਮਾਰਕੀਟ ਇੰਨੀ ਕਰੇਜ਼ੀ ਹੋ ਗਈ ਸੀ, ਅਸੀਂ ਲੋਕਲ ਏਜੰਟ ਇੱਥੇ ਖੁਦ ਹੈਰਾਨ ਸੀਗੇ ਵੀ ਡਾਊਨਟਾਊਨ ਦੇ ਵਿੱਚ 8-8 ਲੱਖ ਦੇ ਘਰ ਵਿਕੀ ਜਾਂਦੇ, ਜਿੱਥੇ ਮੈਂ ਕਹਿੰਦਾ ਕੋਈ ਪੁੱਛਦਾ ਹੀ ਨਹੀਂ ਸੀ। ਉਹ ਘਰਾਂ ਨੂੰ 3-3 ਲੱਖ ਦੇ ਪਏ ਹੁੰਦੇ ਸੀ, ਕੋਈ ਪੁੱਛਦਾ ਹੀ ਨਹੀਂ ਸੀਗਾ। 8-8 ਲੱਖ ਦੇ ਘਰ ਵਿਕੇ ਆ ਬਾਈ, ਸਿਰਫ ਐਸੇ ਨਾਮ ਤੇ ਵੀ ਨਾਇਗਰਾ ਫਾਲ ਤੋਂ ਲਾਇਆ ਤਾਂ 5 ਮਿੰਟ ਦੀ ਦੂਰੀ ਆ। ਉਹ ਘਰ ਅੱਜ ਦੇ ਟਾਈਮ ਦੇ ਵਿੱਚ ਵੀ ਚੰਗਾ ਟੈਨੈਂਟ ਨਹੀਂ ਲੱਭ ਸਕਦੇ। ਬਹੁਤ ਡਿਫਰੈਂਸ ਆ ਵੀਰ ਵੀ। ਇਹ ਕੀ ਡੈਸਪਰੇਸ਼ਨ ਯਾਰ, ਮੈਨੂੰ ਸਮਝ ਨਹੀਂ ਆਉਂਦੀ। ਹਾਂ ਵੀ ਇੰਨੀ ਕੀ ਡੈਸਪਰੇਸ਼ਨ ਆ। ਮਿਸਲੀਡਿੰਗ ਬਹੁਤ ਆ, ਬਹੁਤ। ਉਹੀ ਭੇਡ ਚਾਲ ਦੀ ਜ਼ਿਆਦਾ ਹਨਾ, ਵੀ ਤੂੰ ਵੀ ਲੈ ਲਾ, ਇੰਨਾ ਸਾਨੂੰ ਪ੍ਰੋਫਿਟ ਹੋ ਗਿਆ, ਆਹ ਚੀਜ਼ਾਂ ਹਨਾ। ਰਾਈਟ। ਤੁਹਾਨੂੰ ਲੱਗਦਾ ਕਿ ਲਾਈਕ ਸਪੈਸ਼ਲੀ ਜਿਹੜੇ ਆ ਮਿਸਲੀਡ ਹੋ ਜਾਂਦੇ ਨੇ, ਜਿੱਦਾਂ ਫਸਟ ਹੋਮ ਬਾਇਰਸ ਹੁੰਦੇ ਨੇ, ਕਿ ਇਹ ਜ਼ਿਆਦਾ ਮਿਸਲੀਡ ਹੋ ਜਾਂਦੇ ਨੇ? ਮੈਂ ਦੱਸਾਂ ਸਭ ਤੋਂ ਜ਼ਿਆਦਾ ਮਿਸਲੀਡ ਕੌਣ? ਮੈਂ ਤੁਹਾਨੂੰ ਸੱਚ ਦੱਸਾਂ, ਫਸਟ ਟਾਈਮ ਬਾਹਰ ਹਲੇ ਸਿਆਣਾ, ਅੱਛਾ, ਉਹ ਮਾੜਾ ਮੋਟਾ ਦੇਖ ਕੇ ਤੁਰਦਾ। ਸਭ ਤੋਂ ਜ਼ਿਆਦਾ ਮਿਸਲੀਡ ਹੋਇਆ ਟਰੱਕਾਂ ਵਾਲੇ। ਬਾਈ ਐਦੂ ਭੋਲਾ ਕੋਈ ਕਲਾਇੰਟ ਹੀ ਹੈ ਨਹੀਂ। ਮੈਂ ਤੈਨੂੰ ਇਹ ਮੈਂ ਜਿੰਨੇ ਮੈਨੂੰ ਟਰੱਕਾਂ ਵਾਲੇ ਜਾਣਦੇ ਆ ਨਾ, ਉਹ ਗੱਲ ਪਤਾ ਕਰਦਾ ਏਦਾਂ ਗੱਲ ਕਰਦੇ ਆ, ਪਿੰਨੇ ਦੇਖ ਲਾ ਯਾਰ ਜਿਵੇਂ ਤੈਨੂੰ ਠੀਕ ਲੱਗਦਾ। ਮਤਲਬ ਕਿ ਯਾਰ ਗਊ ਆ ਯਾਰ ਜਮਾਂ ਹੀ। ਅੱਛਾ ਜੀ। ਪਿੰਡਾਂ ਤੋਂ ਆਏ ਹੋਏ ਉੱਠ ਕੇ, ਉਹਨਾਂ ਨੇ ਪੈਸਾ ਲਾਤਾ, ਟਰਸਟ ਕਰ ਲਿਆ। ਬਹੁਤ ਭੋਲੇ ਆ ਬਾਈ, ਮਤਲਬ ਕਿ 90% ਜਿਹੜੇ ਮੈਂ ਕਹਾਂ ਨਾ ਭੋਲੇ ਆ। ਪਤਾ ਉਹਨਾਂ ਨੂੰ ਸਾਰਾ ਕੁਛ ਹੀ ਹੈ, ਪਰ ਦਿਲ ਬਹੁਤ ਵੱਡੇ ਆ। ਉਹ ਜਿੰਨੇ ਟਰੱਕਾਂ ਵਾਲੇ ਨਾ ਉਹ ਉਲਟਾ ਜ਼ਿਆਦਾ ਫਸੇ ਹੋਣਗੇ। ਫਸਟ ਟਾਈਮ ਬਾਇਰ ਅੱਜ ਦੇ ਟਾਈਮ 'ਚ ਫਿਰ ਵੀ ਸਿਆਣਾ ਹੈ। ਫਸਟ ਟਾਈਮ ਬਾਇਰ ਫਿਰ ਵੀ ਜਿਵੇਂ, ਕਿਉਂਕਿ ਉਹ ਫਸਟ ਟਾਈਮ ਹੈ, ਡਰਦਾ, ਉਹ ਫੂਕ ਕੇ ਤੁਰਦਾ, ਉਹ ਆਪਦਾ ਘਰੋਂ ਰਿਜ਼ਲਟ ਕੱਢ ਕੇ ਦੇਖਦਾ। ਉਹਨਾਂ ਨੂੰ ਸਾਰਾ ਪਤਾ ਵੀ ਇੱਥੇ ਕਿੱਦਾਂ ਕੀ ਚੱਲਦਾ। ਪਰ ਉੱਦਾਂ ਜਿਹੜੇ ਗਲਤ ਡੀਲਾਂ ਕਿਹਨਾਂ ਨੇ ਚੱਕੀਆਂ? ਜਿਨ੍ਹਾਂ ਕੋਲ ਪੈਸਾ ਹੈਗਾ ਜਾਂ ਆਪਦੇ ਵਿਚਾਰੇ ਕੰਮਾਂ 'ਤੇ ਹੀ ਬਿਜ਼ੀ ਹੈ, ਉਹਨਾਂ ਨੇ ਇਨਵੈਸਟ ਕਰਨਾ ਸੀ, ਰੀਅਲ ਏਸਟੇਟ ਏਜੰਟਾਂ 'ਤੇ ਟਰਸਟ ਕਰ ਲਿਆ ਤੇ ਗਲਤ ਚੀਜ਼ਾਂ ਲੈ ਲਈਆਂ। ਇੱਥੋਂ ਲਾਈਕ ਪੂਰਾ ਬਦਨਾਮ ਹੋ ਜਾਂਦੀ ਹੈ ਪੂਰੀ ਕਮਿਊਨਿਟੀ, ਰਾਈਟ? ਕਿ ਲਾਈਕ ਫਰਾਡਸ ਹੋ ਗਏ ਜਾਂ ਫਾਇਦਾ ਚੱਕ ਗਏ, ਰਾਈਟ? ਭਾਈ ਤੁਹਾਨੂੰ ਲੱਗਦਾ ਵੀ ਲੋਕੀ ਜਿਹੜਾ ਆਪਣੇ ਇਸ ਚੀਜ਼ਾਂ ਕਰਕੇ, ਜੋ ਮਾਰਕੀਟ ਕੰਡੀਸ਼ਨਾਂ ਨੇ, ਲੋਕੀ ਫਸੇ ਆ ਜੋ ਵੀ ਆ, ਇਸ ਕਰਕੇ ਵੀ ਤੁਹਾਨੂੰ ਲੱਗਦਾ ਵੀ ਟਰਸਟ ਜਿਹੜੇ ਸਪੈਸ਼ਲੀ ਆਪਣੇ ਇੰਡੀਅਨ ਰੀਅਲਟਰ ਜਾਂ ਦੇਸੀ ਰੀਅਲਟਰਾਂ ਤੋਂ ਖਤਮ ਹੋ ਰਿਹਾ ਵਾ? ਬਹੁਤ ਹੈ ਨਾ, ਬਹੁਤ ਖਤਮ ਹੋ ਰਿਹਾ। ਵੀ ਗੋਰਿਆਂ ਨੂੰ ਪ੍ਰੈਫਰ ਕਰਦੇ ਆ ਹੁਣ, ਵੀ ਐਟਲੀਸਟ ਮੇ ਬੀ ਚਲੋ ਹੋਨੈਸਟ ਨਾ ਹੋਣ ਵੀ ਤਾਂ ਵੀ। ਦੇਖੋ ਮੈਂ ਹਰ ਵਾਰੀ ਇਹ ਗੱਲ ਕਹਿਣਾ ਵੀ ਇੱਕ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਜੇ ਕੁਛ ਵੀ ਹੁੰਦਾ ਹੈ ਨਾ, ਆਪਣੀ ਕਮਿਊਨਿਟੀ ਸਭ ਤੋਂ ਜ਼ਿਆਦਾ ਉਹਨੂੰ ਸ਼ੇਅਰ ਕਰਕੇ ਵੱਡਾ ਕਰਕੇ ਦੱਸਦੀ। ਐਗਜ਼ਾਮਪਲ ਲੈ ਲਓ, ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਆਪਣੇ ਇੰਡੀਅਨ ਸਟੂਡੈਂਟਾਂ ਦੀ ਲੜਾਈ ਹੋ ਗਈ, ਤੁਸੀਂ ਗੋਰਿਆਂ ਦੀਆਂ ਮੂਵੀਆਂ ਬਾਅਦ 'ਚ ਦੇਖੋਗੇ ਆਉਂਦੀਆਂ, ਕਦੇ ਨਹੀਂ ਕਿਸੇ ਨੇ ਕਹਿਣਾ। ਜੇ ਗੋਰੇ ਆਪਸ 'ਚ ਲੜੇ ਆ, ਕਦੇ ਕਹਿੰਦੇ ਸੁਣਿਆ ਵੀ ਵਾਈਟ ਮੈਨ ਫਾਈਟਿੰਗ, ਕਾਲੇ ਲੜਦੇ ਕਦੇ ਦੇਖੇ ਤੁਸੀਂ? ਉਹਨਾਂ ਨੇ ਕਿਹਾ ਬਲੈਕ ਮੈਨ ਡੂਇੰਗ ਦਿਸ। ਕਦੇ ਦੇਖਿਆ ਕਿਸੇ ਕਾਲੇ ਬੰਦੇ ਨੂੰ ਕਾਲੇ ਦੀ ਆਪਦੀ ਪੋਸਟ ਸ਼ੋ ਕਰਦੇ ਹੋਏ ਤੇ ਇਹ ਕਹਿੰਦੇ ਹੋਏ ਕਮਿਊਨਿਟੀ ਨੂੰ ਟਾਰਗੇਟ ਕਰਦੇ? ਤੇ ਆਪਣੇ ਲੋਕ ਜਿਉਂ ਚੱਕਦੇ ਆ ਕੈਮਰਾ, ਧੂੰ ਕੱਢ ਦਿੰਦੇ ਆ ਕਸਮ ਨਾਲ, ਸੋਸ਼ਲ ਮੀਡੀਆ ਦਾ ਕੋਈ ਪਲੇਟਫਾਰਮ ਨਹੀਂ ਛੱਡਦੇ, ਆਪਣੀ ਕਮਿਊਨਿਟੀ ਨੂੰ ਹੀ ਬਦਨਾਮ ਕਰੀ ਜਾਂਦੇ ਆ। ਆਈ ਮੀਨ ਇਫ ਜੇ ਕਿਸੇ ਬੰਦੇ ਨੇ ਕੋਈ ਗਲਤ ਕੀਤਾ ਆ, ਡੋਂਟ ਸੇ ਕਿ ਪੰਜਾਬੀ ਆ, ਡੋਂਟ ਸੇ ਦੈਟ ਯਾਰ। ਸਿੱਧਾ ਬੰਦਾ ਸੀਗਾ ਤੁਸੀਂ ਨਾਮ ਦੱਸੋ ਉਹਦਾ, ਇਹ ਨਾ ਕਹੋ ਵੀ ਆਹ ਦੇਖ ਲਓ ਪੰਜਾਬੀਆਂ ਦੀਆਂ ਹਰਕਤਾਂ ਯਾਰ, ਇਹ ਗਲਤ ਆ। ਉਹੀ ਨਾ ਕਲਿੱਕ ਬੇਟ। ਹਾਂ, ਯੂ ਡੋਂਟ ਸੇ ਦੈਟ। ਮੈਂ ਪਤਾ ਕਿਉਂ ਇਹ ਲੋਕੀ ਕੌਣ ਕਰਦਾ ਪਿਆ? ਜਾਂ ਤਾਂ ਜਿਹੜਾ ਅਨਪੜ੍ਹ ਤੇ ਜਾਂ ਜਿਹੜਾ ਤੁਸੀਂ ਕਹਿ ਲਓ ਇੱਥੋਂ ਦੇ ਬੋਰਨ ਆ, ਉਹ ਕਮਲੀਆਂ ਮਾਰੀ ਜਾਂਦੇ ਆ। ਪਰ ਜੇ ਹੁਣ ਮੈਨੂੰ ਐਜ਼ ਅ ਪੇਰੈਂਟ, ਜਿਵੇਂ ਮੈਂ ਡੈਡ, ਜੇ ਤੁਹਾਨੂੰ ਬੋਲਾਂ ਮੇਰਾ ਜਵਾਕ ਹੈ ਉਹ ਪੱਗ ਬੰਨ੍ਹਦਾ, ਸਕੂਲ ਜਾਂਦਾ, I don't want people to say oh you are Indian, ਤੂੰ ਪੰਜਾਬੀ ਆ। ਉਹ ਲੌਂਗ ਟਰਮ ਇਫੈਕਟ ਨਹੀਂ ਦੇਖ ਰਹੇ ਉਹਦਾ, ਵੀ ਉਹ ਤੁਹਾਡੇ ਜਵਾਕਾਂ ਦੇ ਉੱਤੇ ਆਉਣੀ ਗੱਲ। ਬਿਲਕੁਲ ਜਵਾਕਾਂ ਦੇ ਉੱਤੇ ਗੱਲ ਆਉਣੀ ਹੈ ਇਸ ਚੀਜ਼ ਦੀ। ਜੇ ਤੁਸੀਂ ਆਪਦੀ ਕਮਿਊਨਿਟੀ ਨੂੰ ਏਦਾਂ ਹੀ ਭੰਡੀ ਗਏ, ਠੀਕ ਆ। ਜੇ ਤੁਹਾਡੀ ਕਿਸੇ ਕਮਿਊਨਿਟੀ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਆ, ਉਹਨੂੰ ਨਾਮ ਨਾ ਦਿਓ ਯਾਰ, ਟੈਗ ਨਾ ਦਿਓ ਪੰਜਾਬੀ ਦਾ। ਸਿੰਪਲੀ ਸੇ ਥੀਸ ਪੀਪਲ ਫਾਈਟ ਵਿਦ ਈਚ ਅਦਰ। ਡੋਂਟ ਸੇ ਪੰਜਾਬੀ ਨੇ ਇੱਦਾਂ ਕਰਤਾ ਉੱਦਾਂ ਕਰਤਾ ਹਰੇਕ ਥਾਂ ਦੇ ਉੱਤੇ। ਆਪਣੇ ਮੈਂ ਕਿਸੇ ਰੇਡੀਓ ਚੈਨਲ 'ਤੇ ਨਹੀਂ ਦੇਖਿਆ, ਆਪਣੇ ਰੇਡੀਓ ਚੈਨਲ ਵੀ ਸਾਰੇ ਆਪਣੇ ਲੋਕਾਂ ਨੂੰ ਨਿੰਦਣ ਨੂੰ ਲੱਗੇ ਹੋਏ ਆ।
ਵਧੀਆ ਗੱਲ ਕੋਈ ਨਹੀਂ ਦੱਸੂਗਾ ਕਿ ਮਤਲਬ ਕੀ ਹੋ ਰਿਹਾ ਕੀ ਕੀਤਾ। ਉਹੀ ਨਾ, ਜਦੋਂ ਹੁਣ ਕਿਤੇ ਲੜਾਈ ਹੋ ਜਾਏ, ਸਟੂਡੈਂਟ ਲੜ ਪਏ ਜਾਂ ਕੁਛ ਏਦਾਂ ਦੀ ਹੋ ਗਈ, ਪਰ ਜੋ ਸਟੂਡੈਂਟ ਵੋਲੰਟਰੀ ਵਰਕ ਵੀ ਕਰਦੇ ਆ ਉਹ ਨਹੀਂ ਕਦੀ ਧੰਦੇ ਹੋਊਗਾ ਉਹ ਕਰਦੇ। ਮੈਂ ਗੱਲ ਦੱਸਾਂ, ਠੀਕ ਹੈ ਹੈਗੇ ਆ ਮਾੜੇ, ਪਰ ਮੇਰੇ ਤਾਂ ਐਕਸਪੀਰੀਅੰਸ ਮੈਂ ਜਿੰਨੇ ਦੇਖੇ ਤੇ ਰਾਤ ਨੂੰ ਕੁੜੀਆਂ ਤੁਰੀਆਂ ਜਾਂਦੀਆਂ ਹੁੰਦੀਆਂ ਥੱਕੀਆਂ ਹਾਰੀਆਂ, ਸਾਰਾ ਦਿਨ ਕੰਮ ਕਰਦੇ ਯਾਰ, ਸਾਰਾ ਦਿਨ ਕੰਮ ਕਰਦੇ ਆ। ਉਹ ਕੋਈ ਨਹੀਂ ਦੱਸੂ। ਹਾਂ ਜਿਹੜੇ ਪਿੱਛੋਂ ਰੱਜੇ ਪੁੱਜੇ ਆਏ ਆਉਂਦੇ ਆ ਸਾਰ, ਅਗਲੇ ਕੋਲ ਪੈਸਾ ਤਕੜਾ ਮੋਟਾ ਹੈਗਾ, ਬਾਪੂ ਕੋਲ ਦੱਬੀ ਆਉਂਦੇ ਕਿੱਲੀ, ਫਨ ਸਾਰੇ ਕਰਦੇ ਆ ਆਪਦੀ ਜ਼ਿੰਦਗੀ ਦੇ ਵਿੱਚ। ਜਦੋਂ ਬੰਦਾ 40 ਸਾਲ ਟੱਪ ਜਾਂਦਾ ਨਾ, ਸਿਆਣਾ ਹੋ ਜਾਂਦਾ, ਸਿੱਧੀ ਜੀ ਗੱਲ ਆ। ਤੁਸੀਂ ਜਿਹੜੇ ਮਰਜ਼ੀ, ਤੁਸੀਂ ਨਹੀਂ ਕੀਤਾ ਆਪਣੀ ਲਾਈਫ ਦੇ ਵਿੱਚ ਕਿ ਮੈਂ ਨਹੀਂ ਕੀਤਾ, ਆਪਾਂ ਸਾਰੇ ਵੀ ਆਲ ਹੈਡ ਫਨ। ਹਰੇਕ ਬੰਦਾ ਆਪਣੀ ਲਾਈਫ ਨੂੰ ਇੰਜੋਏ ਕਰਦਾ, ਪਰ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਬਾਅਦ ਚੋਂ ਆਪ ਬਾਬੇ ਬਣ ਜਾਂਦੇ ਤੇ ਦੂਜੇ ਨੂੰ ਨਿੰਦਣ ਲੱਗ ਪੈਂਦੇ ਹੋ। ਹਾਂ, ਆਪਣੀ ਕਮਿਊਨਿਟੀ ਦੇ ਵਿੱਚ ਕਿਉਂਕਿ ਸ਼ੋਸ਼ਾ ਬਹੁਤ ਚੱਲਦਾ ਇੱਕ ਦੂਜੇ ਨੂੰ ਦੇਖ ਕੇ, ਉਹ ਨਹੀਂ ਹੋਣਾ ਚਾਹੀਦਾ। ਲਾਈਕ ਤੁਹਾਨੂੰ, ਕਿਉਂਕਿ ਜਿੱਦਾਂ ਆਪਾਂ ਵੀ ਸਟੂਡੈਂਟ ਆਏ ਹਾਂ, ਕਈ ਵਾਰੀ ਨਾ ਸਾਨੂੰ ਏਦਾਂ ਫੀਲ ਹੋਇਆ ਕਿ ਜਿਹੜੇ ਲਾਈਕ ਇੱਥੋਂ ਦੇ ਬੌਰਨ ਸੀਗੇ ਜਾਂ ਜਿਹੜੇ ਪੁਰਾਣੇ ਆਏ ਹੋਏ ਆ, they don't like us coming to Canada, right? They don't like our community to be growing, ਠੀਕ ਹੈ, ਕਿ ਮਤਲਬ ਉਹ ਨਹੀਂ ਚਾਹੁੰਦੇ, ਉਹ ਤਾਂ ਕਰਕੇ ਜ਼ਿਆਦਾ ਭੰਡਦੇ ਨੇ ਕਿਉਂਕਿ ਯਾਰ ਤੁਸੀਂ ਕਿਉਂ ਬੁਲਾ ਰਹੇ ਹੋ ਇਹਨਾਂ ਨੂੰ ਇੱਥੇ, ਕਿਉਂ ਆ ਕੇ ਸਾਡਾ ਮਾਹੌਲ ਖਰਾਬ ਕਰ ਰਹੇ ਨੇ। ਇਹ ਬਹੁਤ ਵਾਰੀ ਚੀਜ਼ਾਂ ਸਾਨੂੰ ਸੁਣਨ ਲਈ ਮਿਲਦੀਆਂ ਨੇ। ਚਲੋ ਵੈਸੇ ਸਾਡਾ ਟੌਪਿਕ ਤਾਂ ਰੀਅਲ ਏਸਟੇਟ ਦਾ ਸੀਗਾ, ਬਟ ਆਈ ਐਮ ਵੈਰੀ ਇੰਸਪਾਇਰਡ ਬਾਈ ਯੂ ਰਾਈਟ ਨਾਓ, ਕਿ ਮਤਲਬ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ, ਇਟਸ ਵੈਰੀ ਵਾਈਜ਼ ਐਂਡ ਆਈ ਐਮ ਸੋ ਲੱਕੀ ਕਿ ਤੁਸੀਂ ਗਲਾਸੀ ਟਾਈਮ ਤੇ ਆਏ ਹੋ ਐਂਡ ਲਾਈਕ ਸੱਚ ਅ ਵਾਈਜ਼ ਪਰਸਨ ਯੂ ਆਰ। ਲਾਈਕ ਤੁਹਾਡੇ ਐਕਸਪੀਰੀਅੰਸਿਸ ਬੋਲ ਰਹੇ ਆ ਭਾਜੀ। ਲਾਈਕ ਕਿਉਂ ਏਦਾਂ ਸਾਨੂੰ ਫੀਲ ਕਰਾਇਆ ਜਾਂਦਾ ਹੈ ਕਿ ਮਤਲਬ ਕਿ ਜੇ ਅਸੀਂ ਬਹੁਤ ਪੁਰਾਣੇ ਆ, ਤੁਸੀਂ ਕਿਉਂ ਆ ਰਹੇ ਹੋ, ਵੀ ਸਾਡੀ ਨਿੱਕੀ ਨਿੱਕੀ ਗੱਲ ਕਿਉਂ ਹੀ ਨਹੀਂ ਚੱਕੀ ਜਾਂਦੀ ਆ ਯਾਰ। ਪਤਾ ਕੀ, ਆਪਣੇ ਹੀ ਲੋਕ ਚੱਕਦੇ ਆ, ਜੇ ਤੁਸੀਂ ਦੇਖਿਆ ਜਾਓ ਤਾਂ ਆਪਣੇ ਹੀ ਲੋਕ ਚੱਕਦੇ ਆ, ਕਿਉਂਕਿ ਅੱਜ ਕੱਲ੍ਹ ਮਸਾਲਾ ਚਾਹੀਦਾ ਹਰੇਕ ਬੰਦੇ ਨੂੰ, ਉਹ ਵਿਊਜ਼ ਚਾਹੀਦੇ ਆ, ਵਿਊਜ਼ ਕਾਊਂਟ ਚਾਹੀਦੇ ਆ। ਪਰ ਇਹ ਹਰੇਕ ਕਮਿਊਨਿਟੀ ਨੂੰ ਫੇਸ ਕਰਨਾ ਪਿਆ ਵੀਰ, ਮੈਨੂੰ ਵੀ ਕਰਨਾ ਪਿਆ। ਇਹ ਤੁਸੀਂ ਇਕੱਲੇ ਨਹੀਂ ਹੈਗੇ, ਜੇ ਕੋਈ PR ਵੀ ਆਇਆ ਉਹਨਾਂ ਨੂੰ ਵੀ ਇਹੀ ਚੀਜ਼ ਫੇਸ ਕਰਨੀ ਪਈ ਆ। Everybody is gonna just keep doing what you guys are doing, man. Don't listen to these. ਕਿਸੇ ਦੂਜੇ ਬੰਦੇ ਨੂੰ ਆਪਾਂ ਸੁਣਨਾ ਨਹੀਂ ਹੈ, just do whatever you're good in, that's it. ਉਹ ਕਰੀ ਚੱਲੋ, ਅੱਗੇ ਵਧੀ ਚੱਲੋ। ਇਹਨਾਂ ਨੇ ਬੋਲੀ ਜਾਣਾ, ਜਿਹੜੇ ਬੋਲਦੇ ਆ ਨਾ ਉਹ ਬੋਲੀ ਜਾਣ, ਕੁਛ ਨਹੀਂ ਹੋਣ ਲੱਗਾ, ਸਭ ਠੀਕ ਹੋ ਜਾਣਾ। ਸਭ ਨੂੰ ਪ੍ਰਮਾਤਮਾ ਨੇ ਸਮੱਤ ਵੀ ਦੇ ਦੇਣੀ ਆ, ਆਪੇ ਲੈਣ ਤੇ ਵੀ ਆ ਜਾਣੇ, ਸਾਰਿਆਂ ਦੇ ਕੰਮ ਵੀ ਚੱਲ ਜਾਣੇ ਆ। ਕੱਲੇ ਸਟੂਡੈਂਟ ਨੇ, ਤੁਸੀਂ ਮੇਰੀ ਇਹ ਚੀਜ਼ ਨੋਟ ਕਰ ਲਓ। ਲੋਕੀ ਮਜ਼ਾਕ ਉਡਾਉਂਦਾ, ਕਈ ਦੂਜੀਆਂ ਕਮਿਊਨਿਟੀਆਂ ਦਾ ਮਜ਼ਾਕ ਉਡਾਉਂਦੀਆਂ, ਉਹ ਤਾਂ ਬੋਲਦੇ ਕਿਉਂਕਿ ਉਹਨਾਂ ਦੇ ਮਾਂ ਪਿਓ ਨੇ ਇੱਥੇ ਸਾਰੀ ਉਮਰ ਘਸਾਈ ਕਰਕੇ ਪੈਸਾ ਜੋੜ ਕੇ ਦੇਤਾ, ਉਹਨਾਂ ਨੂੰ ਪਤਾ ਨਹੀਂ ਹੈ ਕਿ ਪਿੱਛੇ ਦੇ ਗ੍ਰਾਈਂਡ ਕੀ ਆ। ਦੇ ਡੋਨਟ ਨੋ ਦ ਗ੍ਰਾਈਂਡ, ਹੈ ਨਾ, ਬਿਕਾਜ਼ ਦੇ ਹੈਵ ਐਵਰੀਥਿੰਗ ਸੈਟਡ ਅਪ। ਜਵਾਨ ਹੁੰਦਾ ਨਹੀਂ ਤਾਂ ਬਾਪੂ ਨੇ BMW ਲੈਤੀ, ਇੰਸ਼ੋਰੈਂਸ ਉਹ ਪੇ ਕਰਦੇ ਆ, ਠੀਕ ਆ। ਤੇ ਇੱਥੇ ਸਟੂਡੈਂਟ ਨੂੰ ਉਹ ਦੇਖ ਕੇ ਮੱਚਦੇ ਆ, ਅੱਧੇ ਨਾਲ ਜ਼ਿਆਦਾ ਮੱਚਦੇ ਹੋਣੇ ਆ ਵੀ ਇਹ ਆਉਂਦੇ ਬਾਅਦ ਚੋਂ ਇਹਦੀਆਂ ਜੀਪਾਂ ਕਿਵੇਂ ਅਫੋਰਡ ਕਰੀ ਜਾਂਦੇ ਯਾਰ। ਅਗਲਾ ਕਮਾਈ ਕਰਦਾ, ਬਿਲਕੁਲ ਦਿਨ ਰਾਤ ਕਮਾਈ ਤੋੜਦੇ, ਆਪਦੀ ਜ਼ਿੰਦਗੀ ਜਿਉਂਦੇ ਆ। ਨਹੀਂ ਲਾ ਸਕਦਾ ਬੰਦਾ, ਕਿਹਦੇ ਤੇ ਲਾਊਗਾ ਨਾ, ਦੱਸ ਯਾਰ। ਉਹਦੀ ਜ਼ਿੰਦਗੀ ਆ, ਨਾਲੇ ਤੂੰ ਦੇਖ, ਪਤਾ ਕਿ ਸ਼ੌਂਕ ਬਾਅਦ ਚ ਪਗਾਉਣੇ ਆ। ਤੁਸੀਂ ਕਦੋਂ ਹੁਣ ਮੈਂ ਅਫੋਰਡ ਕਰਦਾ, ਮੈਂ ਚਾਹੇ ਜੀ ਵੈਗਨ ਲੈ ਲਾ, ਪਰ ਜੀ ਨਹੀਂ ਕਰਦਾ ਹੁਣ, ਕਿਹਨੂੰ ਦਿਖਾਉਣੀ ਆ, ਯੂ ਨੋ। ਇੱਕ ਟਾਈਮ ਹੁੰਦਾ ਯਾਰ ਉਹਦੇ। ਹਾਂ, ਇਹ ਜ਼ਰੂਰ ਆ ਵੀ ਵਾਈਜ਼ ਵੀ ਨਾਲ ਲੈ ਕੇ ਚੱਲੋ। ਜਿਵੇਂ ਹੁਣ ਤੁਸੀਂ ਕੰਮ ਕਰੀ ਜਾਂਦੇ ਹੋ ਯਾਰ, ਤੁਸੀਂ ਇੱਥੇ ਆਏ ਹੋ ਐਡੀ ਦੂਰੋਂ, ਬੈਲਵਿਲ ਤੋਂ ਆ ਕੇ ਸੈਟਅਪ ਕੀਤਾ, ਐਡੀ ਦੂਰੋਂ ਕਾਰ ਚਲਾ ਕੇ ਆਏ ਹੋ, ਹੈਵ ਫਨ, ਯੂ ਆਰ ਵਰਕਿੰਗ ਐਜ਼ ਵੈਲ, ਯੂ ਨੋ। ਏਦਾਂ ਥੋੜੀ ਤੁਸੀਂ ਇਕੱਲਾ ਮਾੜਾ ਹੀ ਕੰਮ ਕਰੀ ਜਾਂਦੇ ਹੋ, ਤੁਸੀਂ ਕੀ ਗਲਤ ਕਰੀ ਜਾਂਦੇ ਹੋ, ਯੂ ਵਰਕਿੰਗ, ਤੁਸੀਂ ਹਾਸਲ ਕਰੀ ਜਾਂਦੇ ਹੋ, ਨਾਲ ਆਪਣੇ ਸ਼ੌਂਕ ਵੀ ਕਰੋ ਨਾ ਆਪਣੇ। ਹਾਂ, ਤੇ ਲਾਈਫ ਵੀ ਇਹੀ ਹੈ ਵੀਰ, ਜਿੱਦਣ ਸ਼ੌਂਕ ਮਾਰ ਕੇ ਫਿਰ ਉਹ ਤਾਂ ਤੁਸੀਂ ਪੈਸੇ ਕਮਾਉਣ ਦੀ ਮਸ਼ੀਨ ਬਣ ਗਏ ਬਾਈ, ਠੀਕ ਹੈ। ਹਾਂ, ਵਾਈਜ਼ ਰਹੋ। ਇਹ ਆਪਦਾ ਜਿਹੜਾ ਹੈਡ ਉੱਪਰ ਜਾ ਕੇ ਇਹ ਵੀ ਨਾਲ ਦੇਖੋ ਵੀ ਅਸੀਂ ਇਨਵੈਸਟਮੈਂਟ ਵੀ ਕਰਨੀ ਆ, ਪੈਸੇ ਵੀ ਜੋੜਨੇ ਆ, ਇੱਥੇ ਸੈਟਲ ਡਾਊਨ ਵੀ ਹੋਣਾ। ਜੇ ਤੁਹਾਨੂੰ ਪਤਾ ਵੀ ਤੁਸੀਂ ਘਰ ਲੈਣਾ ਆ, ਛੇਤੀ ਲੈਣ ਬਾਰੇ ਸੋਚ ਰਹੇ ਹੋ, ਡੋਂਟ ਬਾਏ ਅ ਕਾਰ, ਡੋਂਟ ਬਾਏ ਐਨੀ ਅਦਰ ਲੋਨ। ਪਰ ਜੇ ਤੁਹਾਡਾ ਕੋਈ ਪਲਾਨ ਹਲੇ ਨਹੀਂ ਹੈਗਾ, ਤੁਸੀਂ ਸਟੂਡੈਂਟ ਆਏ ਹੋ, ਤੁਸੀਂ ਅਫੋਰਡ ਕਰ ਰਹੇ ਹੋ, 2-4 ਸਾਲ ਤੁਸੀਂ ਆਪਦੀ ਲਾਈਫ ਇੰਜੋਏ ਕਰਨੀ ਹੈ, ਡੂ ਇਟ ਮੈਨ, ਹੈ ਨਾ। ਜੇ ਹਰੇਕ ਬੰਦੇ ਦੀ ਆਪਣੀ ਲਾਈਫ ਹੈ ਯਾਰ, ਉਹਨੂੰ ਜਿਉਣੀ ਚਾਹੀਦੀ ਆ ਔਰ ਪੂਰਾ ਹੱਕ ਹੋਣਾ ਚਾਹੀਦਾ, ਐਜ਼ ਲੌਂਗ ਐਜ਼ ਤੁਸੀਂ ਕੁਝ ਗਲਤ ਨਾ ਕਰੋ, ਸਾਰੀ ਕਮਿਊਨਿਟੀ ਦੇ ਉੱਤੇ ਬਲੇਮ ਨਾ ਜਾਵੇ। ਜਿਵੇਂ ਹੁਣ ਆਪਣੇ ਕਈ ਸਟੂਡੈਂਟ ਲੜੇ, ਓਪਨ ਤਲਵਾਰਾਂ ਕੱਢ ਲੀਆਂ, ਉਹ ਕਰ ਲਿਆ, ਮੈਨੂੰ ਵੀ ਲੱਗਿਆ ਯਾਰ, ਮੈਂ ਕਿਹਾ ਇਹ ਗਲਤ ਆ, ਕਿਉਂਕਿ ਦ ਥਿੰਗ ਇਜ਼ ਕੁਛ ਕੁ ਬੰਦੇ ਜਿਹੜੇ ਇੱਦਾਂ ਕਰਦੇ ਆ। ਜੇ ਤੁਸੀਂ ਸਟੂਡੈਂਟਾਂ ਦੀ ਗੱਲ ਕਰੋ ਮੇਰੇ ਵੀਰ, ਮੇਰੇ ਹਿਸਾਬ ਨਾਲ 5% ਵੀ ਨਹੀਂ ਹੋਣੇ ਜਿਹੜੇ ਇੱਦਾਂ ਦਾ ਕੰਮ ਕਰਦੇ ਆ, ਪਰ ਹਾਈਲਾਈਟ ਉਹ 5% ਹੀ ਹੁੰਦੇ ਆ ਯਾਰ। ਲੱਖਾਂ ਜੇ ਆ ਰਿਹਾ ਵਾ, ਉਹਦੇ 'ਚ 10-15 ਕੀ 100-150 ਵੀ ਮਾੜੇ ਨਿਕਲ ਸਕਦੇ ਆ ਬਾਈ। ਤੂੰ ਚਿੱਟੀ ਕੰਧ ਪੇਂਟ ਕਰ ਦੇ,
ਇੱਕ ਛਿੱਟਾ ਮਾਰ ਕਾਲਾ। ਕਿਸੇ ਨੇ ਇਹ ਨਹੀਂ ਕਹਿਣਾ ਵੀ ਕਾਰ ਚਿੱਟੀ ਬਹੁਤ ਸੋਹਣੀ, ਉਹਨੇ ਕਹਿਣਾ ਕਾਲਾ ਕਿਉਂ ਆ। ਇਹ ਚੀਜ਼ ਆ, ਉਹ ਚੀਜ਼ ਆ ਨਾ, ਸੇਮ ਚੀਜ਼ ਆ। ਉਹ ਥੋੜੇ ਚੁੱਲੂ ਭਾਰੀ ਆ ਕਹਿ ਲਓ, ਜਾਂ 1% ਹੋਣੇ ਆ ਜਿਹੜੇ ਏਦਾਂ ਗੰਦ ਪਾਉਂਦੇ ਆ, ਉਹਦੇ ਕਰਕੇ ਪੂਰੀ ਕਮਿਊਨਿਟੀ ਨੂੰ ਖਰਾਬ ਕੀਤਾ ਹੋਇਆ ਵੀ। ਤੇ ਇਹ ਅਪਲਿਫਟ ਕਿਵੇਂ ਹੋਊਗੀ? ਇਹ ਤੁਸੀਂ ਹੀ ਕਰਨੀ ਆ, ਕਿਸੇ ਹੋਰ ਨੇ ਨਹੀਂ ਕਰਨੀ। ਇਹ ਜਿਹੜੇ ਚੰਗੇ ਸਟੂਡੈਂਟ ਆ ਉਹ ਅੱਗੇ ਨਹੀਂ ਆਉਂਦੇ, ਉਹ ਵੀ ਆ ਕੇ ਸੋਸ਼ਲ ਮੀਡੀਆ ਤੇ ਦੱਸਣ ਵੀ ਉਹ ਕੀ ਕਰਦੇ ਆ, ਆਪਦੀਆਂ ਵੀਡੀਓ ਪਾਉਣ, ਭਾਈ ਯਾਰ ਅੱਜ ਇੰਨਾ ਥੱਕ ਕੇ ਆਇਆ, ਮੇਰੀ ਢੂਈ ਟੁੱਟੀ ਜਾਂਦੀ ਹੈ, ਮੇਰੇ ਅੱਜ ਆ ਸੱਟ ਵੱਜ ਗਈ। ਦੱਸੋ ਲੋਕਾਂ ਨੂੰ ਵੀ ਯੂ ਆਰ ਵਰਕਿੰਗ ਟੂ। ਚੰਗੀਆਂ ਚੀਜ਼ਾਂ ਵੀ ਕਰੋ। ਰੋਲਾ ਇਹ ਵੀ ਉਹ ਕਰਦੇ ਆ ਪਰ ਉਹ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ, ਮਾੜੀ ਚੀਜ਼ ਆ ਜਾਂਦੀ ਹੈ। ਹਾਂ, ਮਾੜੀ ਚੀਜ਼ ਹਾਈਲਾਈਟ ਹੋ ਜਾਂਦੀ ਹੈ, ਜਿਹੜੀ ਚੰਗੀ ਆ ਉਹ ਹਾਈਲਾਈਟ ਨਹੀਂ ਹੋ ਰਹੀ। ਕਿਉਂਕਿ ਲੋਕਾਂ ਨੂੰ ਵੀ ਮਸਾਲਾ ਚਾਹੀਦਾ, ਲੋਕਾਂ ਨੂੰ ਪੂਰੀ ਬੈਡ ਨਿਊਜ਼ ਜ਼ਿਆਦਾ ਅਟਰੈਕਟ ਕਰਦੀ ਹੈ ਕਿ ਅੱਛਾ ਕੀ ਚੱਲ ਰਿਹਾ, ਚੰਗੀ ਚੀਜ਼ ਸੁਣਦੇ ਵੀ ਨਹੀਂ ਨਾ। ਭਾਜੀ ਕਮਿੰਗ ਬੈਕ ਟੂ ਸਟੂਡੈਂਟ, ਕੀ ਸਟੂਡੈਂਟਸ ਜਾਂ ਫਿਰ ਵਰਕ ਪਰਮਿਟ ਤੇ ਨੇ ਜਿਹੜੇ ਉਹ ਹੋਮ ਅਫੋਰਡ ਕਰ ਸਕਦੇ ਨੇ ਜਾਂ ਹੋਮ ਲੈ ਸਕਦੇ ਨੇ? ਨਹੀਂ, ਹਲੇ ਮੈਨੂੰ ਲੱਗਦਾ ਕੋਈ ਜਿਹੜੀ ਇਹਨਾਂ ਨੇ ਰੀਸੈਂਟ ਦੇ ਸਟੂਡੈਂਟ ਤਾਂ ਨਹੀਂ ਲੈ ਸਕਦਾ ਗਾ। ਐਜ਼ ਲੌਂਗ ਐਜ਼ ਤੁਹਾਡਾ PR ਦੇ ਵਿੱਚ ਸਟੇਟਸ ਹੈ ਤੁਸੀਂ ਲੈ ਸਕਦੇ ਹੋ। ਤੁਹਾਨੂੰ ਉਹਦੇ 'ਚ ਡਾਊਨ ਪੇਮੈਂਟ ਜ਼ਿਆਦਾ ਦੇਣਾ ਪੈਣਾ, ਹਾਲੇ ਵੀ ਤੁਸੀਂ ਕੁਆਲੀਫਾਈ ਮੇਬੀ 5% ਤੇ ਨਹੀਂ ਹੋਵੋਗੇ। ਓਕੇ, ਯਾ ਸੋ ਆਈ ਵੁੱਡ ਸੇ ਕਿ ਇੱਕ ਤਾਂ ਮਾਰਕੀਟ ਹਾਲੇ ਵੀ ਤੁਹਾਡੇ ਫੇਵਰ 'ਚ ਹੀ ਆ। ਮੈਨੂੰ ਨਹੀਂ ਲੱਗਦਾ ਇੱਕੋਦਮ ਕੋਈ ਅਪਟਿਕ ਬਾਹਲੀ ਵੱਡੀ ਆਊਗੀ। ਸੋ ਜੇ ਤੁਹਾਡਾ ਕੋਈ PR ਆਉਣ ਵਾਲਾ ਜਾਂ ਤੁਹਾਡਾ ਸਟੇਟਸ ਅਪਲਾਈ ਕੀਤਾ ਹੋਇਆ ਜਾਂ ਤੁਸੀਂ ਵਰਕ ਵੀਜ਼ੇ ਤੇ ਹੈਗੇ ਹੋ, ਤੁਹਾਡੇ ਕੋਲ 20% ਜੁੜਿਆ ਹੋਇਆ, ਗੋ ਹੈਡ ਐਂਡ ਹੈਵ ਅ ਲੁੱਕ। ਸੋ PR ਦੀ ਜਿਹਨੇ ਫਾਈਲ ਲਾਈ ਹੋਈ ਆ ਉਹ ਲੈ ਸਕਦਾ? ਹਾਂ, ਉਹ ਓਕੇ ਹੋਊਗਾ। ਥੋੜੀ ਲੌਂਗ ਕਲੋਜ਼ਿੰਗ ਲੈ ਲਵੇ, ਉਹਨਾਂ ਨੂੰ ਉਹਦਾ ਸਾਰਾ ਕੁਝ ਆ ਜਾਏਗਾ। ਓਕੇ, ਬੈਂਕਾਂ ਚੀਜ਼ ਕਰ ਲੈਂਦੀ ਹੈ ਸਭ। ਤਾਂ ਕੀ ਲਾਈਕ ਫਾਰਮੈਲਿਟੀਜ਼ ਨੇ ਲਾਈਕ ਐਜ਼ ਅ PR ਜਾਂ ਐਜ਼ ਅ ਸਟੂਡੈਂਟ, ਲਾਈਕ ਕੀ ਦੇਖਣਾ ਪੈਂਦਾ? ਜਿੱਦਾਂ ਮੰਨ ਲਓ 5 ਲੱਖ ਦਾ ਕੋਈ ਘਰ ਕਿਸੇ ਨੇ ਲੈਣਾ ਐਗਜ਼ਾਮਪਲ, ਤੇ ਕਿੰਨਾ ਉਹਨੂੰ ਡਾਊਨ ਦੇਣਾ ਪਊਗਾ? ਹੈਗੇ ਤਾਂ ਤੁਹਾਨੂੰ ਘੱਟੋ ਘੱਟ 20% ਤਾਂ ਦੇਣਾ ਪੈਣਾ। ਸੋ ਜੇ 5 ਲੱਖ ਦਾ ਘਰ ਆ, ਤੁਸੀਂ ਲਾ ਲਓ ਵੀ 1 ਲੱਖ, ਹਾਂ $1 ਹੋ ਗਿਆ ਹੈ ਨਾ, ਉਹ ਦੇਣਾ ਪੈਣਾ ਆ। ਪਲੱਸ ਨਾਲ ਤੁਹਾਡੀ ਜਿਹੜੀ ਵਰਕ ਹਿਸਟਰੀ ਆ ਘੱਟੋ ਘੱਟ ਪਿਛਲੇ 2 ਸਾਲ ਤੱਕ ਦੀ ਹੋਣੀ ਚਾਹੀਦੀ ਆ। ਓਕੇ, ਇਹ ਨਹੀਂ ਹੈ ਵੀ ਤੁਸੀਂ ਜਿਵੇਂ ਵਰਕ ਵੀਜ਼ੇ ਤੇ ਹਲੇ ਸ਼ੁਰੂ ਹੀ ਕੀਤਾ ਤੇ ਤੁਸੀਂ 6 ਮਹੀਨੇ ਬਾਅਦ ਘਰ ਲੈਣ ਚੱਲ ਜਾਓ, ਨਹੀਂ। ਸੋ ਕਿੰਨੀ ਉਹਦੀ ਤੁਹਾਨੂੰ ਕੀ ਲੱਗਦਾ 5 ਲੱਖ ਲਈ ਕਿੰਨੀ ਉਹਨੂੰ ਗ੍ਰੋਸ ਕਰਨੀ ਪਊਗੀ? ਉਹ ਇਹ ਚੇਂਜ ਹੁੰਦੀ ਰਹਿੰਦੀ ਹੈ। ਜਿਵੇਂ ਅੱਜ ਦੀ ਡੇਟ ਦੇ ਵਿੱਚ ਅਪਰੋਕਸੀਮੇਟਲੀ ਤੁਹਾਨੂੰ ਦੱਸ ਦਿੰਦਾ, ਅੱਜ ਜਦੋਂ 2% ਦੇ ਨੇੜੇ ਸੀਗਾ ਇੰਟਰਸਟ ਰੇਟ, ਉਦੋਂ ਤਕਰੀਬਨ 1 ਲੱਖ ਦੇ ਮਗਰ ਜਿੰਨੀ ਤੁਹਾਡੀ ਇਨਕਮ ਆਉਂਦੀ ਸੀਗੀ ਉਹਨੂੰ 5 ਨਾਲ ਗੁਣਾ ਕਰ ਲਓ, ਇਹ ਹੁੰਦੀ ਸੀ। ਹੁਣ ਘੱਟ ਕੇ ਉਹ ਹੋ ਗਿਆ ਫਾਰਮੂਲਾ ਤਕਰੀਬਨ 3.5। ਐਕਸੈਪਸ਼ਨਲ ਕੇਸਿਸ ਦੇ ਵਿੱਚ 4%, 4 ਗੁਣਾ ਵੀ ਮਿਲ ਜਾਂਦੀ ਹੈ, ਤਕਰੀਬਨ 3.5 ਗੁਣਾ। ਜੇ $1,00,000 ਬਣਾਉਂਦੇ ਹੋ, ਤੁਹਾਡੀ ਅਪਰੂਵਲ 3.5 ਪੌਣੇ 4। ਤੇ ਇਹ ਤਾਂ ਹੁਣ ਬਹੁਤ ਔਖਾ ਹੋ ਗਿਆ ਫਿਰ ਬਾਈ। ਐਕਚੁਅਲ ਦੇ ਵਿੱਚ ਜਿਹੜੀ ਆਹ ਮਾਰਕੀਟ ਜਦ ਦੀ ਚੱਲੀ ਹੈ, ਇਹ ਫੇਵਰ 'ਚ ਹੈ ਹੀ ਨਹੀਂ ਫਸਟ ਟਾਈਮ, ਕਿਉਂਕਿ ਪਹਿਲਾਂ ਪ੍ਰਾਈਸ ਇੰਨੇ ਉੱਤੇ ਸੀਗੇ, ਅਪਰੂਵਲਾਂ ਆਉਂਦੀਆਂ ਸੀ, ਠੀਕ ਹੈ, ਉਦੋਂ ਵੀ ਕਰੰਚ, ਕਿਉਂਕਿ ਉੱਥੇ ਹੱਥ ਨਹੀਂ ਜਾਂਦਾ, ਉਹਨੇ ਦੀ ਅਪਰੂਵਲ ਨਹੀਂ ਆਉਂਦੀ। ਅੱਜ ਪ੍ਰਾਈਸਿਸ ਥੱਲੇ ਆਏ ਆ ਤੇ ਇੰਟਰਸਟ ਰੇਟ ਇੰਨਾ ਉੱਤੇ ਆ, ਤੁਹਾਡੀ ਅਪਰੂਵਲ ਫਿਰ ਨਹੀਂ ਆਉਂਦੀ, ਯੂ ਆਰ ਨਾਟ ਗੈਟਿੰਗ ਕੁਆਲੀਫਾਈਡ। ਸੋ ਗਵਰਨਮੈਂਟ ਨੂੰ ਕੁਛ ਨਾ ਕੁਛ ਇੱਦਾਂ ਦਾ ਕਰਨਾ ਚਾਹੀਦਾ ਵੀ ਸਪੈਸ਼ਲੀ ਡਿਜ਼ਾਈਨ ਕਰੋ ਕੁਛ ਇੱਦਾਂ ਦਾ ਜਿਹੜਾ ਕਿ ਫਸਟ ਟਾਈਮ ਬਾਇਰਸ ਵਾਸਤੇ ਉਹਨਾਂ ਦੇ ਫੇਵਰ 'ਚ ਹੋਵੇ। ਲੈਟਸ ਸੇ ਕਿ ਬਾਹਰ 6% ਚੱਲਦਾ, ਫਸਟ ਟਾਈਮ ਬਾਇਰ ਨੂੰ 3% ਤੇ ਕੁਆਲੀਫਾਈ ਕਰੋ। ਬਿਲਕੁਲ, ਯੂ ਨੋ ਗਿਵ ਦੈਮ ਐਨ ਓਪਰਚੁਨਿਟੀ ਤਾਂ ਕਿ ਉਹ ਇਸ ਮਾਰਕੀਟ ਦਾ ਫਾਇਦਾ ਚੱਕ ਸਕਣ। ਰਾਈਟ। ਉਹ ਕਦੋਂ ਕਰਨਗੇ? ਉਦੋਂ ਕਰਨਗੇ ਜਦੋਂ ਆਲਰੇਡੀ ਮਾਰਕੀਟ ਸਟੇਬਲਾਈਜ਼ ਹੋ ਗਈ, ਹੌਲੀ ਹੌਲੀ ਪ੍ਰਾਈਸ ਥੱਲੇ ਆਉਣ ਸ਼ੁਰੂ ਹੋ ਗਏ। ਉਦੋਂ ਜੇ ਉਹਨਾਂ ਨੇ 1% ਡਿਸਕਾਊਂਟ ਦੇ ਵੀ ਦਿੱਤਾ, ਉਹਨਾਂ ਨੂੰ ਸਾਰੀਆਂ ਵੱਡੀਆਂ ਮੱਛੀਆਂ ਬਾਹਰ ਆ ਜਾਣਗੀਆਂ। ਸਾਰੇ ਬੈਠੇ ਆ, everybody is ready. Honestly speaking, I'm not saying ਕਿ ਮੈਂ ਬਹੁਤ ਵੱਡੀ ਮੱਛੀ ਹਾਂ, but I am looking for myself right now. ਜਿਹੜਾ ਮੈਨੂੰ ਘਰ ਵਧੀਆ ਲੱਗਦਾ ਮੈਂ ਉਹਦੇ ਤੇ ਲੋਅ ਬਾਲ ਸਿੱਟੀ ਜਾਂਦਾ ਵੀ ਆਊਗਾ ਕੁਛ ਨਾ ਕੁਛ। ਮੈਂ ਆਪਦੇ ਵੱਲੋਂ ਨੰਬਰ ਰਨ ਕਰਦਾ, I'm very analytic on this. ਮੈਨੂੰ ਪਤਾ ਲੱਗ ਜਾਂਦਾ ਵੀ ਮੇਰੀ ਇੰਨੀ ਦੀ ਚੀਜ਼ ਆ, ਇੰਨਾ ਖਰਚਾ ਆਉਣਾ, ਮੇਰੇ 'ਚੋਂ ਇੰਨਾ ਰੈਂਟ ਆਉਣਾ, ਇਹਦੀ ਇਸ ਏਰੀਆ ਦੀ ਇੰਨੀ ਐਪਰੀਸ਼ੀਏਸ਼ਨ ਆਉਣੀ ਹੈ, ਮੈਂ ਉਹਨੂੰ ਰਨ ਆਊਟ ਕਰਕੇ ਮੈਂ ਉਨੀ ਆਫਰ ਪਾ ਦਿੰਦਾ। ਜੇ ਤਾਂ ਆ ਗਈ ਹੱਥ 'ਚ ਠੀਕ ਹੈ, ਨਹੀਂ ਆਈ ਤਾਂ ਕੋਈ ਕਾਲ ਨਹੀਂ। ਯੂ ਨੋ ਐਵਰੀਬਡੀ ਇਜ਼ ਡੂਇੰਗ ਇਟ। ਵੀ ਆਹੋ ਇੰਨਾ ਡੈਸਪਰੇਟ ਨਹੀਂ ਹੋਣਾ। ਹਾਂ, ਡੈਸਪਰੇਟ ਨਹੀਂ ਹੋਣਾ। ਸਾਡਾ ਮੇਰਾ ਹੈਗਾ ਵਾ, ਆ ਗਿਆ ਨਹੀਂ ਆਇਆ। ਯੈਸ, ਪਰ ਉਹ ਇਵੈਂਚੁਅਲੀ ਜਦੋਂ ਮਾਰਕੀਟ ਹੋਰ ਥੱਲੇ ਆਊਗੀ, everybody is going to be exactly same as me as well. Like ਜਿੱਦਾਂ ਮੈਂ ਲਾਈਕ ਰੀਅਲਟਰ ਨੂੰ ਮਿਲਿਆ ਸੀ, ਬਟ ਆਈ ਵਾਸ ਲੁਕਿੰਗ ਫॉर ਅ ਕਮਰਸ਼ੀਅਲ ਥਿੰਗ, ਰਾਈਟ? ਬਟ ਮੈਂ ਜਸਟ ਇਨਫੋਰਮੇਸ਼ਨ ਲਈ ਬੋਲ ਰਿਹਾ ਸੀ, ਲਾਈਕ ਹਾਊ ਹੀ ਵਾਸ ਪ੍ਰਮੋਟਿੰਗ ਅ ਫਰਸਟ ਹੋਮ ਬਾਇਰ ਇਜ਼ ਲਾਈਕ that bro you can do like 5% or you can do like 10%. Commercially I think 30%. No, not commercial but like for the home. ਅੱਛਾ for the ਅੱਛਾ ਤਾਂ ਉਹ ਮਤਲਬ ਐਦਾਂ ਮੈਨੂੰ ਲਾਈਕ ਦੱਸ ਰਿਹਾ ਸੀ ਕਿ ਬਹੁਤ ਬੈਨੀਫੀਸ਼ੀਅਲ ਹੈ ਦੇਰ ਲਈ, ਐਂਡ ਹੀ ਵਾਸ ਮੋਰ ਪ੍ਰਮੋਟਿੰਗ ਲਾਈਕ ਦ ਫਿਕਸਡ ਨਾਟ ਦ ਵੇਰੀਏਬਲ। ਤਾਂ ਮਤਲਬ ਉਹ ਫਿਕਸ ਤੇ ਫੋਕਸ ਕਰ ਰਿਹਾ ਸੀ, ਨਾਲ ਉਹ ਦੱਸ ਰਿਹਾ ਸੀਗਾ ਕਿ ਗੋ ਵਿਦ ਲਾਈਕ 5% or 10% ਜਿਹੜਾ ਫਰਸਟ ਹੋਮ ਬਾਇਰ ਨੂੰ ਆਪਾਂ ਦੇ ਸਕਦੇ ਹਾਂ। ਤਾਂ ਲਾਈਕ ਕਿੰਨਾ ਕੀ ਕਰੈਕਟ ਹੈ, ਐਂਡ ਜਿਹੜੇ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਸੀ, ਸਾਨੂੰ ਕਿੱਦਾਂ ਪਤਾ ਲੱਗੇ ਕਿ ਹਾਂ ਵੀ
ਕਿ ਉਹ ਬੰਦਾ ਜੈਨੂਅਨ ਹੈ ਜਾਂ ਨਹੀਂ ਹੈ, ਔਰ ਜੋ ਚੀਜ਼ਾਂ ਸਾਨੂੰ ਦੱਸ ਰਿਹਾ ਇਜ਼ ਦੈਟ ਇਨ ਅ ਫੇਵਰ? ਜਿੱਦਾਂ ਤੁਸੀਂ ਕਿਹਾ ਕਿ ਉਹ ਹਮੇਸ਼ਾ ਨਹੀਂ ਰਹਿੰਦੀ ਫੇਵਰ 'ਚ ਫਸਟ ਹੋਮ ਬਾਇਰ ਦੇ, ਲਾਈਕ ਕਦੇ ਵੀ ਨਹੀਂ ਸੀ ਹੈ, ਲਾਈਕ ਹਾਊ ਥੀਸ ਗਾਈਜ਼ ਆਰ ਪ੍ਰਮੋਟਿੰਗ ਇਟ? ਮਤਲਬ ਕਿੰਨੇ ਜਨਤਾ ਹੋਏਗੀ ਜਿਹੜੀ ਮਤਲਬ ਇਹਨਾਂ ਦੀ ਇੰਟਰਪ੍ਰੀਟੇਸ਼ਨ ਨੂੰ ਲਾਈਕ ਗਲਤ ਵੇ ਨਾਲ ਲੈ ਰਹੀ ਹੈ, ਲਾਈਕ ਗਲਤ ਸਟੈਪ ਚੱਕ ਰਹੀ ਹੈ? ਸੋ ਸਭ ਤੋਂ ਪਹਿਲਾਂ ਮੈਂ ਹਮੇਸ਼ਾ ਹੀ ਆਪਣੇ ਜਿੰਨੇ ਵੀ ਕਲਾਇੰਟ ਜਿਹੜੇ ਫਸਟ ਟਾਈਮ ਬਾਇਰ ਵੀ ਸੀ ਨਾ, ਚਾਹੇ ਮਾਰਕੀਟ ਹੌਟ ਸੀ ਚਾਹੇ ਸਲੋ ਸੀ ਪਹਿਲਾਂ ਵੀ, ਮੈਂ ਹਮੇਸ਼ਾ ਹਰੇਕ ਬੰਦੇ ਨੂੰ ਇਹ ਕਹਿੰਦਾ ਸੀਗਾ ਰੀਅਲ ਸਟੇਟ ਵਨ ਵਾਜ਼ ਦਾ ਗੁੱਡ ਟਾਈਮ ਟੂ ਬਾਈ ਰੀਅਲ ਸਟੇਟ, ਇਟ ਵਾਜ਼ ਆਲਵੇਜ਼ 5 years ਬਿਫੋਰ। ਜੇ ਤੁਸੀਂ ਅੱਜ ਚੱਕ ਕੇ ਦੇਖੋ 5 ਸਾਲ ਪਹਿਲਾਂ 2017 ਦੇ ਵਿੱਚ ਜਿਹੜਾ ਮੈਂ ਇੱਥੇ ਘਰ ਵੇਚਿਆ ਸੀ ਉਹ 6 ਲੱਖ 6.5 ਲੱਖ ਦਾ ਵੇਚਿਆ ਸੀ, 3 ਲੱਖ ਦਾ ਲਿੱਤਾ ਸੀ ਮੈਂ 2014 ਦੇ ਵਿੱਚ, ਤੇ 17 ਦੇ ਵਿੱਚ ਵੇਚਿਆ ਸੀ ਡਬਲ ਕਰਕੇ 3.5 357 ਦਾ ਲੈ ਕੇ 6.72 ਕੇ 692 ਦਾ। ਉਹ ਅੱਜ ਵੀ 692 ਦਾ ਨਹੀਂ ਮਿਲਦਾ। ਡਿਟੈਚ 2200 ਵਿਦ ਫਿਨਿਸ਼ ਬੇਸਮੈਂਟ ਫੁੱਲ ਵਾਕਆਊਟ, ਪਿੱਛੇ ਜੰਗਲ ਸੀ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, 2017 ਵਾਲਾ ਪ੍ਰਾਈਸ ਅੱਜ ਵੀ ਹੈ ਨਹੀਂ ਤੇ ਮੈਨੂੰ ਨਹੀਂ ਲੱਗਦਾ ਉਹ ਦੁਬਾਰੇ ਆਊਗਾ ਵੀ। ਸੋ ਰੀਅਲ ਸਟੇਟ ਦਾ ਜਿਹੜਾ ਪ੍ਰਾਈਸ ਤੁਸੀਂ ਦੇਖਦੇ ਹੋ ਨਾ ਲੌਂਗ ਟਰਮ ਦੇ ਹਿਸਾਬ ਨਾਲ ਦੇਖਣਾ, ਇਵੈਂਚੁਅਲੀ ਉੱਤੇ ਹੀ ਜਾਣਾ। ਪਰ ਹਾਂ ਜਿਹੜੇ ਬੰਦੇ ਕੌਟ ਹੋਏ ਨਾ ਔਨ ਦਾ ਪੀਕ, ਉਹ ਫਰਕ ਸਿਰਫ ਮਾੜਾ ਉਹਨਾਂ ਦਾ ਵੀ ਕੁਝ ਨਹੀਂ, ਜਿਹੜੇ ਬੰਦੇ ਹੋਲਡ ਕਰ ਲੈਣਗੇ। ਵੀ ਇਹ ਚੀਜ਼ ਤੁਸੀਂ ਭਾਵੇਂ ਨੋਟ ਕਰ ਲਓ, ਫਰਕ ਸਿਰਫ ਇੰਨਾ ਹੋਣਾ ਵੀ ਜਿਹੜੇ ਬੰਦੇ ਨੇ ਲੋ ਮਾਰਕੀਟ 'ਚ ਲਿੱਤਾ ਉਹਦੀ ਐਪਰੀਸ਼ੀਏਸ਼ਨ ਜਿਹੜੀ ਹੈ ਉਹ ਆ ਜੂਗੀ ਤਕਰੀਬਨ 4-5 ਸਾਲ ਦੇ ਵਿੱਚ ਵਧੀਆ। ਜਿਹੜੇ ਬੰਦੇ ਨੇ ਪੀਕ 'ਤੇ ਲਿੱਤਾ ਉਹ 7-8 ਚ ਆ ਜੂ। ਯੂ ਆਰ ਸਟਿਲ ਮੇਕਿੰਗ ਮਨੀ, ਯੂ ਆਰ ਸਟਿਲ ਗੋਨਾ ਮੇਕ ਮਨੀ। ਪਰ ਇਹ ਹੈ ਵੀ ਇਹ ਜੇ ਤੁਸੀਂ ਲੌਂਗ ਟਰਮ ਬਾਰੇ ਸੋਚ ਕੇ ਚੱਲਦੇ ਹੋ ਇਟਸ ਓਕੇ। ਦੂਜਾ ਜਿਹੜਾ ਫਸਟ ਟਾਈਮ ਬਾਇਰ ਦੀ ਤੁਸੀਂ ਗੱਲ ਕਰਦੇ ਪਏ ਹੋ, ਫਸਟ ਟਾਈਮ ਬਾਇਰਸ ਨੂੰ ਮੈਂ ਹਮੇਸ਼ਾ ਹੀ ਇਹ ਗੱਲ ਕਹਿੰਦਾ ਰਿਹਾ, ਪ੍ਰੋਬਲਮ ਪਤਾ ਕੀ ਆਉਂਦੀ ਆ? ਮੈਨੂੰ ਲੱਗਦਾ ਫਸਟ ਟਾਈਮ ਬਾਇਰਸ ਦੇ ਵਿੱਚ ਵੀ ਇੱਕ ਬੜੀ ਵੱਡੀ ਪ੍ਰੋਬਲਮ ਜਿੰਨਿਆਂ 'ਚ ਮੈਂ ਦੇਖੀ ਹੈ, ਮੋਸਟਲੀ ਲੋਕਾਂ 'ਚ ਹੈਗੀ ਹੈ, ਉਹ ਨਾ ਉਹਨਾਂ ਦੀ ਜਿਹੜੀ ਨਾ ਖੁਆਇਸ਼ ਹੈ, ਨੀਡਸ ਐਂਡ ਵਾਂਟਸ, ਉਹ ਸੈਪਰੇਟ ਨਹੀਂ ਕਰ ਪਾਉਂਦੇ। ਦਿਸ ਇਜ਼ ਦ ਬਿਗੇਸਟ ਚੈਲੰਜ ਫॉर ਐਵਰੀ ਫੈਮਿਲੀ। ਜਿਹੜਾ ਹੁਣ ਜਿਵੇਂ ਕੋ ਨਿਊ ਕਪਲ ਆਇਆ, ਛੋਟਾ ਨਿਆਣਾ ਆ, ਘਰ ਦੇਖਦੇ ਆ, ਹੁਣ ਨੀਡਸ ਐਂਡ ਵਾਂਟਸ ਦੇ ਵਿੱਚ ਬੜਾ ਵੱਡਾ ਫਰਕ ਆ। ਉਹ ਐਸੇ ਗੇਮ ਦੇ ਵਿੱਚ ਬੜੀਆਂ ਸੋਹਣੀਆਂ ਡੀਲਾਂ ਵੀ ਲੂਜ਼ ਕਰ ਜਾਂਦੇ ਆ ਐਂਡ ਦੇ ਲੈਫਟ ਬਿਹਾਈਂਡ। ਸੋ ਟੂ ਪਲੇ ਦ ਗੇਮ ਯੂ ਨੀਡ ਟੂ ਗੈਟ ਇਨ ਦ ਗੇਮ। ਸਿੰਪਲ ਜੀ ਗੱਲ ਆ, ਜਿੰਨੇ ਵੀ ਫਸਟ ਟਾਈਮ ਬਾਇਰ ਹੈ ਪਹਿਲੀ ਪ੍ਰੋਪਰਟੀ ਨੂੰ ਇਹ ਸੋਚ ਕੇ ਨਾ ਲਓ ਕਿ ਦਿਸ ਇਜ਼ ਯੂਰ ਡ੍ਰੀਮ ਹੋਮ। ਥਿੰਕ ਆਫ ਦੈਟ ਕਿ ਯੂ ਆਰ ਬਾਇੰਗ ਸਮਥਿੰਗ ਐਜ਼ ਐਨ ਇਨਵੈਸਟਮੈਂਟ। ਮਾਈਂਡ ਜਿਹੜਾ ਹੈ ਨਾ ਆਪਦਾ ਇਨਵੈਸਟਰ ਦਾ ਰੱਖ ਕੇ ਪ੍ਰੋਪਰਟੀ ਚੱਕੋ, ਜਿਹੜੀ ਮਰਜ਼ੀ ਮਾਰਕੀਟ ਹੋਵੇ ਯੂ ਕੈਨ ਆਲਵੇਜ਼ ਸੇਫਲੀ ਐਂਟਰ ਇਟ। ਔਰ ਜਦੋਂ ਰਾਈਟ ਟਾਈਮ ਆਊਗਾ ਉਹਦੇ ਤੋਂ ਤੁਸੀਂ ਐਗਜ਼ਿਟ ਵੀ ਕਰ ਸਕਦੇ ਹੋ। ਇੰਨਾ ਹਾਈ ਐਂਡ ਵੀ ਨਾ ਫਸਟ ਟਾਈਮ ਹੋ ਬਾਰੇ ਨਾ ਹਾਈ ਐਂਡ ਵੀ ਨਾ ਲਓ। ਆਫ ਕੋਰਸ ਹਾਂ, ਉਹ ਇੰਨਾ ਉਹ ਜਾਣ ਦੀ ਲੋੜ ਨਹੀਂ ਹੈਗੀ। ਤੇ ਹਾਂ ਇਹ ਆ ਵੀ ਜਿੰਨੇ ਦੀ ਅਪਰੂਵਲ ਆਉਂਦੀ ਹੈ ਸੇਫਲੀ। ਓਕੇ, ਹੁਣ ਇੱਕ ਹੋਰ ਬੜੀ ਇਹ ਵੱਡੀ ਚੀਜ਼ ਆ ਵੀ ਲੋਕੀ ਜਿਹੜੇ ਨਾ ਕਈ ਇਹ ਐਡਵਰਟਾਈਜ਼ਮੈਂਟ ਕਰਦੇ ਆ, ਤੁਸੀਂ ਸਾਡੇ ਤੋਂ ਕਰ ਲਓ ਅਸੀਂ ਤੁਹਾਨੂੰ ਮੋਰਗੇਜ ਅਪਰੂਵਲ ਕਰਾ ਦੇਵਾਂਗੇ। ਰਾਈਟ, ਹਾਊ ਕੈਨ ਸਮਬਡੀ ਐਡਵਰਟਾਈਜ਼ ਦਿਸ? ਜੇ ਮੈਂ ਐਜ਼ ਅ ਰੀਅਲ estate ਏਜੰਟ, ਜੇ ਮੈਂ ਹੁਣ ਰੇਡੀਓ ਤੇ ਜਾ ਕੇ ਬੋਲਦਾ ਵੀ ਸਾਡੇ ਤੋਂ ਘਰ ਲੈ ਲਓ ਜੀ, ਤੁਹਾਡੀ ਮੋਰਗੇਜ ਪੱਕੀ ਕਰਾ ਦਿਆਂਗੇ, ਚੱਕਰ ਹੀ ਕੋਈ ਨਹੀਂ ਹੈ, ਉਹ ਬੰਦਾ ਜਾਂਦਾ ਭਾਜੀ ਕਰਾ ਦਿਓਗੇ? ਹਾਂ ਹਾਂ ਕੋਈ ਗੱਲ ਨਹੀਂ, ਤੁਸੀਂ ਆਓ ਚੱਕੋ। ਅੱਛਾ, ਕਮਿਟਮੈਂਟ ਲੈਟਰ ਤੇ ਸਾਈਨ ਕੀਤੇ? ਕਿਸੇ ਮੋਰਗੇਜ ਵਾਲੇ ਨੇ ਤੁਹਾਨੂੰ ਪਹਿਲਾਂ ਪ੍ਰੀ ਅਪਰੂਵਲ ਪ੍ਰੋਪਰ ਕਮਿਟਮੈਂਟ ਲੈਟਰ ਦਿੱਤੀ? ਨਹੀਂ ਦਿੱਤੀ। ਵਰਬਲੀ ਉਹਨੇ ਤੁਹਾਨੂੰ ਨੰਬਰ ਦੇ ਦਿੱਤਾ, ਉਦੋਂ ਬਾਅਦ ਜਦੋਂ ਤੁਸੀਂ ਕੰਡੀਸ਼ਨ ਨਹੀਂ ਪਾਉਣੀ, ਤੁਸੀਂ ਫਰਮ ਜਾਣਾ ਆ, ਉਹ ਬੰਦਾ ਕਿੰਨਾ ਕੁ ਰਿਲਾਇਬਲ ਆ, ਤੁਸੀਂ ਕੋਈ ਰਿਸਰਚ ਕੀਤੀ ਉਹਦੇ ਤੇ? ਉਹਦੇ ਕੌਨਸੀਕੁਐਂਸਿਸ ਕੀ ਹੋ ਸਕਦੇ ਆ ਕਿਸੇ ਨੇ ਨਹੀਂ ਪਤਾ। ਮੇਰੇ ਕੋਲੋਂ ਬਾਈ ਇੰਨੇ ਲੋਕ, ਮੇਰੇ ਹਿਸਾਬ ਨਾਲ ਨਾ, ਮੈਂ ਇੱਥੇ ਤੁਹਾਡੇ ਸਾਹਮਣੇ ਕੈਮਰੇ ਤੇ ਬੈਠਾ, ਨਾਇਗਰਾ ਫਾਲ ਦੇ ਵਿੱਚ ਹੀ ਘੱਟੋ ਘੱਟ 5 ਫਸਟ ਟਾਈਮ ਬਾਇਰ ਇਹੋ ਜਿਹੇ ਆ ਜਿਨ੍ਹਾਂ ਨੇ ਘਰ ਸਿਰਫ ਲਿੱਤਾ ਹੀ ਤਾਂ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਪ੍ਰੋਮਿਸ ਨਹੀਂ ਕੀਤਾ ਮੈਂ ਮੋਰਗੇਜ ਕਰਾ ਕੇ ਦਊਂਗਾ। ਸਿਰਫ ਐਸ ਗੱਲ ਕਰਕੇ ਮੇਰੇ ਕੋਲ ਪੁੱਛਦੇ ਆ, ਕਹਿੰਦਾ ਬਾਈ ਜੇ ਤੁਸੀਂ ਕਰਾ ਦੋਗੇ ਤੁਹਾਡੇ ਐਂਡ ਮੌਰਗੇਜ ਬ੍ਰੋਕਰਸ ਡਿਫਰੈਂਟ ਥਿੰਗ। ਵੀ ਆਰ ਕਨੈਕਟਡ ਵਿਦ ਦ ਸੇਮ ਟ੍ਰੇਡ ਬਟ ਕੰਪਲੀਟਲੀ ਡਿਫਰੈਂਟ। ਯਾ, ਫਾਈਨੈਂਸਿੰਗ ਦੀ ਸਿਚੁਏਸ਼ਨ ਤੁਹਾਡੇ ਘਰ ਦੀ ਕਿੱਦਾਂ ਮੈਨੂੰ ਕਿਵੇਂ ਪਤਾ ਯਾਰ? ਰਾਈਟ, ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਆ ਵੀ ਆਪਣੇ ਫਸਟ ਟਾਈਮ ਬਾਇਰਾਂ ਨੂੰ ਜ਼ਰੂਰ ਇਹ ਚੀਜ਼। ਦੂਸਰਾ, ਜਿੰਨੇ ਦੀ ਤੁਹਾਡੀ ਨਾਰਮਲ ਅਪਰੂਵਲ ਆਉਂਦੀ ਹੈ ਨਾ, ਪ੍ਰੋਬਲਮ ਉਦੋਂ ਆਊਗੀ ਹੁਣ ਮੰਨ ਲਓ ਤੁਹਾਡੀ ਅਪਰੂਵਲ ਆ ਰਹੀ ਆ 3.5 ਲੱਖ ਦੀ, ਹੈ ਨਾ, ਅਪਰੂਵਲ ਆਈ 3.5 ਦੀ, ਤੁਸੀਂ ਕਹਿੰਦੇ ਹੋ ਵੀ ਯਾਰ ਸਾਨੂੰ ਘਰ 4.5-5 ਤੋਂ ਥੱਲੇ ਪਸੰਦ ਨਹੀਂ ਆਉਂਦਾ। ਹੁਣ 4.5-5 ਵਾਲਾ 3.5 ਦਾ ਤਾਂ ਆ ਨਹੀਂ ਰਿਹਾ, ਤੁਸੀਂ ਵੇਟ ਕਰੀ ਜਾਂਦੇ ਹੋ, ਯੂ ਆਰ ਲੂਜ਼ਿੰਗ ਟਾਈਮ। ਤੁਹਾਡੀ ਉਹੀ ਜਿਹੜੀ ਐਪਰੀਸ਼ੀਏਸ਼ਨ ਘਰ ਦੀ ਉਸੇ ਦਿਨ ਤੋਂ ਆਉਣੀ ਸ਼ੁਰੂ ਹੋ ਜੂਗੀ ਜਿੱਦਣ ਤੁਸੀਂ ਉਹ ਡੀਲ ਲੈ ਲਈ। ਜੇ ਤੁਸੀਂ 3.5 ਦਾ, ਉਹ ਮੰਨ ਲਓ ਤੁਹਾਨੂੰ ਕੋਂਡੋ ਹੀ ਮਿਲਦਾ 2 ਬੈਡਰੂਮ, ਤੁਸੀਂ 3.5 ਦਾ ਲੈ ਲਿਆ, 2 ਸਾਲ ਬਾਅਦ ਤੁਹਾਡਾ ਉਹ 3.5 ਵਾਲਾ ਨਾ ਕਰਦੇ, 2 ਸਾਲਾਂ ਦੇ ਵਿੱਚ ਕੋਈ ਜਿਹੜਾ ਤੁਸੀਂ ਬਾਹਰ ਰੈਂਟ ਭਰਦੇ ਹੋ ਤੁਹਾਡਾ ਅੱਧਾ ਮੂਲ ਜਾਊਗਾ, ਅੱਧਾ ਤੁਹਾਡਾ ਜਾਊਗਾ ਵਿਆਜ। ਜੇ $1000 ਵੀ ਤੁਹਾਡਾ ਬੈਂਕ 'ਚ ਜੁੜਿਆ 2 ਸਾਲਾਂ 'ਚ 25,000 ਹੋ ਗਿਆ, 24,000,
ਤੇ 2 ਸਾਲਾਂ ਦੇ ਵਿੱਚ ਨਾ ਕਰਦੇ ਵੀ ਜੇ ਕੋਈ 20-25 ਵੀ ਹੋਰ ਉੱਤੋਂ ਐਪਰੀਸ਼ੀਏਸ਼ਨ ਆ ਗਈ, ਤੁਹਾਡਾ 40-50 ਜੁੜਿਆ ਹੀ ਹੈ ਨਾ। ਉਹ ਤਾਂ ਹੈ। ਉਹ ਤੋਂ ਬਾਅਦ ਟ੍ਰਾਂਜੀਸ਼ਨ ਕਰ ਲਓ। ਇਹ ਚੀਜ਼ ਆ, ਨੀਡਸ ਐਂਡ ਵਾਂਟਸ ਉਹ ਸੈਪਰੇਟ ਕਰੋ। ਪਹਿਲਾਂ ਇਹ ਦੇਖੋ ਵੀ ਸਾਡੀ ਨੀਡ ਆ ਵੀ ਅਸੀਂ ਘਰ ਲੈਣਾ, ਸਾਡੀ ਇੰਨੀ ਅਪਰੂਵਲ ਆਉਂਦੀ ਆ, ਜਿੰਨੇ ਦੀ ਅਪਰੂਵਲ ਆਉਂਦੀ ਆ ਅਸੀਂ ਓਨੇ 'ਚ ਹੀ ਲੈਣਾ। ਪੇਪਰ ਵਰਕ ਬਣਾਉਣ ਦੀ ਗੱਲ ਨਾ ਕਰੋ। ਪਹਿਲਾਂ ਪ੍ਰੀ ਅਪਰੂਵਲ ਕਰਾ ਲਓ ਹਨਾ ਆਪਣਾ ਵੀ, ਫਿਰ ਉਸ ਰੇਂਜ ਦੇਖਣਾ ਸ਼ੁਰੂ ਕਰ ਦਿਓ। ਜੈਨੂਇਨ ਤਰੀਕੇ ਨਾਲ ਚੱਲੋ ਯਾਰ। ਜੇ ਘੱਟ ਦੀ ਵੀ ਆਉਂਦੀ ਆ, ਯੂ ਆਰ ਸਟਿਲ ਗੋਨਾ ਬੀ ਓਕੇ, ਯੂ ਆਰ ਗੋਇੰਗ ਟੂ ਓਨ ਸਮਥਿੰਗ। ਤੁਹਾਡਾ ਆਪ ਦਾ ਘਰ ਹੋਊਗਾ, ਭਾਵੇਂ ਨਿੱਕੀ ਜੀ ਕੁੱਲੀ ਹੋਵੇ, ਉਹ ਵੀ ਮਹਿਲ ਆ। ਬਾਕੀ ਤੁਸੀਂ ਛਾਬੜੇ ਨੂੰ ਜਦੋਂ ਮਰਜ਼ੀ ਕੰਟੈਕਟ ਕਰੋ। ਆਪਾਂ ਜਦੋਂ ਵੇਚਣਾ, ਆਪਾਂ ਤੁਹਾਡੇ ਟਾਊਨ ਹੋਣ ਨੂੰ ਬੱਬਰ ਸ਼ੇਰ ਬਣਾ ਦੇਣਾ, ਚੱਕਰੀ ਕੋਈ ਨਹੀਂ। ਛਾਵੜਾ ਹੋਈ ਪਈ ਹੈ। ਤੇ ਭਾਜੀ ਇੱਕ ਨਾ ਮੈਨੂੰ ਆ ਵੀ ਦੱਸੋ ਵੀ ਬੜੇ ਆਪਣੇ ਜਿਹੜੇ ਹੈ ਨਾ ਆਡੀਅנס ਦੇਖਣਾ ਚਾਹੁੰਦੀ, ਸੁਣਨਾ ਚਾਹੁੰਦੀ ਹੋਊਗੀ ਵੀ ਰੀਅਲਟਰ ਆ ਵੀ ਕਿੰਨੇ ਕੁ, ਜੇ ਕਿਸੇ ਨੇ ਰੀਅਲਟਰ ਬਣਨਾ ਵੀ ਕਿੰਨੇ ਕੁ ਐਵਰੇਜ ਐਨੂਅਲੀ ਬਣਾਉਂਦਾ? ਬਈ ਇਹ ਡਿਪੈਂਡਸ ਡੀਲ ਤੇ ਵੀ ਕਰਦਾ ਹੈ ਨਾ, ਫਿਰ ਵੀ ਡਿਪੈਂਡਸ ਔਨ ਯੂਰ ਹਸਲ, ਕੰਪਲੀਟਲੀ ਔਨ ਯੂਰ ਹਸਲ। ਹੁਣ ਮੇਰੀ ਟੀਮ ਦੇ ਵਿੱਚ 2 ਬੰਦਿਆਂ ਨੇ ਜੁਆਇਨ ਕੀਤਾ ਲਾਸਟ ਈਅਰ। ਮੁੰਡਾ ਅਨਮੋਲ ਮੇਰੀ ਟੀਮ ਦੇ ਵਿੱਚ ਹੈ। ਆਈ ਥਿੰਕ ਹੀ ਡਿਡ ਅਬਵ 80 ਇਨ 1 ਈਅਰ ਐਂਡ ਸਟਾਰਟਡ ਫਰਮ ਦਾ ਸਕ੍ਰੈਚ। ਤੇ ਉਹ ਜਿੰਨੀਆਂ ਵੀ ਲੀਜ਼ਸ ਦਾ ਕੰਮ ਕੀਤਾ ਉਹਨੇ ਬਹੁਤ ਖਿੱਚਿਆ ਆ। ਸੋ ਹੀ ਇਜ਼ ਵੈਰੀ ਨਿਊ, ਰਿਮੈਂਬਰ ਹੀ ਇਜ਼ ਵੈਰੀ ਨਿਊ। ਉਹਦਾ ਕੋਈ ਇੱਥੇ ਪਿਛੋਕੜ ਜਾਣ ਪਛਾਣ ਹੈ ਨਹੀਂ, ਕੋਈ ਉਹਦੀ ਇੱਥੇ ਕੋਈ ਉਹਦਾ ਕੋਈ ਚਾਚਾ ਤਾਇਆ ਹੈ ਨਹੀਂ ਜਿਹੜਾ ਸੈੱਟ ਵਾ, ਜਿਹੜਾ ਉਹਨੂੰ ਲੀਡਾਂ ਦੇ ਦੂਗਾ। ਬੇਸਿਕਲੀ ਲਾਈਕ ਸਮਬਡੀ ਕੇਮ ਐਜ਼ ਅ ਸਟੂਡੈਂਟ, ਗਾਟ ਦਾ ਲਾਇਸੈਂਸ ਐਂਡ ਸਟਾਰਟ ਵਰਕਿੰਗ। ਸੋ ਗਰਾਊਂਡ ਅਪ ਤੋਂ ਵੀ ਜੇ ਤੁਸੀਂ ਹਸਲ ਚੰਗਾ ਕਰਦੇ ਹੋ, ਜੇ ਤੁਸੀਂ ਚੰਗੇ ਮੈਂਟਰ ਨਾਲ ਜੁੜੇ ਹੋਏ ਹੋ, ਕੋਈ ਬੰਦਾ ਤੁਹਾਨੂੰ ਸਹੀ ਗਾਈਡ ਕਰਦਾ ਆ, ਯੂ ਵਿਲ ਡੂ ਗੁੱਡ, ਇਵੈਂਚੁਅਲੀ ਯੂ ਵਿਲ ਡੂ ਗੁੱਡ। ਹੁਣ ਉਹ ਬੰਦੇ ਨੇ ਲਾਸਟ ਈਅਰ ਕਿੰਨੀਆਂ ਲੀਜ਼ਾਂ ਕੀਤੀਆਂ, ਜਿੰਨੀਆਂ ਲੀਜ਼ਾਂ ਮੈਂ ਵੀ ਲੀਜ਼ਾਂ ਤੋਂ ਬਣਿਆ। ਪਹਿਲੇ ਸਾਲ ਮੈਂ ਪਹਿਲਾਂ ਸਟਾਰਟਿੰਗ 'ਚ ਲੀਜ਼ਸ ਬਹੁਤ ਕੀਤੀਆਂ ਹੈ ਨਾ। ਅਤੇ ਮੈਂ ਉਹਨੂੰ ਇਹੀ ਗੱਲ ਕਹੀ, ਮੈਂ ਕਿਹਾ ਅਨਮੋਲ ਜਿਹੜੇ ਆ ਬੰਦੇ ਤੇ ਤੋਂ ਲੀਜ਼ 'ਤੇ ਲੈ ਰਹੇ ਆ ਨਾ, ਇਹਨਾਂ ਸਾਰਿਆਂ ਨੇ ਅੱਗੇ ਜਾ ਕੇ ਘਰ ਬਾਏ ਕਰਨੇ ਆ, ਇਹਨਾਂ ਸਾਰਿਆਂ ਨੇ ਵੇਚਣੇ ਵੀ ਹੈ ਕਿਉਂਕਿ ਇਨਵੈਸਟਰ ਨੇ। ਜੇ ਕੋਈ ਲੀਜ਼ ਦੀ ਲਿਸਟਿੰਗ, ਚਾਹੇ ਉਹ ਸਮਾਲ ਹੈ ਚਾਹੇ ਉਹ ਬਿਗ ਹੈ, ਡਜ਼ਨਟ ਮੈਟਰ, ਨੈਵਰ ਸੇ ਨੋ ਟੂ ਐਨੀਥਿੰਗ। ਦੂਸਰਾ ਸਟੈਂਡ ਆਊਟ, ਉਹ ਹੀ ਵਾਜ਼ ਵੈਰੀ ਸ਼ਾਈ। ਮੈਂ ਇਹਨਾਂ ਨੂੰ ਆਪਣੀ ਟੀਮ 'ਚ ਜਿੰਨੇ ਵੀ ਮੇਰੇ ਨਾਲ ਹੈਗੇ ਹੁਣ 5 ਜਣੇ ਆ, ਉਹਨਾਂ ਧੱਕਾ ਲਾ ਕੇ ਉਹਨਾਂ ਦੀ ਗੱਡੀ ਸਟਾਰਟ ਕੀਤੀ ਹੈ ਪੂਰੀ ਵੀ ਜਾਓ ਸੋਸ਼ਲ ਮੀਡੀਆ 'ਤੇ, ਜੋ ਤੁਸੀਂ ਬੋਲਦੇ ਹੋ, ਜੋ ਤੁਸੀਂ ਜਾਓਗੇ, ਲੋਕਾਂ ਨੂੰ ਪ੍ਰੈਜ਼ੈਂਸ ਸ਼ੋਅ ਕਰੋ ਆਪਣੀ। This dip is the best time to join the real estate right now. ਹੁਣ ਤਾਂ ਆ ਗਈਆਂ ਨੇ ਡਾਊਨ ਪ੍ਰਾਈਸਿਸ ਨਾਲੇ। ਪ੍ਰਾਈਸਿਸ ਦੀ ਗੱਲ ਬਾਅਦ ਚੋਂ ਆ। ਐਜ਼ ਡਿਪ ਦੇ ਵਿੱਚ ਐਜ਼ ਅ ਰੀਅਲ ਏਸਟੇਟ ਏਜੰਟ ਵਾਸਤੇ ਸਭ ਤੋਂ ਬੈਸਟ ਓਪਰਚੁਨਿਟੀ ਆਹ ਮਾਰਕੀਟ ਹੈ। 1, you are not in a rush. 2nd, you can carry on whatever you're doing on a side. Right? 3rd, this is the time to prove yourself. ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੰਦਾ ਘਰ ਵੇਚਦਾ, ਉਹਦੀ ਬੱਲੇ ਬੱਲੇ ਆ। ਪਹਿਲਾਂ ਭਾਵਾਂ ਦੀ ਤੁਸੀਂ ਲੱਲੀ ਪੁਰਜੀ ਨਹੀਂ ਜਾ ਕੇ 40 ਆਫਰਾਂ ਲੈ ਲਈਆਂ, ਹੁਣ ਜਦੋਂ ਘਰ ਵੇਚਣਾ ਪੈਂਦਾ ਪਤਾ ਲੱਗਦਾ ਨਾ। ਹਰ ਚੌਥੇ ਦਿਨ ਜਾ ਕੇ ਥੋੜਾ ਬਹੁਤਾ ਹਾਸਲ ਕਰ ਰਿਹਾ ਜੋ ਵੀ ਹੈ ਨਾ, ਜਿਹੜਾ ਸਟੈਂਡ ਆਊਟ ਕਰ ਰਿਹਾ ਬਾਕੀਆਂ ਨਾਲ, ਉਹੀ ਆ ਉਹ ਹਾਸਲ ਕਰੀ ਜਾਂਦਾ, ਉਹਨੂੰ ਆਈ ਜਾਣਾ ਕੁਛ ਨਾ ਕੁਛ। ਤੇ ਈਚ ਜਦੋਂ ਮਤਲਬ ਕਿ ਆਪਾਂ ਘਰ ਵੇਚਦੇ ਹਾਂ ਹੈ ਨਾ, ਜੋ ਵੀ ਕਿੰਨਾ ਕਮਿਸ਼ਨ ਹੁੰਦਾ ਇੱਕ ਰੀਅਲਟਰ ਦਾ? ਸੋ ਰੀਅਲ ਏਸਟੇਟ ਏਜੰਟ ਦੇ ਵਿੱਚ ਕਮਿਸ਼ਨ ਵੈਰੀ ਕਰਦਾ ਹੁੰਦਾ ਵੀ ਤੁਹਾਡੀ ਡੀਲ ਤੁਹਾਡੇ ਕਲਾਇੰਟ ਨਾਲ ਕਿੱਦਾਂ ਹੋਈ ਆ। ਨਾਇਗਰਾ ਫਾਲ ਦੇ ਵਿੱਚ ਬਾਇੰਗ ਸਾਈਡ ਦੇ ਉੱਤੇ 2% ਦਾ ਜ਼ਿਆਦਾਤਰ ਚੱਲਦਾ, ਜਿਹੜਾ ਪੈਟ ਹੈ ਆਲਮੋਸਟ ਕਹਿ ਲਓ ਵੀ ਮੋਸਟਲੀ ਇੰਨਾ ਕੀ ਚੱਲਦਾ। ਸਮ ਪੀਪਲ ਈਵਨ ਆਫਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬਾਇਰ ਨੂੰ ਜ਼ਿਆਦਾ ਆਫਰ ਕਰ ਰਹੇ ਆ, 2.5% ਵੀ ਦੇ ਰਹੇ ਆ, ਜਸਟ ਟੂ ਸੋ ਦੈਟ ਇਟਸ ਲਿਟਲ ਬਿਟ ਮੋਰ ਲੂਕਰੇਟਿਵ। ਤੇ ਲਿਸਟਿੰਗ ਵਾਲੀ ਸਾਈਡ ਤੇ ਵੀ 2% ਹੀ ਚੱਲਦਾ। ਇੱਥੇ ਟੋਟਲ ਤਕਰੀਬਨ 4% ਚੱਲਦਾ ਨਾਇਗਰਾ ਦੇ ਵਿੱਚ। ਸਮ ਏਰੀਆਜ਼ ਦੇ ਵਿੱਚ 5 ਵੀ ਚੱਲਦਾ। ਆਪਣੀ ਕਮਿਊਨਿਟੀ ਦੇ ਵਿੱਚ ਲੋਕੀ ਕਮਿਸ਼ਨ ਦੇ ਉੱਤੇ ਬਹੁਤ ਤਗੜੀ ਨੈਗੋਸ਼ੀਏਸ਼ਨ ਕਰਦੇ ਆ। ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਵੀ ਲੋਕੀ ਜਿਹੜਾ ਨਾ ਪ੍ਰੋਪਰ ਸਰਵਿਸਿਜ਼ ਨਹੀਂ ਲੈ ਪਾ ਰਿਹਾ। ਮੈਂ ਲਾਈਵ ਜਾ ਕੇ ਵੀ ਲੋਕਾਂ ਨੂੰ ਇਹ ਚੀਜ਼ ਕਹਿਣਾ ਵੀ ਡੋਂਟ ਗ੍ਰਾਈਂਡ ਅ ਰੀਅਲਟਰ ਔਨ ਦਾ ਕਮਿਸ਼ਨ ਸਾਈਡ, ਯੂ ਵਿਲ ਸੀ ਅ ਡਿਫਰੈਂਟ ਰੀਅਲਟਰ। ਇੱਕ ਹੋਰ ਵੀ ਮੈਂ ਦੇਖਦਾ ਸੀਗਾ ਰੋਂਗ ਪ੍ਰੈਕਟਿਸ ਵੀ ਚੱਲ ਰਹੀ ਆ ਵੀ ਕਲਾਇੰਟ ਲੈ ਕੇ ਆਓ ਵੀ ਆਈ ਵਿਲ ਗਿਵ ਯੂ ਦਿਸ ਮਚ ਹੈ ਨਾ, ਵੀ ਇੰਨਾ ਮੈਂ ਤੁਹਾਨੂੰ ਪਰਸੈਂਟੇਜ ਦਊਂਗਾ ਕੁਛ ਹੈ ਨਾ, ਵੀ ਕੀ ਆ ਯਾਰ ਹੈ ਨਾ, ਵੀ ਤੁਸੀਂ ਭੱਠਾ ਪਾਉਣਾ ਇੰਡਸਟਰੀ ਦਾ ਹੈ ਨਾ। ਵੀ ਯਾਰ ਆਪਣੇ ਲੋਕਾਂ ਨੇ ਆਪਦੇ ਪੈਰਾਂ ਤੇ ਆਪ ਹੀ ਕੁਹਾੜੀਆਂ ਮਾਰੀਆਂ। ਡੈਸਪਰੇਟ ਰੀਅਲ ਏਸਟੇਟ ਏਜੰਟਾਂ ਨੇ ਡਿਸਕਾਊਂਟ ਦੇਣਾ ਸ਼ੁਰੂ ਕੀਤਾ ਹੈ। ਠੀਕ ਹੈ, ਜਦੋਂ ਕੋਈ ਬੰਦਾ ਨਵਾਂ ਆਉਂਦਾ ਹਰੇਕ ਬੰਦਾ ਮਾੜਾ ਮੋਟਾ ਕੰਪਰੋਮਾਈਜ਼ ਕਰਦਾ, ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਉਹਨੂੰ ਫੜ ਕੇ ਬਹਿ ਜਾਓ। ਯੂ ਆਰ ਨਿਊ, ਯੂ ਡਿਡ ਸਮਥਿੰਗ, ਇਟਸ ਓਕੇ, ਬਟ ਯੂ ਨੀਡ ਟੂ ਲਰਨ ਫਰਮ ਯੂਰ ਐਕਸਪੀਰੀਅੰਸ। ਜੇ ਤੁਸੀਂ ਗਰੋ ਹੀ ਨਾ ਕੀਤਾ ਤਾਂ ਫਿਰ ਤੁਸੀਂ ਉੱਥੇ ਹੀ ਰਹਿ ਗਏ। ਰਾਈਟ। ਤਾਂ ਹੁਣ ਉਹ ਇਹਦੇ 'ਚ ਕੀ ਹੁੰਦਾ ਵੀ ਜਿਹੜੇ ਡੈਸਪਰੇਟ, ਉਹ ਡੈਸਪਰੇਟ ਦਾ ਮਤਲਬ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਜਿਹੜਾ ਵੀ ਕੋਈ ਚੰਗਾ ਸਕਸੈਸਫੁਲ ਰੀਅਲ ਏਸਟੇਟ ਏਜੰਟ ਹੈ ਨਾ, ਐਵਰੇਜ ਉਹਨੇ 15 ਤੋਂ 20 ਡੀਲਾਂ ਕਰ ਲੈਣੀਆਂ। ਸਿੰਪਲ ਜੀ ਗੱਲ ਆ। ਆਈ ਐਮ ਨਾਟ ਟਾਕਿੰਗ ਅਬਾਊਟ
ਉਹ ਤੁਹਾਡੇ ਬ੍ਰੈਂਪਟਨ ਵਾਲੇ ਪਾਸੇ GTA ਵਾਲੇ ਪਾਸੇ ਉੱਥੇ ਐਵਰੇਜ ਸੇਲ ਹੀ ਮਿਲੀਅਨ ਤੋਂ ਉੱਤੇ। ਜੇ ਮੈਂ ਤੁਹਾਨੂੰ ਨਾਇਗਰਾ ਦੀ ਗੱਲ ਕਰਾਂ ਜਿੱਥੇ ਐਵਰੇਜ ਸੇਲ 6 ਲੱਖ ਦੀ ਆ ਤਾਂ $12,000 ਕਮਿਸ਼ਨ ਹੋ ਗਿਆ। ਜੇ ਤੁਸੀਂ ਇੱਥੇ 15 ਸੇਲਾਂ ਕੀਤੀਆਂ ਤੁਸੀਂ 2 ਲੱਖ ਟੱਪ ਗਏ ਤਕਰੀਬਨ, ਰਾਈਟ। ਹੁਣ $2 ਲੱਖ ਤੁਹਾਨੂੰ ਕਮਿਸ਼ਨ ਆਇਆ। ਮੈਂ ਤੁਹਾਨੂੰ ਇਹ ਬ੍ਰੇਕਆਊਟ ਕਰਕੇ ਦੱਸ ਰਿਹਾ ਮੇਰੇ ਵੀਰੋ, ਨੂੰ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਵੀ ਜਦੋਂ ਤੁਸੀਂ ਕਿਸੇ ਰੀਅਲ ਸਟੇਟ ਏਜੰਟ ਤੋਂ ਇਹ ਪੁੱਛਦੇ ਹੋ ਵੀ ਮੈਨੂੰ 1% ਕੈਸ਼ਬੈਕ ਦੇ ਦੇ, ਜੇ ਉਹ ਦਿੰਦਾ ਪਿਆ, ਜੇ ਕੋਈ ਬੰਦਾ ਮਨਾ ਕਰਦਾ ਉਹਦਾ ਰੀਜ਼ਨ ਕੀ, ਤੁਸੀਂ ਇਹ ਵੀ ਸੋਚੋ। ਉਹਦਾ ਰੀਜ਼ਨ ਇਹ ਹੁੰਦਾ ਜੇ ਮੈਨੂੰ ਕੋਈ ਆ ਕੇ ਕਹਿੰਦਾ ਵੀ ਪ੍ਰਵੀਨ 1% ਕੈਸ਼ਬੈਕ ਦਿਓਗੇ ਤੁਹਾਡੇ ਤੋਂ ਘਰ ਲੈ ਲਾਂਗੇ, I cannot even give it. There is no way, there is no loop around, ਹੈ ਹੀ ਨਹੀਂ। ਉਹਦਾ ਰੀਜ਼ਨ ਇਹ ਹੈ ਵੀ ਮੰਨ ਲਓ ਵੀ ਮੈਂ 20 ਡੀਲਾਂ ਕੀਤੀਆਂ, ਮੈਂ ਐਵਰੇਜ ਇੱਥੇ 40 ਤੋਂ 60 ਡੀਲਾਂ ਸਾਲ 'ਚ ਕਰ ਦਿੰਦਾ। ਮੰਨ ਲਓ ਕਿ ਮੈਂ 20 ਡੀਲਾਂ ਕੀਤੀਆਂ, ਹੁਣ ਉਹ 20 ਡੀਲਾਂ ਦੇ ਵਿੱਚ ਮੈਨੂੰ ਕਮਿਸ਼ਨ ਆ ਗਿਆ 2.25 ਲੱਖ ਜਾਂ 2.5 ਲੱਖ ਕਾਰਪੋਰੇਸ਼ਨ 'ਚ ਆ ਗਿਆ। ਮੇਰੀ ਵਾਈਫ ਐਜ਼ ਅ ਨਰਸ ਵੀ ਅਰਨ ਕਰਦੀ ਆ, ਚਾਹੇ ਉਹ 2-3,000-3,500 ਮਹੀਨੇ ਦਾ ਆਉਂਦਾ, ਪਰ ਉਹਦੀ ਵੀ ਜੈਨੂਇਨ ਇਨਕਮ ਆ, ਸਾਰੀ ਪੇਪਰਾਂ ਦੇ ਉੱਤੇ ਆਉਂਦੀ ਆ। ਉਹਦੇ 'ਤੇ ਸਾਡੀ ਟੈਕਸ ਬ੍ਰੈਕਟ ਮੇਰੀ ਆਲਰੇਡੀ 30-35% 'ਤੇ ਤਾਂ ਹੈਗੀ ਆ। ਸੋ ਜੇ ਮੈਂ ਆਪਣੀ ਕਾਰਪੋਰੇਸ਼ਨ 'ਚੋਂ 50,000 ਚੱਕ ਕੇ ਆਪਦੇ ਪਰਸਨਲ 'ਚ ਲੈ ਕੇ ਜਾਣਾ ਨਾ, ਰਾਈਟ ਅਵੇ ਉਹਦੇ 'ਤੇ 30% ਟੈਕਸ ਤਾਂ ਠੁਕਣਾ ਹੀ ਠੁਕਣਾ। ਸਮਝ ਗਏ ਮੇਰੀ ਗੱਲ? ਜਿਹੜੀ ਕਾਰਪੋਰੇਸ਼ਨ 'ਚ ਪਏ ਉਹਦੇ 'ਤੇ 10-15% ਲਹਿਦਾ ਪੈਣਾ, ਸਮਝ ਗਏ? ਹੁਣ ਤੁਸੀਂ ਮੰਨ ਲਓ ਵੀ ਮੈਂ ਮੇਰੇ ਕੋਲ ਫੋਰ ਐਨ ਐਗਜ਼ਾਮਪਲ ਤੁਸੀਂ ਮੇਰੇ ਕੋਲ ਆਏ, ਮੈਨੂੰ ਕਹਿੰਦੇ ਵੀ ਭਾਜੀ ਇਹ ਤੁਹਾਡੇ ਤੋਂ ਲੈ ਲਾਂਗੇ, ਸਾਨੂੰ 1% ਦੇ ਦਿਓ। ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇਣ ਲੱਗਾ, ਤੁਸੀਂ ਇੱਥੇ ਆ ਕੇ 5 ਲੱਖ ਦਾ ਘਰ ਲੈ ਲਿਆ, 5 ਲੱਖ ਦੇ ਘਰ 'ਚੋਂ ਮੈਨੂੰ $10,000 ਕਮਿਸ਼ਨ ਆਇਆ, 2%। 10,000 ਦੇ ਵਿੱਚੋਂ ਤਕਰੀਬਨ ਔਨ ਐਨ ਐਵਰੇਜ ਮੇਰਾ ਭਾਵੇਂ ਦੀ ਘੱਟ ਹੈ ਕਿਉਂਕਿ ਆਈ ਐਮ ਅ ਹਾਈ ਪਰਫਾਰਮਰ ਇੱਥੇ, ਹੈ ਨਾ, ਪਰ ਮੋਸਟ ਲਾਈਕਲੀ 80-20 ਸਪਲਿਟ ਹੁੰਦਾ ਰੀਅਲ ਸਟੇਟ ਏਜੰਟਸ ਦਾ, ਹੈ ਨਾ। ਹੁਣ 20% ਤਾਂ ਲੈ ਗਈ ਬ੍ਰੋਕਰੇਜ, ਪਿੱਛੇ 8,000 ਰਹਿ ਗਿਆ। 8,000 ਦੇ ਵਿੱਚੋਂ ਈਚ ਟ੍ਰਾਂਜੈਕਸ਼ਨ ਜਿਹੜੀ ਹੁੰਦੀ ਆ ਉਹਦੀ 200, 250, 170 ਤਕਰੀਬਨ $200 ਫੀਸ ਹੁੰਦੀ ਆ ਅਕਾਊਂਟਿੰਗ ਦੀ ਸਾਰੀ, ਪਿੱਛੇ ਰਹਿ ਗਿਆ 7,800। ਹੁਣ ਉਹ $7,800 ਦੇ ਵਿੱਚੋਂ 5,000 ਕਹਿੰਦੇ ਮੈਨੂੰ ਦੇ ਦਿਓ। ਨਹੀਂ 5 ਕਿਉਂ ਦੇ ਦਿਓ, ਅਗੇ ਪੂਰੀ ਸੁਣੋ। $7,800 ਜਿਹੜਾ ਆ ਉਹ ਤੁਹਾਡੀ ਇਨਕਮ 'ਚ ਗਿਆ। ਤੁਸੀਂ 20 ਡੀਲਾਂ ਕੀਤੀਆਂ, ਤੁਹਾਡੀ ਟੈਕਸ ਬ੍ਰੈਕਟ ਜਿਹੜੀ ਹੈ 30 ਤੋਂ 40% ਹੈ। 7,800 ਚੋਂ ਘੱਟੋ ਘੱਟ ਨਾ ਕਰਕੇ ਵੀ ਹੱਥ ਖਿੱਚ ਕੇ ਵੀ ਲਾ ਕੇ ਚੱਲੋ ਤੁਸੀਂ 25% ਦਿਓ ਟੈਕਸ। ਕਿੰਨਾ ਰਹਿ ਗਿਆ ਪਿੱਛੇ? 7 ਦੂਣੀ 14, 1,800 ਕੱਢ ਦਿਓ, ਪਿੱਛੇ ਕੀ ਰਹਿ ਗਿਆ? 6,000। ਤੁਹਾਨੂੰ ਕਿੰਨਾ ਵਾਪਸ ਦੇਈ ਜਾਂਦਾ ਮੈਂ? 5,000। ਅੱਛਾ 5,000 ਦੀ ਅਜਾ ਹਿਸਾਬ ਦਾ ਪੂਰਾ ਹੋਇਆ ਨਹੀਂ, ਕੱਢ ਜਾ ਕਾਕਾ, ਹਲੇ ਅੱਗੇ ਵੀ ਦੇਖ। 5,000 ਤੁਹਾਨੂੰ ਦੇਤਾ। ਹੁਣ ਤੂੰ ਅੱਗੋਂ ਇਹ ਵੀ ਦੇਖੋ ਵੀ ਤੁਸੀਂ ਇੱਥੇ ਆਏ ਪਹਿਲੇ ਦਿਨ ਮੈਂ $10 ਕੌਫੀ ਤੇ ਵੀ ਲਾਤੇ ਆ, ਤੁਹਾਨੂੰ ਗੱਡੀ 'ਚ ਬਹਿ ਕੇ ਘੱਟੋ ਘੱਟ 10 ਘਰ ਦਿਖਾਤੇ ਆ, $20-30 ਦਾ ਤੇਲ ਵੀ ਲਾਤਾ। ਮਾਰਕੀਟ ਬੜੀ ਹੋੜ ਜੀ, ਪਟਾਕੇ ਪੈਣ ਡਏ ਬਾਹਰ, ਉੱਥੇ 40-40 ਆਫਰਾਂ ਆਈ ਜਾਂਦੀਆਂ। ਫਿਰ ਪਿੰਨਾ ਗਿਆ ਜੀ ਘਰੇ ਕੰਪਿਊਟਰ ਤੇ ਬਹਿ ਕੇ ਵੀ ਲਾ ਜੀ ਆਫਰ ਪਾਉਣ ਲੱਗੇ, ਗੱਲ ਬਣ ਜਾਣੀ ਆ। ਹੈਂ, ਤੁਸੀਂ ਜਾ ਕੇ ਆਫਰ ਲਿਖੀ, ਬਹਿ ਕੇ ਘੰਟਾ 1.5 ਘੰਟਾ ਕੰਪਿਊਟਰ ਤੇ ਬੈਠਿਆ, ਟਾਈਪ ਕੀਤਾ। ਹੁਣ ਉਹ ਟਾਈਪ ਕਰਕੇ ਆਫਰ ਭੇਜੀ, ਆਫਰ ਚੱਕੀ ਨਹੀਂ ਗਈ, ਕੋਈ ਹੋਰ ਲੈ ਗਿਆ, ਅਗਲਾ ਗੇੜਾ ਜੀ। ਫਿਰ ਉਸ ਤੋਂ ਬਾਅਦ ਅਗਲਾ ਗੇੜਾ ਜੀ। ਫਿਰ ਮੈਂ ਇੱਕ ਫੈਮਿਲੀ ਨੂੰ 65 ਘਰ ਦਿਖਾਏ ਹੋਏ ਆ ਤੇ 18 ਆਫਰਾਂ ਲੂਜ਼ ਕੀਤੀਆਂ ਹੋਈਆਂ। ਇਹ ਤੁਸੀਂ ਦੇਖੋ ਵੀ ਉਸ ਬੰਦੇ ਨਾਲ ਕੰਮ ਕਰਦੇ ਹੋਏ ਮੇਰੀ ਕਿੰਨੀ ਕੁ એનર્ਜੀ ਡਰੇਨ ਹੋਈ ਹੋਣੀ ਆ। ਇਹ ਜਦੋਂ ਤੁਸੀਂ ਕਿਸੇ ਨੂੰ ਘਰ ਦਿਖਾਉਣ ਲੈ ਕੇ ਜਾਂਦੇ ਹੋ, ਆਪਾਂ 10 ਘਰ ਦੇਖਦੇ ਹਾਂ, 3 ਘੰਟੇ ਤਾਂ ਲੱਗਣਗੇ ਘੱਟੋ ਘੱਟ, ਹੈ ਨਾ। 3 ਘੰਟੇ ਦਾ ਟਾਈਮ ਜੇ ਤੁਸੀਂ ਮੈਂ ਮਿਨੀਮਮ ਵੇਜ ਵੀ ਸਾਰੀ ਲਾ ਕੇ ਚੱਲਣਾ ਨਾ ਮਿੱਤਰੋ, ਉਹ $1,000 ਜਿਹੜਾ ਤੁਸੀਂ ਕਹਿੰਦੇ ਹੋ ਵੜ ਗਿਆ ਖੂਹ 'ਚ। ਸਹੀ ਗੱਲ। ਉਹ ਹੁਣ ਉਹ ਬੰਦਾ ਕੌਣ ਕਰ ਸਕਦਾ ਏਦਾਂ ਦੀ ਚੀਜ਼? ਉਹੀ ਕਰ ਸਕਦਾ ਜਿਹਨੇ ਸਾਲ ਦੇ ਵਿੱਚ 4, 5 ਜਾਂ 6 ਡੀਲਾਂ ਕਰਨੀਆਂ। ਉਹ ਡੈਸਪਰੇਟ ਆ, ਸੋ ਹੀ ਮਾਈਟ ਬੀ ਏਬਲ ਟੂ ਗਿਵ ਇਟ ਟੂ ਯੂ ਕਿਉਂਕਿ ਉਹਨੂੰ ਟੈਕਸ ਨਹੀਂ ਭਰਨਾ ਪੈਣਾ। ਤੇ ਫਿਰ ਦੂਸਰਾ ਇਹ ਪ੍ਰਥਾ ਚੱਲੀ ਕਿੱਥੋਂ ਆ? ਇਹ ਪ੍ਰਥਾ ਸਾਰੀ ਆਪਣੇ ਲੋਕਾਂ ਨੇ ਉੱਥੇ ਤਾਂ ਚਲਾਈ ਕਿਉਂਕਿ ਉੱਥੇ ਕਮਿਸ਼ਨ ਮੋਟਾ। ਉਹਦਾ ਈਚ ਟ੍ਰਾਂਜੈਕਸ਼ਨ ਮਿਨੀਮਮ ਮਿਲੀਅਨ ਦੀ ਤਾਂ ਹੈਗੀ ਆ, ਮਿਨੀਮਮ ਆ। ਹੁਣ ਅਗਲੇ ਨੂੰ ਮਿਲੀਅਨ ਨਾਲੇ ਅੱਗੇ 2.5% ਮਿਲਦਾ, ਇੱਧਰ 2 ਮਿਲਦਾ। ਸੋ ਅੱਗੋਂ ਜੇ ਤੁਸੀਂ ਮਿਲੀਅਨ ਦਾ ਘਰ ਲੈਂਦੇ ਹੋ ਤੁਹਾਨੂੰ 25,000 ਆਉਣਾ, ਸਮਝੇ ਕਿ ਨਹੀਂ? ਇੱਥੇ 25,000 ਤੁਹਾਡੀਆਂ 4 ਸੇਲਾਂ ਕੱਢ ਕੇ ਨਿਕਲਣਾ। ਉਹ ਤਾਂ ਦੇयर ਇਜ਼ ਅ ਡਿਫਰੈਂਸ। ਉਹ ਲੋਕਾਂ ਨੇ ਆਪਣੇ ਨਹੀਂ ਕਰਤਾ। ਤਾਂ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਨੂੰ ਜੇ ਕੋਈ ਮੈਂ ਕਿਸੇ ਨੂੰ ਕਹਿੰਦਾ ਮੇਰੇ ਤੋਂ 1% ਲੈ ਲਿਓ, ਡੂ ਯੂ ਥਿੰਕ ਆਮ ਗੋਨਾ ਵਰਕ ਐਜ਼ ਮਚ ਆਮ ਗੋਨਾ ਵਰਕ ਫॉर ਜਿਹੜਾ ਮੈਨੂੰ ਬੰਦਾ ਕਿਸੇ ਪੁੱਛਿਆ ਹੀ ਨਹੀਂ। ਹੁਣ ਮੇਰੇ ਨਾਲ ਇੱਥੇ ਕਲਾਇੰਟ ਕਈ ਇਹ ਜੁੜੇ ਜਿਨ੍ਹਾਂ ਨੇ ਇੱਕ ਫੈਮਿਲੀ ਨੇ ਮੇਰੇ ਨਾਲ 14 ਘਰ ਫਲਿੱਪ ਮਾਰੇ 1 ਸਾਲ ਦੇ ਵਿੱਚ, ਇੱਕੋ ਫੈਮਿਲੀ ਨੇ। ਤੇ ਮੇਰੇ ਕੋਲ ਇੱਥੇ ਲੀਜ਼ ਲੈਣ ਵਾਸਤੇ ਆਏ ਸੀ, ਉਹ ਬਰੈਂਪਟਨ ਤੋਂ, ਕੈਲੇਡਨ ਤੋਂ ਫੈਮਿਲੀ ਆਈ ਸੀ। ਮੈਂ ਲੀਜ਼ ਤੇ ਘਰ ਲਾਇਆ ਸੀ ਇੱਥੇ ਚਿਪਵਾ ਦੇ ਵਿੱਚ। ਤੇ ਉਹ ਮੇਰੇ ਕੋਲ ਆਏ, ਮਰਸਡੀਜ਼ ਗੱਡੀ ਰੱਖੀ, ਮੀਆਂ ਬੀਬੀ ਦੋਵੇਂ ਜਿਵੇਂ ਮਿਡ ਏਜ ਸੀਗੇ, 50 ਸਾਲ ਦੀ ਉਮਰ ਦੇ ਵਿੱਚ, ਤੇ ਬੜੇ ਵਧੀਆ ਉਹਨਾਂ ਨੇ ਕੱਪੜੇ ਛੱਪੜੇ ਪਾਏ। ਮੈਂ ਕਿਹਾ ਭਾਜੀ ਇਹ ਕੀ ਚੱਕਰ ਆ? ਉਹ ਫਿਰ ਮੇਰਾ ਇਨਰ ਬੀਸਟ ਜਾ ਆ ਗਿਆ ਬਾਹਰ, ਮਾੜਾ ਜਾ ਉਹ ਛਾਵੜਾ ਨਿਕਲਿਆ ਬਾਹਰ। ਉਹ ਫਿਰ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਗਾਹਕ ਹੈਗਾ, ਉਹਨੂੰ ਜਾਣ ਦੇਣਾ ਨਹੀਂ। ਹਾਂ, ਹਾਲਾਂਕਿ ਭਾਵਾਂ ਦੀ ਮੈਂ ਜਿੱਦਾਂ ਮਰਜ਼ੀ ਬੋਲ ਲੈਣਾ,
ਪਰ ਜਿਹੜਾ ਬੰਦਾ ਇੱਕ ਵਾਰੀ ਬਾਈ ਮੇਰੇ ਨਾਲ ਸਾਈਨ ਕਰ ਲੈਂਦਾ ਨਾ, ਆਪਾਂ ਉਹਦੇ ਗੋਲੇ ਹੋ ਜਾਈਦਾ। ਸਿੱਧੀ ਜੀ ਗੱਲ ਆ। ਚਾਹੇ ਮੇਰੇ ਕੋਲ ਸੈਲਰ ਆ ਤਾਂ ਮੈਂ ਉਹਦੇ ਬੈਸਟ ਇੰਟਰਸਟ ਦਾ ਦੇਖਣਾ। ਉਦੋਂ ਮੈਂ ਇਹ ਨਹੀਂ ਦੇਖਣਾ ਮੈਂ ਐਡਵਰਟਾਈਜ਼ ਕਰਨ ਲੱਗਿਆ ਲੋਕੀ ਮੈਨੂੰ ਕੀ ਬੋਲਦਾ। ਆਈ ਡੋਂਟ ਕੇਅਰ। ਜੇ ਬੰਦੇ ਨੇ ਲਿਸਟ ਕੀਤਾ ਹੀ ਵਾਂਟ ਮੀ ਟੂ ਗੋ ਐਕਸਟਰਾ ਸਟੈਪ, ਤੁਸੀਂ ਉਹਦੀ ਐਡਵਰਟਾਈਜ਼ਮੈਂਟ ਕਰਨੀ ਹੈ, ਜਿੱਥੇ ਤੱਕ ਜਾ ਕੇ ਕਰ ਸਕਦੇ ਹੋ ਕਰੋ, ਠੀਕ ਹੈ ਨਾ। ਉਹਨੂੰ ਵੱਧ ਤੋਂ ਵੱਧ ਉਹਨੂੰ ਪੈਸੇ ਬਣਾ ਕੇ ਦੇਣੇ ਆ। ਲੋਕੀ ਕਹਿਣਗੇ ਇਹ ਕਿੰਨੇ ਦਾ ਵਿਕਣਾ ਹੈ, ਇਹ ਤੁਸੀਂ ਘਰ ਇੰਨੇ ਦਾ ਲਾਇਆ, ਇਹਦਾ ਫਾਇਦਾ ਹੀ ਨਹੀਂ, ਇਹ ਕਿਹਨੇ ਲੈਣਾ ਕਿਹਨੇ। ਯਾਰ ਮੇਰਾ ਕੰਮ ਆ, ਅਗਲੇ ਨੇ ਮੇਰੇ ਤੇ ਟਰਸਟ ਕੀਤਾ, ਮੈਂ ਸੈਲਰ ਬਾਰੇ ਸੋਚਣਾ। ਹਾਂ ਐਟ ਦਾ ਸੇਮ ਟਾਈਮ ਮੇਰੇ ਕੋਲ ਬਾਹਰ ਆ ਗਿਆ, ਹੁਣ ਬਾਹਰ ਆ ਕੇ ਮੇਰੇ ਤੋਂ ਜੇ ਕੋਈ ਗੱਲ ਕਹਿੰਦਾ ਵੀ ਅਸੀਂ ਘਰ ਲੈਣਾ, ਉਦੋਂ ਫਿਰ ਛਾਵੜਾ ਦੂਜੇ ਪਾਸੇ ਆ ਜਾਂਦਾ। ਮੇਰੀ ਤੁਸੀਂ ਫੋਟੋ ਨਹੀਂ ਦੇਖੀ ਹੋਣੀ, ਇੱਕ ਪਾਸੇ ਮੇਰੇ ਇੱਥੇ ਐਂਜਲ ਬਣਿਆ ਮੋਢੇ ਤੇ, ਦੂਜੇ ਪਾਸੇ ਡੈਵਲ ਬਣਿਆ। ਉਹ ਐਸੇ ਕਰਕੇ ਹੀ ਬਣਿਆ ਵੀ ਜੇ ਲਿਸਟਿੰਗ ਲਾਉਣੀ ਹੈ ਤਾਂ ਮੈਂ ਤੁਹਾਡਾ ਉਹ ਐਂਜਲ ਹੀ ਆ ਬਾਈ, ਯੂ ਨੋ। ਤੇ ਜੇ ਤੁਸੀਂ ਮੇਰੇ ਤੋਂ ਘਰ ਲੈਣਾ ਤਾਂ ਫਿਰ ਆਪਣਾ ਡੇਵਲ ਵਾਲਾ ਰੂਪ ਵੀ ਬਾਹਰ ਹੀ ਆ। ਉਦੋਂ ਮੈਂ ਆਪਣੇ ਕਲਾਇੰਟ ਬਾਰੇ ਹੀ ਸੋਚਣਾ। ਇਹੀ ਮੈਂਟੈਲਿਟੀ ਜੇ ਕੋਈ ਹਰੇਕ ਰੀਅਲ ਸਟੇਟ ਏਜੰਟ ਲੈ ਕੇ ਚੱਲੇ ਨਾ, ਤੁਹਾਨੂੰ ਲੋੜ ਹੀ ਨਹੀਂ ਪੈਣੀ। ਚੰਗੇ ਰੀਅਲ ਸਟੇਟ ਏਜੰਟ ਨੇ ਆਪ ਦਾ ਕਮਿਸ਼ਨ ਆਪ ਹੀ ਬਾਹਰ ਕੱਢ ਲੈਣਾ, ਤੁਹਾਡੀ ਵੈਲਿਊ ਐਡ ਕਰ ਦੇਣੀ ਉਹਦੇ ਵਿੱਚ। ਤੇ ਭਾਜੀ ਤੁਹਾਨੂੰ ਖਿਜ ਨਹੀਂ ਚੜਦੀ? ਮਤਲਬ ਕਿ ਕਈ ਇੱਦਾਂ ਦੇ ਹਨਾ ਹੋਮ ਬਾਇਰ ਹੁੰਦੇ ਆ, 4 ਘਰ ਅੱਜ ਦਿਖਾਤੇ, ਫਿਰ ਕਹਿਣਗੇ ਨਹੀਂ ਪਸੰਦ ਨਹੀਂ ਆਇਆ, ਫਿਰ ਕਿੰਨੇ ਵੀ 20-25 ਘਰ ਦੇਖ ਲੈਣਗੇ, ਫਿਰ ਵੀ ਕਹਿਣਗੇ ਯਾਰ ਨਹੀਂ। ਸਮਟਾਈਮ ਹੁੰਦਾ ਆ ਜਦੋਂ ਐਨਰਜੀ ਡਰੇਨ ਜ਼ਿਆਦਾ ਉਦੋਂ ਹੁੰਦੀ ਆ ਵੀ ਇੱਕ ਬੰਦੇ ਨੇ ਘਰ ਲੈਣਾ ਹੈ ਨਾ, ਜਦੋਂ ਨਾਲ ਅੰਕਲ ਆ ਜਾਂਦਾ ਨਾ ਉਦੋਂ ਕੰਮ ਖਰਾਬ ਹੁੰਦਾ। ਜਦੋਂ ਕੋਈ ਨਾਲ ਤੀਜਾ ਬੰਦਾ ਲੈ ਆਉਂਦੇ, ਜਦੋਂ ਸਲਾਹਾਂ ਜ਼ਿਆਦਾ ਹੋਣ ਲੱਗ ਪੈਂਦੀਆਂ ਉਦੋਂ ਪ੍ਰੋਬਲਮ ਆਉਂਦੀ ਆ। ਜਿੰਨੇ ਜ਼ਿਆਦਾ ਜਣਾ ਲਿਆਈ ਜਾਂਦੇ ਉਹ ਉੱਥੇ ਪ੍ਰੋਬਲਮ ਆਉਂਦੀ ਆ ਵੀ ਇੱਕ ਫਸਟ ਟਾਈਮ ਬਾਇਰ ਨੇ ਘਰ ਲੈਣਾ, ਉਹ 4 ਬੰਦਿਆਂ ਨੂੰ ਨਾਲ ਲੈ ਆਉਂਦਾ, ਉਹ 4 ਬੰਦਿਆਂ ਦੀ ਡਿਸੀਜਨ ਤੁਸੀਂ ਕਿਤੇ ਡਿਸੀਜਨ ਮੇਕਰ ਨਹੀਂ ਬਣ ਸਕਦੇ। ਉਦੋਂ ਸਮ ਟਾਈਮ ਬੰਦੇ ਨੂੰ ਐਂ ਲੱਗਦਾ ਵੀ ਯਾਰ ਆਈ ਐਮ ਡੀਲਿੰਗ ਵਿਦ ਹਿਮ ਬਟ ਹੀ ਇਜ਼ ਬ੍ਰਿੰਗਿੰਗ ਆਲ ਦ ਇਟਸ ਓਕੇ ਵਨਸ ਇਨ ਅ ਵਾਈਲ ਇਟਸ ਓਕੇ। ਪਰ ਜਦੋਂ ਉਦੋਂ ਪ੍ਰੋਬਲਮ ਆਉਂਦੀ ਹੈ। ਪਰ ਦੂਸਰੀ ਗੱਲ ਇਹ ਕਈ ਵਾਰੀ ਆ ਵੀ ਜਾਂਦਾ ਵੀ ਕਈ ਫੈਮਲੀਜ਼ ਨੂੰ ਟਾਈਮ ਬਹੁਤ ਲੱਗ ਜਾਂਦਾ, ਕਈ ਬਹੁਤ ਪਿੱਕੀ ਹੁੰਦੇ ਆ, ਉਹਨਾਂ ਨੂੰ ਮੋਟੀਵੇਸ਼ਨ ਦੇਣਾ ਪੈਂਦਾ, ਉਹਨਾਂ ਦਾ ਮਾਈਂਡ ਰੀਡ ਕਰਕੇ ਉਹਨਾਂ ਦੇ ਅਕੋਰਡਿੰਗਲੀ ਉਹਨਾਂ ਨੂੰ ਚੀਜ਼ਾਂ ਦਿਖਾਉਣੀਆਂ ਪੈਂਦੀਆਂ। ਸਮਟਾਈਮ ਦੇ ਉਹ ਵਿਜ਼ੂਅਲਾਈਜ਼ ਨਹੀਂ ਕਰ ਪਾਉਂਦੇ। ਹੁਣ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਹੋਰ ਦਿੰਦਾ ਇਸ ਚੀਜ਼ ਦੇ ਵਿੱਚ। ਮੰਨ ਲਓ ਤੁਸੀਂ ਇੱਥੇ ਫਸਟ ਟਾਈਮ ਬਾਇਰ ਹੋ। ਫਸਟ ਟਾਈਮ ਬਾਇਰ ਕੀ ਮੈਂ 90% ਆਪਣੇ ਲੋਕ ਦੇਖੇ ਆ ਪੰਜਾਬੀ ਜਿੰਨੇ ਵੀ ਉੱਧਰੋਂ ਆਉਂਦੇ ਆ, ਚਾਹੇ ਇਨਵੈਸਟਰ ਵੀ ਹੋਣ, ਉਹਨਾਂ ਨੂੰ ਨਾ ਗਲਿਟਰ ਬੜਾ ਪਸੰਦ ਆ, ਚਕਾਚੌਂਧ ਜਿਹਨੂੰ ਕਹਿ ਲਓ। ਉਹ ਦੇਖਦੇ ਆ ਵੀ ਲੈ ਪਾਟ ਲਾਈਟਾਂ ਲੱਗੀਆਂ, ਕੁਆਰਟਸ ਕਾਊਂਟਰ ਟੌਪ ਲੱਗਿਆ, ਨਵੀਂ ਬੁੱਡ ਲਾਈ, ਇਹਦਾ ਤਾਂ ਪੈਸਾ ਬਹੁਤ ਲੱਗਿਆ। ਉਹੀ ਘਰ ਤੁਹਾਨੂੰ ਪੈਸਾ ਵੀ ਹੁੰਦਾ ਰੈਨੋਵੇਸ਼ਨ ਕਰਨ ਵਾਸਤੇ, ਬਟ ਦੇ ਜਸਟ ਗੈਟ, ਉਹਨਾਂ ਦੀਆਂ ਅੱਖਾਂ ਚਮਕ ਜਾਂਦੀਆਂ। ਉਹ ਇਹ ਨਹੀਂ ਦੇਖਦੇ ਪਏ ਵੀ ਉਹ ਘਰ ਬੰਦਾ ਜਿਹੜਾ 7 ਲੱਖ ਦਾ ਵੇਚ ਰਿਹਾ, ਫਲਿੱਪ ਮਾਰ ਰਿਹਾ, ਉਹ $1.5 ਲੱਖ ਜਾਂ $1 ਲੱਖ ਉਹਦਾ ਪ੍ਰੋਫਿਟ ਕੱਢ ਰਿਹਾ। ਉਹੀ ਘਰ ਤੁਹਾਨੂੰ 5 ਦਾ ਵੀ ਮਿਲ ਜਾਣਾ ਲਿਵੇਬਲ ਕੰਡੀਸ਼ਨ ਦੇ ਵਿੱਚ। ਇਹ ਚੀਜ਼ ਫਸਟ ਟਾਈਮ ਬਾਇਰ ਜਿਹੜੇ ਸਮਝ ਨਹੀਂ ਪਾ ਰਹੇ। ਮੈਂ ਕਈਆਂ ਨੂੰ ਇਹ ਚੀਜ਼ ਸਮਝਾਈ ਵੀ ਆ ਵੀ ਮਿੱਤਰੋ ਤੁਸੀਂ, ਉਹ ਕਹਿੰਦੇ ਆ ਵੀ ਟਰਨ ਕੀ ਮਿਲ ਜੇ, ਮਤਲਬ ਕਿ ਉਹੀ ਗੱਲ ਆ ਵੀ 5 ਉਂਗਲਾਂ ਘਿਓ 'ਚ ਚਾਹੁੰਦੇ ਆ। ਪਰ ਉਹ ਚੀਜ਼ ਬੰਦੇ ਨੂੰ ਸੈਪਰੇਟ ਕਰਨੀ ਚਾਹੀਦੀ ਹੈ, ਨੀਡਸ ਐਂਡ ਵਾਂਟ। ਇੱਥੇ ਵੀ ਉਹੀ ਗੱਲ ਆ ਗਈ ਵੀ ਜਦੋਂ ਤੁਸੀਂ ਪ੍ਰੋਪਰਟੀ ਕੋਈ ਇਨਵੈਸਟਮੈਂਟ ਲੈਣ ਜਾਂਦੇ ਹੋ ਨਾ, ਤੁਸੀਂ ਉਹਦੀ ਲੋਕੇਸ਼ਨ ਨੰਬਰ 1 ਤੇ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਜਿਹੜਾ ਹੁਕਮ ਦਾ ਇੱਕਾ ਕਹਿ ਲਓ ਉਹ ਲੋਕੇਸ਼ਨ। ਆਪਣੇ ਲੋਕ ਲੋਕੇਸ਼ਨ ਦੇਖਦੇ ਹੀ। ਉਹ ਜੰਗਲਾਂ 'ਚ ਇੱਥੇ ਇੱਕ ਬੈਲੈਂਡ 'ਚ ਘਰ ਕੱਢੇ ਬਿਲਡਰ ਨੇ, ਸੋਲਡ ਆਊਟ ਡੈਡ ਮਾਰਕੀਟ ਦੇ ਵਿੱਚ, ਕਿਉਂਕਿ ਕਮਿਸ਼ਨ ਅਗਲੇ ਨੇ 4-5% ਦਿੱਤਾ ਹੋਇਆ ਸੀ। ਚੱਕ ਕੇ ਕਿਸੇ ਨੂੰ ਪਤਾ ਹੀ ਨਹੀਂ, ਉੱਥੇ ਗਰੋਸਰੀ ਸਟੋਰ ਹੀ ਹੈ ਨਹੀਂ ਕੋਈ ਨੇੜੇ ਤੇੜੇ। ਜੇ ਤੁਸੀਂ 50,000 ਵੱਧ ਲਾਓਗੇ ਤੁਹਾਨੂੰ ਉਸ ਤੋਂ ਕਿਤੇ ਬੈਟਰ ਥਾਂ ਤੇ ਮਿਲ ਜੂਗਾ, ਉੱਥੇ ਚੰਗਾ ਬਿਲਡਰ ਮਿਲ ਜੂਗਾ, ਉੱਥੇ ਡੈਮੋਗ੍ਰਾਫਿਕ ਹੀ ਟੋਟਲ ਚੇਂਜ ਹੋ ਜਾਣਾ। ਤੁਹਾਡੀ ਆਉਣ ਵਾਲੇ ਟਾਈਮ ਦੇ ਵਿੱਚ ਸੈਲਿੰਗ ਐ ਹੋ ਜਾਣੀ ਆ। ਦੇਖਦਾ ਨਹੀਂ ਯਾਰ, ਸਮਝਾਈਦਾ ਬਥੇਰਾ, ਪਰ ਐਂਡ ਆਫ ਦਾ ਡੇ ਪਤਾ ਕੀ, ਜਦੋਂ ਵੀ ਕੋਈ ਨਵਾਂ ਕਲਾਇੰਟ ਆ ਕੇ ਨਾਲ ਜੁੜਦਾ ਨਾ ਵੀ, ਆਪਣਾ ਮਨ ਹੁੰਦਾ ਵੀ ਆਪਦੇ ਵੱਲੋਂ ਉਹਨੂੰ 100% ਦੇਈਏ ਤੇ ਬੈਸਟ ਗਾਈਡ ਕਰੀਏ। ਪਰ ਜੇ ਅਗਲਾ ਗਾਈਡ ਹੋਣਾ ਹੀ ਨਹੀਂ ਚਾਹੁੰਦਾ, ਫਿਰ ਛਾਵੜਾ ਕੀ ਕਰੇ? ਕਈਆਂ ਨੇ ਆਪਣਾ ਡੀਲ ਵੀ ਕਰਨੀ ਹੈ, ਸਿੱਧੀ ਜੀ ਗੱਲ। ਕਈ ਆਪਣਾ ਨਾ ਮਾਈਂਡਸੈਟ ਬਣਾ ਕੇ ਹੀ ਆਉਂਦੇ ਆ। ਉਹੀ ਗੱਲ ਜੇ ਹੁਣ ਮੈਂ ਰੀਸੈਂਟਲੀ ਇੱਥੇ ਇੱਕ ਸੇਲ ਕੱਢੀ ਹੈ ਨਾ, ਫੈਮਿਲੀ ਆਈ ਮੇਰੇ ਕੋਲ, ਮੈਂ ਉਹਨਾਂ ਨੂੰ ਪਿਛਲੇ ਸਾਲ ਦੀ ਗੱਲ ਹੋਣੀ 5.5 ਦਾ ਉਹਨਾਂ ਨੇ ਘਰ ਲਿੱਤਾ ਡਾਊਨਟਾਊਨ ਦੇ ਵਿੱਚ। ਮੈਂ ਉਹਨਾਂ ਨੂੰ ਨਾ ਇੱਥੇ ਬਹੁਤ ਘਰ ਦਿਖਾਏ, ਮੈਂ ਉਹਨਾਂ ਨੂੰ ਸਾਰੇ ਏਰੀਏ ਬਾਰੇ ਦੱਸਿਆ, ਆਹ ਸੋਹਣਾ ਜੀ, ਉਹ ਸੋਹਣਾ ਜੀ, ਆਹ ਵਧੀਆ ਜੀ। ਸੁਣਦੇ ਆ, ਆਰਾਮ ਨਾਲ ਸੁਣਦੇ ਆ, ਵਧੀਆ ਲੱਗਦਾ। ਪਰ ਉਹਨਾਂ ਨੇ ਪਸੰਦ ਪਤਾ ਕੀ ਕੀਤਾ, ਡਾਊਨਟਾਊਨ 'ਚ ਜਾ ਕੇ ਘਰ। ਹਾਲਾਂਕਿ ਮੈਂ ਉਹਨੂੰ 2 ਵਾਰੀ ਇਹ ਗੱਲ ਕਹੀ, ਮੈਂ ਕਿਹਾ ਭਾਜੀ ਇੱਧਰਲੇ ਪਾਸੇ ਚੰਗਾ ਟੈਨੈਂਟ ਨਹੀਂ ਲੱਭਣਾ, ਸਟੂਡੈਂਟ ਤਾਂ ਲੱਭ ਜਾਣਗੇ, ਸਟੂਡੈਂਟ ਤਾਂ ਕਿਤੇ ਵੀ ਰਹਿ ਲੈਂਦਾ, ਪਰ ਮੈਂ ਕਿਹਾ ਚੰਗਾ ਟੈਨੈਂਟ ਨਹੀਂ ਲੱਭਣਾ। ਮੈਂ ਕਿਹਾ ਥੋੜ੍ਹੀ ਐਪਰੀਸ਼ੀਏਸ਼ਨ ਵੀ ਘੱਟ। ਉਹ ਬਾਹਰ ਰੂਮ ਦੇਖ ਲਏ, ਵੱਡੇ ਵੱਡੇ ਆ, 5 ਰੂਮ ਆ, ਪੁਰਾਣਾ ਘਰ ਆ, 70-80 ਸਾਲ, ਡਾਊਨਟਾਊਨ ਦਾ ਏਰੀਆ। ਉਹਨਾਂ ਨੇ ਉੱਥੇ 5.5 ਲਾਤਾ, ਜਿੱਥੇ ਮੈਂ ਕਹਿੰਦਾ ਸੀ 5-70-75 ਦਾ ਡਰਮੰਡ ਵਾਲੇ ਪਾਸੇ ਜਾਂ ਡੋਰਚੈਸਟਰ ਵਾਲੇ ਪਾਸੇ ਮਿਲ ਜੂ, ਇੱਥੇ ਜ਼ਿਆਦਾ ਪੈਦਾ। ਉਹ ਤੁਸੀਂ ਇੱਕ ਵਾਰੀ ਕਹੋਗੇ, 2 ਵਾਰੀ ਕਹੋਗੇ, ਜਦੋਂ ਤੀਜੀ ਵਾਰ ਬੰਦਾ ਤੁਹਾਡੀ ਗੱਲ ਸੁਣਦਾ ਹੀ ਨਹੀਂ ਪਿਆ, ਫਿਰ ਤੁਹਾਨੂੰ ਯੂ ਹੈਵ ਟੂ ਅਡੈਪਟ।
we are they are the one who are the decision makers. So basically some people ਹਾਇਰ ਕਰਦੇ ਆ ਏਜੰਟਸ ਨੂੰ ਸਿਰਫ ਉਹਨਾਂ ਦੀ ਇਹ ਸਰਵਿਸ ਲੈਣ ਵਾਸਤੇ ਵੀ ਇਹਨੇ ਡੀਲ ਕਰਾਉਣੀ। ਇੱਕ ਹੁੰਦਾ ਕੰਸਲਟੈਂਟ, ਰਾਈਟ, ਜਿਹਦੇ ਨਾਲ ਤੁਸੀਂ ਬਹਿ ਕੇ ਪ੍ਰੋਪਰ ਬਹਿ ਕੇ ਗੱਲ ਕਰਦੇ ਹੋ ਵੀ ਯਾਰ ਮੇਰਾ ਅੱਗੋਂ ਫਿਊਚਰ ਕੀ ਹੈ, ਵੀ ਮੈਂ ਜੇ ਆਹ ਚੀਜ਼ ਲੈਣਾ ਕਿਵੇਂ ਹੋਊਗੀ। ਮੇਰੇ ਨਾਲ ਇੱਥੇ ਮੁੰਡਾ ਜਿਹੜਾ ਹੋਇਆ ਕਰਨਵੀਰ ਹੈ ਨਾ, ਉਹ ਇੱਥੇ ਰੈਨੋਵੇਸ਼ਨ ਦਾ ਕੰਮ ਕਰਦਾ, ਉਹਨੇ 2 ਘਰ ਬਾਏ ਕੀਤੇ ਮੇਰੇ ਤੋਂ। ਇੱਕ ਘਰ ਅਸੀਂ ਦੇਖ ਕੇ ਆਉਂਦੇ ਸੀ ਨਾ, 1.5 ਘੰਟਾ ਡਿਬੇਟ ਹੁੰਦੀ ਸੀ ਸਾਡੀ। ਮਤਲਬ ਕਿ ਇਹ ਤਾਂ ਹੋਈ ਨਾ ਗੱਲ, ਰੀਅਲ ਸਟੇਟ ਏਜੰਟ ਨਾਲ ਬਹਿ ਕੇ ਡਿਬੇਟ ਹੋਣੀ ਜੀ ਆਹ ਘਰ 'ਚ ਆਹ ਠੀਕ ਹੈ, ਇਹਦੀ ਇੱਦਾਂ ਵੈਲਿਊ ਨਿਕਲੂਗੀ, ਇਹਦੇ 'ਚ ਇੰਨਾ ਰੈਂਟ ਨਿਕਲੂਗਾ। ਉਹ ਮੈਨੂੰ ਕਹਿੰਦਾ ਵੀ ਨਹੀਂ ਭਾਜੀ ਫਲੋਰਿੰਗ ਜ਼ਿਆਦਾ ਪਊਗੀ, ਜਾਂ ਆਹ ਡਰਾਈਵ ਵਾਲ 'ਤੇ ਆਹ ਕੰਮ ਹੋਣ ਲਾ, ਰੂਫ ਇਹ ਹੋ ਜਾਊਗਾ, ਇਹਦੀ ਪੋਟੈਂਸ਼ੀਅਲ ਇਹ ਆ। ਮਤਲਬ ਕਿ 1-1.5 ਘੰਟਾ ਘਰ ਦੇ ਬਾਹਰ ਖੜੇ ਹੋ ਕੇ ਅਸੀਂ ਗੱਲ ਕਰਨੀ। ਪਤਾ ਲੱਗਦਾ ਯਾਰ ਵੀ ਅਗਲਾ ਨਾਲ ਅੱਗੋਂ ਜਿਹੜੇ ਏਜੰਟ ਨੂੰ ਅੰਦਰੋਂ ਸ਼ੌਂਕ ਹੈ ਨਾ ਉਹ ਕਰੂਗਾ ਵੀ। ਤੁਸੀਂ ਮੇਰੀ ਹੁਣ ਇੱਥੇ ਬੈਠਾ ਮੈਂ ਮਾਈਕ ਤੇ ਬੋਲਦਾ ਪਿਆ, ਆਈ ਲਵ ਦਿਸ ਮੈਨ, ਤੁਸੀਂ ਮੇਰੇ ਦੇਖ ਸਕਦੇ ਹੋ, ਮੈਂ ਇੰਜੋਏ ਕਰਦਾ ਹਾਂ, ਪਤਾ ਲੱਗਦਾ ਯਾਰ। ਮੈਂ ਹਾਂ ਏਦਾਂ ਕੋਈ ਸਕ੍ਰਿਪਟ ਨਹੀਂ ਲਿਖੀ ਮੈਂ ਤੁਹਾਡੇ ਨਾਲ ਇੱਥੇ ਬਹਿ, ਨਾ ਹੀ ਮੈਂ ਕੋਈ 1% ਵੀ ਤਿਆਰੀ ਨਹੀਂ ਕਰਕੇ ਆਇਆ। ਉਹ ਮੇਰੇ ਦਿਲੋਂ ਹੀ ਗੱਲ ਨਿਕਲਦੀ ਹੁੰਦੀ ਆ। ਆਪਾਂ ਨੂੰ ਇਹ ਹੁੰਦਾ ਵੀ ਜਿਹੜਾ ਕਲਾਇੰਟ ਨਾਲ ਜੁੜਿਆ ਨਾ, ਆਪਦੇ ਵੱਲੋਂ ਬੈਸਟ ਕਰੋ। ਹਾਂ ਉਹ ਚੀਜ਼ ਬੈਸਟ ਲੈਣੀ ਜਾਂ ਨਾ ਲੈਣੀ ਉਹ ਮਿੱਤਰੋ ਤੁਹਾਡੇ ਆਪਦੇ ਉੱਤੇ। ਤੇ ਜਿਹੜਾ ਭਾਜੀ ਨਾਲੇ ਰੀਅਲ ਰਹਿੰਦਾ ਨਾ, ਪਤਾ ਵੀ ਲੱਗ ਜਾਂਦਾ ਜਿਹੜਾ ਨਾਲ ਬੰਦਾ ਬੈਠਾ ਉਹਨੂੰ, ਜੇ ਤੁਸੀਂ ਕਹਿੰਦਾ ਡੀਲ ਕਰਦੇ ਹੋ ਕਲਾਇੰਟ ਨਾਲ, ਉਹਨੂੰ ਪਤਾ ਲੱਗ ਜਾਊਗਾ। ਸਮ ਪੀਪਲ ਥਿੰਕ ਲਾਈਕ ਜਿਹੜਾ ਜ਼ਿਆਦਾ ਹੀ ਬੋਲਦਾ ਉਹ ਐਵੇਂ ਢੋਲ ਹੀ ਖੜਕਦਾ ਹੁੰਦਾ। ਕਈ ਲੋਕਾਂ ਦਾ ਇਹ ਵੀ ਹੈਗਾ, ਔਰ ਐਂਡ ਆਈ ਕੰਪਲੀਟਲੀ ਐਗਰੀ। ਸਮ ਟਾਈਮ ਬੰਦੇ ਨੂੰ ਉਹ ਕਈ ਬੰਦੇ ਤਾਂ ਉਹਨਾਂ ਦਾ ਜ਼ਿਆਦਾ ਐਕਸਪੀਰੀਅੰਸ ਮਾੜਾ ਹੋਇਆ ਹੋਣਾ, ਤੇ ਜਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਪਾਉਂਦਾ ਉਹਦੇ ਤੇ। ਸਮ ਟਾਈਮ ਲੋਕਾਂ ਨੇ ਵੀ ਚੁੱਪ ਕੀਤਾ ਹੀ ਜ਼ਿਆਦਾ ਵਧੀਆ, ਜਾਂ ਜ਼ਿਆਦਾ ਮਸਖਾ ਲਾਉਣ ਵਾਲਾ ਵਧੀਆ। ਹੁਣ ਮੇਰੇ ਕਈ ਲੋਕੀ ਕਹਿੰਦੇ ਵੀ ਇਹ ਰਗੜੂਗਾ ਕਿਸੇ ਨੂੰ ਜਿਹੜੇ ਇੰਨੇ ਮੱਖਣ ਲਾਉਂਦਾ ਲਿਸਟਿੰਗ ਦੇ ਵਿੱਚ। ਉਹ ਪਤਾ ਕਿਉਂ? ਕਿਉਂਕਿ ਯਾਰ ਮੇਰਾ ਮੇਨ ਮੋਟਿਵ ਜਿਹੜਾ ਹੈ ਨਾ, ਜਿਹੜੀਆਂ ਮੈਂ ਲਿਸਟਿੰਗ ਦੀਆਂ ਵੀਡੀਓਜ਼ ਬਣਾਉਣਾ, ਆਈ ਵਾਂਟ ਕਿ ਮੈਕਸੀਮਮ ਅੱਖਾਂ ਦੇ ਅੱਗੇ ਉਹ ਨਿਕਲ ਸਕੇ, ਨਾਲੇ ਲੈਣ ਵਾਲਾ ਕਲਾਇੰਟ ਹੋਰ ਆ। ਹੁਣ ਜੇ ਤੁਹਾਨੂੰ ਮੈਂ ਲਾਸਟ ਜਿਹੜੀਆਂ 3 ਵੀਡੀਓਜ਼ ਪਾਈਆਂ, ਮੈਂ ਤੁਹਾਨੂੰ 3 ਵੀਡੀਓਜ਼ ਦਾ ਦੱਸ ਦਿੰਦਾ। ਪਹਿਲੀ ਵੀਡੀਓ ਮੈਂ ਜਿਹੜੀ ਆਹ ਪਾਈ ਸੀਗੀ ਆਪਣੇ ਜਿਹੜਾ ਈਥਲ 'ਤੇ, ਉਹ ਵੀਡੀਓ ਬੰਦਾ US 'ਚ ਰਹਿੰਦਾ। ਉਹ ਬੰਦੇ ਨੇ ਕਿਤੇ ਵੀਡੀਓ ਦੇਖੀ ਹੋਣੀ, ਉਹ ਵੀਡੀਓ ਦੇਖ ਕੇ ਮੈਨੂੰ ਕਾਲ ਕੀਤਾ, ਮੈਂ ਉਹਨੂੰ ਰੈਪਰੈਜ਼ੈਂਟ ਕੀਤਾ, ਮੇਰੀ ਵੀਡੀਓ 'ਚ ਉਹਨੇ ਮੇਰੇ ਤੋਂ ਲੈ ਲਿਆ ਹੈ ਨਾ। ਔਰ ਲੱਗਿਆ 680 ਦਾ, ਪਰ ਮੈਂ ਪ੍ਰਾਈਜ਼ ਉੱਥੇ ਹੀ ਲੈ ਕੇ ਆਇਆ ਕਿਉਂਕਿ ਮੇਰੀ ਹੁਣ ਰਿਸਪੌਂਸੀਬਿਲਿਟੀ ਵੱਧ ਗਈ ਡਬਲ ਐਂਡ ਦੇ ਵਿੱਚ ਹੈ ਨਾ। ਇੱਕ ਹੁੰਦਾ ਵੀ ਬੰਦਾ ਕਹੂਗਾ ਯਾਰ ਇਹਨੂੰ ਆਪਦੇ ਸੈਲਰਾਂ ਨੂੰ ਦੇਖੋ, ਹੁਣ ਮੇਰੀ ਰਿਸਪੌਂਸੀਬਿਲਿਟੀ ਉੱਥੇ ਆ ਗਈ ਜਿੱਥੇ ਮੇਰਾ ਮਾਈਂਡ ਇਹ ਮੈਨੂੰ ਕਵੇ ਵੀ ਯਾਰ ਇਹ ਰੀਜ਼ਨੇਬਲ ਆ। ਆਈ ਕੈਨ ਨਾਟ ਗ੍ਰਾਈਂਡ ਵਨ ਪਰਸਨ ਐਂਡ ਦੈਨ ਬੈਨੀਫਿਟ ਦਾ ਅਦਰ, ਸਮਝੇ ਕਿ ਨਹੀਂ? ਹੁਣ ਜੇ ਮੈਂ ਇਕੱਲੇ ਸੈਲਰ ਨੂੰ ਸੋਚੂੰਗਾ ਮੈਂ ਬਾਹਰ ਰਗੜਤਾ ਨਾ, ਅਗਲੇ ਨੇ ਟਰਸਟ ਕੀਤਾ ਯਾਰ, ਰਾਈਟ। ਉਹ ਫਿਰ ਮੈਂ ਡੀਲ ਗ੍ਰਾਈਂਡ ਕਰਕੇ ਉਹ ਕੰਡੀਸ਼ਨਲੀ ਸੋਲਡ ਹੈ, ਕੱਲ੍ਹ ਤੱਕ ਪਤਾ ਲੱਗੂਗਾ। ਅਤੇ ਉਹ ਦੂਸਰੀ ਜਿਹੜੀ ਮੈਂ ਵੀਡੀਓ ਬਣਾਈ ਆ ਉੱਥੇ ਆਪਣੇ ਫੋਰਟ ਹੈਰੀ ਵਾਲੀ, ਬ੍ਰਿਜਵੇ ਵਾਲੀ, ਉਹਦੇ 'ਚ ਵੀ ਬੰਦਾ ਵੀਡੀਓ ਦੇਖ ਕੇ ਕਿਸੇ ਨੇ ਟੀਨੇਜਰ ਨੇ ਉਹ ਮੇਰੀ ਵੀਡੀਓ ਕਿਸੇ ਨੂੰ ਗਾਹ ਭੇਜੀ ਹੋਆ। ਜਿੱਦਣ ਇਹ ਵੀਡੀਓ ਮੈਂ ਪਾਈ ਹੈ 5 ਵਜੇ ਪਾਈ ਹੈ, ਅਤੇ ਰਾਤੀ 9 ਵਜੇ ਤੱਕ ਮੇਰੇ ਕੋਲ 2 ਆਫਰ ਆ ਗਏ ਵੀਡੀਓ 'ਚੋਂ। ਜਿਹੜਾ ਆਹ ਬ੍ਰਿਜ ਸਟਰੀਟ ਵਾਲਾ ਉਹ ਵੀ ਕੰਡੀਸ਼ਨਲੀ ਸੋਲਡ ਹੋਇਆ ਮੇਰਾ ਕੱਲ੍ਹ ਪਰਸੋਂ। ਉਹ ਵੀ ਆਪਣਾ ਪੰਜਾਬੀ ਮੁੰਡਾ ਜਿਹਨੇ ਲਿੱਤਾ, ਉਹਦੇ ਕਿਸੇ ਗਾਹ ਵੀਡੀਓ ਭੇਜੀ ਉਹਨਾਂ ਨੇ, ਰੀਅਲ ਸਟੇਟ ਏਜੰਟ, ਉਹਨੇ ਮੈਨੂੰ ਕੰਟੈਕਟ ਕੀਤਾ। ਸੋ ਇਟਸ ਲਾਈਕ ਜਿਹੜੀਆਂ ਮੈਂ ਚੀਜ਼ ਕਰਦਾ ਪਿਆ ਆ ਉਹ ਸੈਲਰ ਦੇ ਫੇਵਰ ਦੇ ਵਿੱਚ ਆ। ਕਈ ਵਾਰੀ ਲੋਕੀ MLS ਤੇ ਨਹੀਂ ਬਹਿ ਕੇ ਚੈੱਕ ਕਰਦਾ, ਪੋਟੈਂਸ਼ੀਅਲ ਨਹੀਂ ਦਿਖਦੀ, ਤੁਹਾਨੂੰ ਪ੍ਰੋਪਰ ਟੂਰ ਦੇ ਕੇ ਉਹਨਾਂ ਨੂੰ ਗਾਈਡ ਕਰਨਾ ਪੈਂਦਾ ਇਹਦੇ 'ਚ ਕੀ ਕੁਛ ਹੈਗਾ। ਲੋਕੀ ਦੇਖੂਗਾ, ਵਿਜ਼ੂਅਲਾਈਜੇਸ਼ਨ ਕਰੂਗਾ, ਫੀਲ ਕਰੂਗਾ, ਤਾਂ ਸ਼ੋਇੰਗ ਬੁੱਕ ਹੋਊਗੀ। ਨਹੀਂ ਭਾਜੀ, ਬਹੁਤ ਸਾਨੂੰ ਅੱਜ ਨਾ ਬਹੁਤ ਸਿੱਖਣ ਨੂੰ ਮਿਲਿਆ ਕੁਛ, ਤੇ ਨਾਲੇ ਰੀਅਲ ਟਾਕ ਸੀ ਆ, ਪੂਰੀ ਸਟ੍ਰੇਟ ਫਾਰਵਰਡ ਰੀਅਲ ਟਾਕ। ਬਿਲਕੁਲ। ਮੇਰੇ ਦਿਮਾਗ 'ਚ 2 ਲਾਸਟ ਲਾਈਕ ਆਲਮੋਸਟ ਸਾਡਾ ਰੈਪ ਹੋਣ ਲੱਗਾ, ਬਟ ਆਈ ਵਾਂਟ ਟੂ ਲਾਈਕ ਆਸਕ ਯੂ ਲਾਈਕ ਜਿੱਦਾਂ ਲਾਈਕ ਕਿਉਂਕਿ ਮੇਰੇ ਕਈ ਲਾਈਕ ਨੋਨ 'ਚ ਨੇ ਜਿਹੜੇ ਲਾਈਕ ਫਸਟ ਟਾਈਮ ਹੋਮ ਬਾਇਰਸ ਨੇ ਐਂਡ ਲਾਈਕ ਦੇ ਆਰ ਕਪਲਸ, ਕਿਉਂਕਿ ਇੰਡੀਆ ਤੋਂ ਬਹੁਤ ਜ਼ਿਆਦਾ ਕਪਲਸ ਆ ਰਹੇ ਆ, ਰਾਈਟ। ਤਾਂ ਉਹਨਾਂ ਨੂੰ ਕੀ ਸੁਜੈਸ਼ਨ ਦੇਣਾ ਚਾਹੋਗੇ ਲਾਈਕ ਕਿ ਉਹ ਦੋਨੋਂ ਮਿਲ ਕੇ ਲਾਈਕ ਕਿੱਦਾਂ ਘਰ ਲੈ ਸਕਦੇ ਨੇ, ਕਿੰਨੀ ਇਨਕਮ ਹੋਣੀ ਚਾਹੀਦੀ ਉਹਨਾਂ ਦੀ, ਯੂ ਨੋ ਲਾਈਕ ਐਨੂਅਲੀ ਕੀ ਕਰ ਰਹੇ ਆ, ਕਿੱਦਾਂ ਦਾ ਕ੍ਰੈਡਿਟ ਸਕੋਰ ਹੋਣਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਕਈ ਵਾਰੀ ਤਾਂ ਬਹੁਤ ਈਜ਼ੀਲੀ ਬੋਲ ਦਿੰਦੇ ਨੇ। ਲਾਈਕ ਜੇ ਆਪਾਂ ਲੋਕਲ ਕਿਸੇ ਨੂੰ ਵੀ ਪੁੱਛੀਏ, ਹੋ ਸਕਦਾ ਉਹ ਜੈਨੂਅਨਲੀ ਦੱਸ ਰਿਹਾ ਹੈ ਜਾਂ ਜਸਟ ਉਹ ਆਪਣੇ ਫੇਵਰ 'ਚ ਦੱਸ ਰਿਹਾ ਹੈ, ਲਾਈਕ ਆਈ ਡੋਂਟ ਨੋ ਲਾਈਕ ਇਫ ਹੀ ਇਜ਼ ਮੋਟੀਵੇਟਿੰਗ ਟੂ ਬਾਏ ਦੈਟ ਹੋਮ ਔਰ ਲਾਈਕ ਆਈ ਡੋਂਟ ਨੋ, ਰਾਈਟ। ਤਾਂ ਕਿਉਂਕਿ ਤੁਸੀਂ ਤਾਂ ਹਰੇਕ ਉਹਦੇ 'ਚ ਹੁਣ ਮੈਂ ਦੱਸਦਾ, ਦੇਖੋ ਜਿਹੜਾ ਫਸਟ ਟਾਈਮ ਬਾਇਰ ਹੈ, ਸਭ ਤੋਂ ਪਹਿਲਾਂ ਤਾਂ ਯੂ ਨੀਡ ਟੂ ਰੀਚ ਆਊਟ ਟੂ ਦਾ ਮੋਰਗੇਜ ਬ੍ਰੋਕਰ,
ਰਾਈਟ, ਉੱਥੋਂ ਨੰਬਰ ਲੈਣਾ ਆ। ਉਹਦੇ ਲਈ ਤੁਹਾਨੂੰ ਉਹ ਬੈਸਟ ਗਾਈਡ ਕਰ ਸਕਦਾ ਵੀ ਯੂਰ ਕ੍ਰੈਡਿਟ ਸਕੋਰ ਮਸਟ ਬੀ 660 ਪਲੱਸ, ਰਾਈਟ, 660 ਤੋਂ ਉੱਤੇ ਹੋਣਾ ਚਾਹੀਦਾ। ਜਿੰਨਾ ਵੱਧ ਹੋਊਗਾ ਉਨਾ ਵਧੀਆ। ਪੇ ਡਾਊਨ ਯੂਰ ਡੈਟ, ਜਿੰਨਾ ਵੀ ਡੈਟ ਹੈਗਾ ਤੁਹਾਡਾ ਉਹ ਪੇ ਕਰੋ। ਜੇ ਕੋਈ ਕਾਰ ਲੋਨ ਆ ਉਹ ਪੇ ਕਰੋ ਪਹਿਲਾਂ। ਜੇ ਤੁਸੀਂ ਲੈਣ ਬਾਰੇ ਸੋਚਦੇ ਹੋ, ਡੋਂਟ ਬਾਏ ਅ ਕਾਰ। ਯੂ ਕੈਨ ਬਾਏ ਅ ਕਾਰ ਰਾਈਟ ਅਵੇ ਆਫਟਰ ਵਨ ਦ ਹਾਊਸ ਇਜ਼ ਕਲੋਜ਼। ਅਗਲੇ ਦਿਨ ਭਾਵੇਂ ਨਵੀਂ ਲੈ ਲਓ, ਭਾਵੇਂ ਰੇਂਜ ਰੋਵਰ ਕਢਾ ਲਓ, ਹੂ ਕੇਅਰਸ, ਤੁਹਾਨੂੰ ਮਿਲ ਜਾਣੀ ਆ। ਉਹਨਾਂ ਦੇ ਲੋਨ ਨਾਲ ਝੱਟ ਅਪਰੂਵ ਹੁੰਦੇ ਆ। ਪਰ ਜੇ ਤੁਸੀਂ $5000 ਵੀ ਕਾਰ ਲੋਨ ਲੈ ਲੈਣਾ, ਉਹਨੇ ਘੱਟੋ ਘੱਟ ਤੁਹਾਡਾ, ਨਹੀਂ ਤਾਂ ਮੇਰੇ ਹਿਸਾਬ ਨਾਲ $50,000 ਤੋਂ $1,00,000 ਦੇ ਨੇੜੇ ਤੁਹਾਡੀ ਮੋਰਗੇਜ ਘੱਟ ਆਉਣੀ। ਅੱਛਾ ਜੀ। ਕਿਉਂਕਿ ਉਹਦੀ ਕਿਸ਼ਤ ਜਿਹੜੀ ਬਣਨੀ ਆ $500, $600, $700 ਜਾਂ $800, ਉਹਨੇ ਤੁਹਾਡੀ ਤਕਰੀਬਨ $50,000 ਤੋਂ $80,000 ਜਾਂ $1,00,000 ਤੱਕ ਦੀ ਮੋਰਗੇਜ ਘੱਟ ਲੈ ਕੇ ਆਉਣੀ ਆ। ਠੀਕ ਹੈ। ਸੋ ਇਸ ਕਰਕੇ ਕਾਰ ਜੇ ਲੈਣ ਬਾਰੇ ਸੋਚਦੇ ਹੋ ਤਾਂ ਕਾਰ ਤਾਂ ਬਿਲਕੁਲ ਹੀ ਤੁਸੀਂ ਇਹ ਭੁੱਲ ਜਾਓ ਵੀ ਲੈਣੀ ਹੈ। ਇੱਕ ਵਾਰੀ ਭਾਵੇਂ ਪੁਰਾਣੀ ਲੈ ਲਓ, ਕੋਈ 2000 3000 ਵਾਲੀ ਡੰਗ ਸਾਰ ਲਓ, ਤੇ ਜਦੋਂ ਘਰ ਲੈ ਲਿਆ ਉਦੋਂ ਬਾਅਦ ਤੁਸੀਂ ਨਵੀਂ ਕਢਾ ਲਓ, ਕੋਈ ਚੱਕਰ ਵਾਲੀ ਗੱਲ ਨਹੀਂ। ਬਟ ਉਹਦੇ ਤੇ ਇਫੈਕਟ ਨਹੀਂ ਪਏਗਾ? ਨਹੀਂ ਪਊਗਾ, ਉਹ ਤੇ ਇਫੈਕਟ ਨਹੀਂ ਪੈਂਦਾ। ਕਾਰ ਲੋਨ ਜਿਹੜੇ ਆ ਉਹਦੇ ਨਾਲ ਡਸਨਟ ਰੀਲੀ ਮੈਟਰ, ਐਜ਼ ਲੌਂਗ ਐਜ਼ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਓਕੇ ਆ, ਤੁਹਾਨੂੰ ਮਿਲ ਜਾਣਾ। ਪੂਰੇ ਕ੍ਰੈਡਿਟ ਨੂੰ ਵੀ ਦੇ ਦਿੰਦੇ ਆ ਕਾਰ ਲੋਨ ਤਾਂ। ਤੇ ਦੂਸਰਾ, ਜਦੋਂ ਤੁਸੀਂ ਘਰ ਲੈਣਾ ਆ, ਜਿਹੜੀ ਸਿਟੀ 'ਚ ਲੈਣਾ, ਇਹ ਅਗੇਨ ਬਹੁਤ ਵੱਡਾ ਇੰਪੋਰਟੈਂਟ ਕੁਐਸਚਨ ਆ। ਜਿਹੜੀ ਸਿਟੀ 'ਚ ਵੀ ਤੁਸੀਂ ਲੈਣਾ, ਉਸ ਸਿਟੀ ਦੇ ਲੋਕਲ ਏਜੰਟ ਨੂੰ ਰਾਬਤਾ ਕਰੋ। ਉਸ ਏਜੰਟ ਨਾਲ ਜੇ ਤੁਸੀਂ ਟਰਸਟ, ਤੁਹਾਨੂੰ ਮਿਲਣਾ ਪੈਣਾ। ਇਨ ਪਰਸਨ ਬਾਇਰ ਕੰਸਲਟੇਸ਼ਨ ਦੇਰ ਇਜ਼ ਅ, ਆਪਣੇ ਲੋਕ ਕਰਦੇ ਨਹੀਂ, ਫੋਨ ਦੇ ਉੱਤੇ ਅੱਧਾ ਕੰਮ ਕਰ ਲੈਂਦੇ ਆ। ਜਦੋਂ ਤੁਸੀਂ ਕਿਸੇ ਬੰਦੇ ਨੂੰ ਇਨ ਪਰਸਨ ਮਿਲਦੇ ਹੋ, ਤੁਹਾਨੂੰ ਰੀਅਲ ਸਟੇਟ ਏਜੰਟ ਕਿੱਦਾਂ ਲੱਗਦਾ ਹੈ, ਕਿਵੇਂ ਤੁਹਾਨੂੰ ਬਾਇਰ ਕੰਸਲਟੇਸ਼ਨ ਪ੍ਰੈਪ ਕਰ ਰਿਹਾ, ਤੁਹਾਨੂੰ ਉੱਥੇ ਹੀ ਪਤਾ ਲੱਗ ਜਾਣਾ ਹਾਊ ਪ੍ਰੋਫੈਸ਼ਨਲ ਹੀ ਇਜ਼। ਰਾਈਟ, ਠੀਕ ਆ। ਤੁਹਾਨੂੰ ਆ ਕੇ ਮਿਲੂਗਾ, ਦੱਸੂਗਾ ਭਾਜੀ ਆਹ ਏਰੀਏ ਆ ਜਿੱਥੇ ਤੁਹਾਡੀਆਂ ਫੈਮਿਲੀ, ਜੇ ਤੁਸੀਂ ਬੱਚਾ ਆ ਸਕੂਲ ਵਧੀਆ ਆ ਏਰੀਆ ਥੋੜਾ ਅਵੋਇਡ ਕਰੋ। ਜਦੋਂ ਤੁਸੀਂ ਉਹਨੂੰ ਬਹਿ ਕੇ ਮਿਲਣਾ ਹੈ, ਜੇ ਤੁਹਾਨੂੰ ਜਦੋਂ ਸਾਰਾ ਕੁਝ ਦੱਸਣਾ, ਤੁਹਾਨੂੰ ਉੱਥੇ ਹੀ ਪਤਾ ਲੱਗ ਜਾਣਾ। ਬਾਇਰ ਕੰਸਲਟੇਸ਼ਨ ਬੁੱਕ ਕਰੋ, ਇਨ ਪਰਸਨ ਬਹਿ ਕੇ ਮਿਲੋ, ਏਰੀਏ ਬਾਰੇ ਪੁੱਛੋ ਵੀ ਇੱਥੇ ਕਿਹੜੇ ਸਕੂਲ ਆ, ਉਹਨਾਂ ਦੀ ਰੇਟਿੰਗ ਤੁਸੀਂ ਗੂਗਲ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ। ਤੇ ਬਾਕੀ ਸਭ ਤੋਂ ਬੈਸਟ, ਮੈਂ ਹਮੇਸ਼ਾ ਆਪਣੀ ਲਾਈਫ 'ਚ ਵੀ ਕਹਿਣਾ, ਜਿਹੜੇ ਏਰੀਏ 'ਚ ਤੁਸੀਂ ਘਰ ਲੈਣਾ ਨਾ, ਉੱਥੋਂ ਦੇ ਕਿਸੇ ਆਪਣੇ ਪੰਜਾਬੀ ਰੂਬਰ ਵਾਲੇ ਨੂੰ ਜਾਂ ਟੈਕਸੀ ਵਾਲੇ ਨੂੰ ਹਾਇਰ ਕਰ ਲਓ ਯਾਰ, ਕੋਈ ਫਰਕ ਨਹੀਂ ਪੈਂਦਾ। $50 ਲੱਗਣਾ ਨੇ, ਪੂਰੀ ਸਿਟੀ ਦਾ ਗੇੜਾ ਦੇ ਦੇਣਾ। ਉਬਰ ਜਿਹੜੇ ਮੁੰਡੇ ਚਲਾਉਂਦੇ ਆ, ਉਹ ਸਾਰੇ, ਉਹਨਾਂ ਨੂੰ ਗਲੀ ਦਾ ਪਤਾ। ਟੈਕਸੀ ਵਾਲਿਆਂ ਨੂੰ ਗਲੀ ਦਾ ਪਤਾ। ਉਹਨਾਂ ਨੇ ਦਿਨ ਰਾਤ ਕੰਮ ਕਰਨਾ। ਉਹਨਾਂ ਨੂੰ ਕਿਹੜੇ ਏਰੀਏ 'ਚ ਕਿੱਦਾਂ ਦੀ ਉਹਨੂੰ ਇਹ ਵੀ ਦੱਸ ਦੇਣਾ ਵੀ ਇੱਧਰ ਰਿਟਾਇਰ ਜ਼ਿਆਦਾ ਰਹਿੰਦੇ ਆ, ਇੱਧਰ ਯੰਗ ਫੈਮਿਲੀ ਜ਼ਿਆਦਾ ਰਹਿੰਦੀਆਂ, ਇੱਧਰਲੇ ਪਾਸੇ ਰੈਂਟਲ ਸਟਰੋਂਗ ਆ, ਇੱਧਰਲੇ ਪਾਸੇ ਕ੍ਰਾਈਮ ਜ਼ਿਆਦਾ ਆ, ਜਾਂ ਇੱਧਰਲੇ ਪਾਸੇ ਮਾੜਾ ਟੈਨੈਂਟ ਆ। ਉਹਨੇ ਤੁਹਾਨੂੰ ਸਾਰਾ ਦੱਸ ਦੇਣਾ। ਇੱਕ ਗੇੜਾ ਕੱਢੋ ਉਹਦੇ ਨਾਲ, ਪੂਰੇ ਏਰੀਏ ਬਾਰੇ ਰਿਸਰਚ ਕਰੋ, ਫਿਰ ਆਪਦਾ ਏਜੰਟ ਨੂੰ ਮਿਲੋ, ਉਹਦੇ ਨਾਲ ਬਹਿ ਕੇ ਸਾਰੀ ਗੱਲਬਾਤ ਕਰੋ। ਨਾਲ ਤੁਸੀਂ ਆਪਦਾ ਮੋਰਗੇਜ ਬ੍ਰੋਕਰ ਨਾਲ ਟੌਪ ਆਫ ਦਾ ਲਾਈਨ ਰਹੋ। ਅਗਲੇ ਨੇ ਕੋਈ ਵੀ ਸਾਨੂੰ ਜੈਨੂਅਨ ਨੰਬਰ ਚਾਹੀਦਾ। ਡੋਂਟ ਗੋ ਫੋਰ ਦਾ ਪੇਪਰ ਵਰਕ ਗਾਈਜ਼, ਡੂ ਨੋਟ ਗੋ। ਕਿਉਂਕਿ ਜਦੋਂ ਫਸਣਾ ਹੈ ਨਾ ਬਾਈ, ਤੁਹਾਡਾ ਹੀ ਖੁੰਡੀ 'ਚ ਸਿੰਘ ਫਸਣਾ। ਰੀਅਲ ਸਟੇਟ ਏਜੰਟ ਨੇ ਵੀ ਨਿਕਲ ਜਾਣਾ, ਮੋਰਗੇਜ ਵਾਲਿਆਂ ਨੇ ਵੀ ਨਿਕਲ ਜਾਣਾ। ਉਹ ਜਦੋਂ ਪ੍ਰਾਈਵੇਟ ਮੋਰਗੇਜ ਲੈ ਕੇ ਤੁਹਾਨੂੰ ਕਲੋਜ਼ ਕਰਾਉਣੀ ਪਈ ਨਾ, ਇਟਸ ਅ ਮੈਸ, ਦਲਦਲਾ ਫਸ ਜਾਓਗੇ। ਉਹ ਨਾ ਕਰਾਓ, ਕੋਈ ਲੋੜ ਨਹੀਂ ਯਾਰ। ਛੋਟੇ ਤੋਂ ਸ਼ੁਰੂ ਕਰ ਲਓ। ਮੈਂ ਖੁਦ ਆਪਦਾ ਘਰ ਵੀਰ ਜੀ ਪਹਿਲਾਂ ਤੇ ਛੋਟੇ ਤੋਂ ਸ਼ੁਰੂ ਕੀਤਾ ਸੀ। ਉਹ ਲੈ ਕੇ 8-10 ਮਹੀਨੇ ਬਾਅਦ ਉਹਦੀ ਗਰੋਥ ਆ ਗਈ। ਮੈਂ ਅੱਗੋਂ ਇੱਕ ਨਵਾਂ ਘਰ ਬੁੱਕ ਕਰਾ ਲਿਆ, ਦੂਜੇ ਘਰ 'ਚ ਆ ਕੇ ਬੈਠਾ। ਉਹ 355 ਦਾ ਲਿੱਤਾ ਸੀ, 692 ਦਾ ਵਿਕਿਆ। ਉਹ ਹਲੇ ਵੇਚਣਾ ਸੀ, ਸਾਲ ਪਹਿਲਾਂ ਮੈਂ ਅਗਲਾ ਬੁੱਕ ਕਰਾਤਾ 6.5 ਦਾ, ਉਹ 692 ਦਾ ਵਿਕਿਆ। 2800 ਸਕੁਅਰ ਫੁੱਟ 'ਚ ਆ ਗਿਆ ਮੈਂ ਛੋਟੇ ਘਰ ਤੋਂ। ਹੁਣ ਉਹ 2000 ਜਦੋਂ ਹੁਣ ਮਾਰਕੀਟ ਉੱਤੇ ਗਈ ਆ, ਜਿਹੜਾ 6.5 ਦਾ ਲਿੱਤਾ ਸੀਗਾ ਉਹ 1332 ਦਾ ਵੇਚਿਆ। ਤੇ ਉਦੋਂ ਪਹਿਲਾਂ ਮੈਂ 1.5 ਸਾਲ ਪਹਿਲਾਂ 2020 'ਚ ਜਦੋਂ ਮਾਰਕੀਟ ਥੱਲੇ ਸੀ, ਉਦੋਂ ਮੈਂ ਇੱਥੇ 3300 ਸਕੁਅਰ ਫੁੱਟ ਬੁੱਕ ਕਰਾ ਲਿਆ। ਸੋ ਮੈਂ 4 ਵਾਰੀ ਘਰ ਚੇਂਜ ਕੀਤਾ ਸਟ੍ਰੈਟੇਜਿਕਲੀ, ਵਿਦਆਊਟ ਇਨਕਰੀਜ਼ਿੰਗ ਦਾ ਲੋਨ ਔਨ ਮਾਈ ਹੈਡ। ਰਾਈਟ। ਸੋ ਦੇਰ ਇਜ਼ ਅ ਸਟ੍ਰੈਟੇਜੀ। ਡੋਂਟ ਲੁੱਕ ਫॉर ਦ ਬਿਗ ਹੋਮ, ਸਟਾਰਟ ਫਰਮ ਸਮਾਲ। ਜਿੰਨੇ ਦੀ ਅਪਰੂਵਲ ਆਉਂਦੀ ਹੈ, ਹਰ 2 ਸਾਲ ਬਾਅਦ ਤੁਸੀਂ ਚੇਂਜ ਕਰ ਸਕਦੇ ਹੋ, ਤੁਹਾਨੂੰ ਕੋਈ ਟੈਕਸ ਨਹੀਂ ਭਰਨਾ ਪੈਣਾ। ਜੇ ਤੁਹਾਡੀ ਪ੍ਰਾਇਮਰੀ ਪ੍ਰਾਪਰਟੀ ਹੈ, ਉਹਨੂੰ ਐਦਾਂ ਲੈ ਕੇ ਚੱਲੋ ਵੀ ਅਸੀਂ ਲੈ ਲਿਆ, 2 ਸਾਲ ਤੋਂ ਬਾਅਦ ਅਸੀਂ ਅਪਗ੍ਰੇਡ ਕਰਨਾ। ਸਲੋਲੀ ਗੋ ਅਪ। ਰਾਈਟ, ਦੈਟਸ ਆਲ। ਦੂਸਰਾ, ਵੀਡੀਓਜ਼ ਦੇਖੋ। ਜਦੋਂ ਵੀ ਤੁਸੀਂ ਘਰ ਦੀ ਕੋਈ ਸ਼ੋਇੰਗ ਕਰਨ ਜਾਂਦੇ ਹੋ ਸਕਦਾ ਵੀ ਤੁਹਾਨੂੰ ਜਿਹੜਾ ਏਜੰਟ ਆ ਉਹ ਕਹੇ ਵੀ ਆਹ ਘਰ ਬੜਾ ਵਧੀਆ ਜੀ। ਯੂ ਨੀਡ ਟੂ ਵਾਚ ਮੋਰ ਐਂਡ ਮੋਰ ਵੀਡੀਓਜ਼। YouTube ਭਰੀ ਪਈ ਹੈ, ਠੀਕ ਹੈ। ਹੁਣ ਮੈਂ ਵੀ ਉਹਦੇ 'ਤੇ ਸੀਰੀਜ਼ ਸ਼ੁਰੂ ਕਰਨੀ ਆ ਹੁਣ, ਜਿਹਦੇ 'ਚ ਮੈਂ ਇਕੱਲੇ ਫਸਟ ਟਾਈਮ ਹੋਮ ਬਾਇਰਸ ਨੂੰ ਦੱਸੂਗਾ ਜਾ ਕੇ ਪ੍ਰੋਪਰਟੀ ਦੇ ਅੰਦਰ ਵੀ ਆਹ ਚੀਜ਼ ਤੁਸੀਂ ਦੇਖਣੀ ਆ, ਪੁਆਇੰਟ ਆਊਟ ਕਰਕੇ ਵੀ ਇੱਥੇ ਤੁਹਾਡਾ ਫਰਨੈਸ ਦਾ ਏਜ ਲਿਖੀ ਹੁੰਦੀ ਹੈ, ਆਪ ਦੇਖੋ। ਠੀਕ ਹੈ ਨਾ, ਆਪ ਦੇਖੋ। ਤੇ ਨਾਲ ਜਿਵੇਂ ਦੱਸਣਾ ਵੀ ਆਹ ਤੁਹਾਡੇ ਇੱਥੇ ਆਹ ਵਾਟਰ ਪੈਨੇਟ੍ਰੇਸ਼ਨ ਦੇ ਸਾਈਨ ਹੈ, ਤੇ ਆਹ ਤੁਹਾਡੀ ਆਹ ਬਲੈਕ ਮੋਡ ਦਾ ਸਾਈਨ ਹੈ। ਬਾਹਰ ਜਾ ਕੇ ਫਲੈਸ਼ ਲਾਈਟ ਨਾਲ ਲੈ ਕੇ ਜਾਓ, ਦੇਖੋ ਸਾਰੀ ਜਿਹੜੀ ਬਾਹਰਲੇ ਪਾਸੋਂ ਵੀ ਕੋਈ ਕ੍ਰੈਕ ਵੱਡਾ ਤਾਂ ਨਹੀਂ ਹੈਗਾ। ਉਹ ਜਿੰਨੀਆਂ ਵੀ ਜਿਹੜੀਆਂ ਚੀਜ਼ਾਂ ਤੁਸੀਂ ਅੱਜ ਐਕਸਪੀਰੀਅੰਸ ਤੋਂ ਸਿੱਖਦੇ ਹੋ, ਉਹ ਸਾਰੀ ਦੀਆਂ ਸਾਰੀਆਂ ਤੁਸੀਂ ਉਹ ਦੇਖੋ ਵੀਡੀਓਜ਼, ਫਿਰ ਜਾਓ। ਰਾਈਟ। ਇਫ ਯੂ ਆਰ, ਰਿਮੈਂਬਰ, ਯੂ ਨੀਡ ਟੂ ਅੰਡਰਸਟੈਂਡ ਦਿਸ ਥਿੰਗ ਕਿ ਜਿਹੜੇ ਏਜੰਟ ਨਾਲ ਤੁਸੀਂ ਜਾ ਰਹੇ ਹੋ ਨਾ,
ਉਹਨੂੰ ਇਹ ਅੰਦਰੋਂ ਫੀਲ ਹੋਣਾ ਚਾਹੀਦਾ ਯੂ ਆਰ ਐਜੂਕੇਟਡ, ਅਦਰਵਾਈਜ਼ ਯੂ ਕੈਨ ਗੈਟ ਗ੍ਰਾਂਟਡ ਬਾਡੀ। ਸਿੰਪਲ ਜੀ ਗੱਲ ਆ। ਜੇ ਤੁਸੀਂ ਅੱਗੋਂ ਤੁਹਾਨੂੰ ਪਤਾ ਵੀ ਨੌਲੇਜੇਬਲ ਆ, ਨਾਲ ਦੀ ਨਾਲ ਝੱਟ ਏਜੰਟ ਨੇ ਪਤਾ ਲੱਗ ਜਾਣਾ ਏਜੰਟ ਨੂੰ ਵੀ ਬੰਦੇ ਨੂੰ ਪਤਾ ਆ, ਤੇ ਉਹਨੇ ਸਾਰਾ ਕੁਝ ਆਪ ਹੀ ਦੱਸਣ ਲੱਗ ਪੈਣਾ। ਯੂ ਨੋ, ਸੋ ਹਰੇਕ ਬੰਦਾ ਨਹੀਂ ਹੁੰਦਾ ਜਿਹੜਾ ਆਪਦੇ ਦੱਸਦਾ ਆ। ਸੋ ਜੇ ਤੁਸੀਂ ਕਿਸੇ ਨੂੰ ਹਾਇਰ ਕੀਤਾ ਵੀ ਹੈ, ਕਨੈਕਸ਼ਨ ਕਈ ਵਾਰੀ ਬਿਲਡ ਹੋਣ ਲੱਗਾ ਟਾਈਮ ਲੱਗਦਾ ਆ। ਲੋਕਲ ਏਜੰਟ, ਡੂ ਯੂਰ ਰਿਸਰਚ, get the mortgage approval, get the right number, that's it, right, and start. Don't think too much. In the long run ਤੁਸੀਂ ਕਦੇ ਲੂਜ਼ ਨਹੀਂ ਕਰਨਾ। ਨਾਲੇ ਇਹ ਜਿਹੜੀ ਮਾਰਕੀਟ ਹੈ ਇਟਸ ਇਨ ਯੋਰ ਫੇਵਰ। ਹਾਲਾਂਕਿ ਤੁਹਾਡੀ ਅਪਰੂਵਲ ਘੱਟ ਆਊਗੀ, ਬਟ ਈਵਨ ਜੇ ਉਹ ਘੱਟ ਵੀ ਆਊਗੀ there is always something available, ਕੁਛ ਨਾ ਕੁਛ ਹੈਗਾ ਆ ਮਾਰਕੀਟ ਦੇ ਵਿੱਚ। So okay ਭਾਈ, before we wrap up, ਕੁਛ is there anything? ਐਨੀਥਿੰਗ ਮਿੱਤਰੋ ਇਹੀ ਹੈ ਵੀ ਜਿਹੜਾ ਤੁਸੀਂ ਕੰਮ ਕਰੀ ਜਾਂਦੇ ਹੋ ਕੀਪ ਡੂਇੰਗ ਮੈਨ। ਬਹੁਤ ਘੱਟ ਮੈਂ ਦੇਖਿਆ ਇੱਦਾਂ ਕੋਈ ਆਉਂਦੇ ਆ ਕੇ ਬਹਿ ਕੇ ਫਾਰਮਲੀ ਗੱਲ ਕਰਨੀ। ਇੰਨੀ ਦੂਰ ਤੁਸੀਂ ਡਰਾਈਵ ਕਰਕੇ ਆਓ, ਅਗੇਨ ਸਵਾਦ ਆ ਗਿਆ ਯਾਰ। ਬੋਲਿਆ ਭਾਵਾਂ ਮੈਂ ਹੀ ਆ ਜ਼ਿਆਦਾ, ਬੋਲਿਆ ਭਾਵਾਂ ਮੈਂ ਹੀ ਆ, ਪਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ, ਬਹੁਤ ਘੱਟ ਲੋਕੀ ਜਿਹੜੇ ਆਪਣਾ ਜਿਹੜੇ ਇੱਦਾਂ ਦਾ ਹਮਲਾ ਕਰਦੇ ਹੈ ਨਾ। ਸੋ ਜੋ ਵੀ ਕਰਦੇ ਪਏ ਹੋ ਕਰੀ ਜਾਓ ਮਿੱਤਰੋ, ਆਦੀ ਮਿਹਨਤ ਕਰੋ। ਰੀਅਲ ਸਟੇਟ ਦੇ ਆਪਣੀ ਬੈਕਬੋਨ ਆ। ਜਿਹੜੀ ਮਰਜ਼ੀ ਥਾਂ ਤੇ ਦੇਖ ਲਓ, ਜੇ ਕੋਈ ਪੰਜਾਬੀ ਬਣਿਆ ਨਾ, ਉਹ ਬਣਿਆ ਰੀਅਲ ਸਟੇਟ ਤੋਂ ਹੀ। ਠੀਕ ਆ, ਅੱਜ ਉਹ ਹਿੱਟ ਹੋਈ ਆ, ਆਪਣੇ ਆਪ ਨੂੰ ਵੀ ਤੁਸੀਂ ਇਹ ਮੰਨ ਕੇ ਚੱਲਣਾ ਵੀ ਅਸੀਂ ਰੀਅਲ ਸਟੇਟ ਓਨ ਕਰਨੀ ਆ। ਸੇਫੈਸਟ ਇਨਵੈਸਟਮੈਂਟ ਔਨ ਪਲੈਨਟ। ਤੇ ਭਾਈ ਆਪਣਾ ਨਾ ਨੰਬਰ ਵੀ ਇੱਕ ਵਾਰੀ ਬੋਲ ਦਿਓ ਆਡੀਅנס ਲਈ, ਆਪਣੇ ਸੋਸ਼ਲ ਮੀਡੀਆ ਹੈਂਡਲਸ। ਨੰਬਰ ਆਪਣਾ ਬਾਈ ਜੀ ਵਰਲਡ ਫੇਮਸ ਨੰਬਰ ਆ ਮਿੱਤਰੋ, 299 931 1111 2899311111 ਆਪਣਾ ਨੰਬਰ ਆ। ਜਦੋਂ ਵੀ ਕਦੇ ਵੀ ਤੁਸੀਂ ਇੱਥੇ ਰੀਅਲ ਸਟੇਟ ਬਾਰੇ ਸੋਚਦੇ ਹੋ, ਨਾਇਗਰਾ ਫਾਲ ਦੇ ਵਿੱਚ ਛਾਵੜਾ ਹੋਈ ਪਈ ਬਸ। ਠੀਕ ਹੈ, ਹੋਰ ਦੱਸੋ। ਨਹੀਂ ਭਾਈ ਬਹੁਤ ਵਧੀਆ ਲੱਗਾ। ਥੈਂਕ ਯੂ ਸੋ ਮਚ ਭਾਜੀ, ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਸਾਨੂੰ, ਐਂਡ ਇਟਸ ਅ ਪਲੇਜ਼ਰ। ਲਾਈਕ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੁਹਾਡੇ ਕੋਲ, ਸਪੈਸ਼ਲੀ ਰੀਅਲ ਐਸਟੇਟ ਜਾਂ ਲਾਈਕ ਸਾਨੂੰ ਪਰਸਨਲੀ ਬਹੁਤ ਤੁਹਾਡਾ એનર્ਜੀ ਲੈਵਲ ਭਾਜੀ ਆਪੇ ਹੀ ਆਉਂਦਾ। ਇਹ ਪਤਾ ਕੀ ਆਪਣੇ ਵਿਊਅਰਸ ਤੋਂ ਹੀ ਆਉਂਦਾ ਆ। ਔਰ ਮੈਂ ਇਹ ਚੀਜ਼ ਆਪਣੀ ਲਾਈਫ ਤੋਂ ਸਿੱਖੀ ਆ, ਸਟੇ ਪੋਜ਼ਿਟਿਵ ਐਂਡ ਕੀਪ ਗੋਇੰਗ, ਬੀ ਹੰਬਲ। ਅੱਜ ਤਾਂ ਮਤਲਬ ਅਸੀਂ ਦੋਨੋਂ ਚੁੱਪ ਕਰਕੇ ਅੱਜ ਤਾਂ ਮਤਲਬ ਕਿ ਅਸੀਂ ਸੁਣਨ ਲਈ ਮੈਂ ਤੁਹਾਨੂੰ ਦੱਸਿਆ ਪੈਕ 2-3 ਲਾਓ, ਗੱਲ ਫੇਰ ਲੈਵਲ ਤੇ ਆਉਣੀ ਆ। ਰਾਈਟ। ਐਂਡ ਭਾਜੀ ਕਿੱਦਾਂ ਲੱਗਿਆ ਤੁਹਾਨੂੰ, ਮਤਲਬ ਕਲਾਸੀ ਟਾਈਮ ਐਂਡ ਲਾਈਕ ਕਿੱਦਾਂ ਲੱਗਿਆ ਤੁਹਾਨੂੰ? ਇਟਸ ਵੈਰੀ ਗੁੱਡ ਬਾਈ। ਮੈਂ ਸਾਰਿਆਂ ਨੂੰ ਇਹ ਕਹੂੰਗਾ ਬਾਈ ਇਹਨੂੰ ਸਪੋਰਟ ਕਰੋ ਯਾਰ, ਵਧੀਆ। ਇਹ ਚਾਹੇ ਮੇਰੀ ਜੀਵਨੀ ਵਿੱਚ ਆਈ, ਅਗਲਾ ਜਾ ਕੇ ਐਡੀ ਦੂਰੋਂ ਤੁਹਾਡੇ ਲਈ ਇੱਦਾਂ ਦੇ ਐਪੀਸੋਡ ਬਣਾਉਂਦਾ ਪਿਆ ਔਰ ਨੌਲੇਜੇਬਲ ਗੱਲਾਂ ਲੈ ਕੇ ਆ ਰਹੇ ਆ। ਕੋਈ ਇੱਥੇ ਗੰਦ ਨਹੀਂ ਭੋਰੀ ਜਾਂਦੇ। ਹਾਂ ਉਹਦਾ ਨਾਲ ਫਨ ਕਰਦੇ ਪਏ, ਗਲਾਸੀ ਸਾਚੀ ਲਾਈ ਜਾਂਦੇ, ਇਟਸ ਓਕੇ, ਸਾਰੀ ਦੁਨੀਆ ਕਰਦੀ ਆ। ਪਰ ਬਿਲਿਓ ਮੈਂ ਸਹੀ ਦੱਸਦਾ, ਅਗਲਿਆਂ ਨੂੰ ਵੀ ਫੋਲੋ ਕਰੋ, ਸਪੋਰਟ ਤੁਹਾਡੀ ਨਾਲ ਅਗਲਿਆਂ ਨੂੰ ਇਨਕਰੇਜਮੈਂਟ ਮਿਲੂਗੀ, ਇਹ ਹੋਰ ਬੈਟਰ ਕੰਮ ਕਰਨਗੇ। ਸੇਮ ਲਾਈਕ ਮੀ, ਜਦੋਂ ਮੈਨੂੰ ਤੁਹਾਡੇ ਤੋਂ ਡੀਲਾਂ ਨਿਕਲਦੀਆਂ, ਜਦੋਂ ਮੈਂ ਕੰਮ ਵਧੀਆ ਕਰਦਾ, ਓਬਵੀਅਸਲੀ ਵੀਡੀਓ ਵੀ ਵਧੀਆ ਆਉਣਗੀਆਂ, ਉਵੇਂ ਇਹਨਾਂ ਨੇ ਕਰਨਾ। ਸੋ ਜੇ ਤੁਸੀਂ ਸਪੋਰਟ ਕਰੋਗੇ ਇਹਨਾਂ ਨੂੰ ਨਾ, ਇਹਨਾਂ ਨੇ ਅੱਗੇ ਹੋਰ ਵਧੀਆ ਬੰਦਿਆਂ ਦੀ ਇੰਟਰਵਿਊ ਲੈ ਕੇ ਆਉਣੀਆਂ, ਤੁਸੀਂ ਉਹਨਾਂ ਤੋਂ ਸਿੱਖਣਾ ਹੀ ਆ। ਯੂ ਵਿਲ ਆਲਵੇਜ਼ ਲਰਨ। ਔਰ ਹਮੇਸ਼ਾ ਜਦੋਂ ਤੁਸੀਂ ਟਿਕਟੋਕ ਤੇ ਜਾਂਦੇ ਹੋ, ਉੱਤੇ 3600 ਤਰ੍ਹਾਂ ਦੇ ਚੈਨਲ ਆ, ਜੋ ਤੁਸੀਂ ਦੇਖੋਗੇ ਸੁਣੋਗੇ ਦਿਮਾਗ 'ਚ ਜਾਊਗੀ ਨਾ, ਉੱਦਾਂ ਦੇ ਬਣੋਗੇ। ਇਹ ਡਿਸਾਈਡ ਤੁਸੀਂ ਕਰਨਾ ਵੀ ਚੰਗੇ ਇੱਦਾਂ ਦੇ ਰੇਡੀਓ ਚੈਨਲ ਜਿਹੜੇ ਹੈਗੇ ਆ, ਜਾਂ ਜਿਹੜੇ ਟਿਕਟੋਕ 'ਤੇ ਜਾਂ ਕਿਤੇ ਵੀ ਪੋਡਕਾਸਟ ਹੈਗੇ ਆ, ਉਹਨਾਂ ਨੂੰ ਕਰੋ ਸਾਈਨ ਅਪ, ਕਿ ਜੇ ਜਾਂ ਤੁਸੀਂ ਉਹ ਆਪਣੀਆਂ ਉਹ ਦੇਖੀ ਜਾਣੀਆਂ ਜਿਹੜੀਆਂ ਇੱਥੇ ਨੱਚੀ ਤੁਰੀ ਜਾਂਦੀਆਂ ਪੁੱਠੇ ਸਿੱਧੇ ਕੰਮ ਕਰੀ ਜਾਂਦੀਆਂ, ਉਹਦਾਂ ਦੇ ਬਣ ਜਾਣਾ। ਜੇ ਚੰਗਾ ਦੇਖੋਗੇ, ਚੰਗਾ ਬੋਲੋਗੇ, ਚੰਗਾ ਸੁਣੋਗੇ, ਆਪੇ ਤੁਸੀਂ ਗਰੋ ਕਰੀ ਜਾਣਾ ਹੈ। ਯਾ ਭਾਜੀ, ਆਈ ਹੋਪ ਕਿ ਇਹ ਸਾਡਾ ਪਹਿਲਾ ਤੇ ਆਖਰੀ ਐਪੀਸੋਡ ਨਾ ਹੋਏ, ਆਪਾਂ ਜ਼ਰੂਰ ਮਿਲਾਂਗੇ। ਅਗਲੀ ਵਾਰੀ ਬੋਤਲ ਵੱਡੀ ਲੈ ਕੇ ਆਇਓ। ਐਂਡ ਥੈਂਕ ਯੂ ਸੋ ਮਚ ਭਾਜੀ, ਅਗੇਨ ਪੂਰੀ ਕਲਾਸੀ ਟਾਈਮ ਦੀ ਟੀਮ ਵੱਲੋਂ ਥੈਂਕ ਯੂ ਸੋ ਮਚ। ਥੈਂਕ ਯੂ ਭਾਜੀ, ਥੈਂਕ ਯੂ। ਓਕੇ ਗਾਇਜ਼, ਮਿਲਾਂਗੇ ਜਲਦੀ, ਮਿਲਦੇ ਆ। ਐਂਡ ਜੋ ਵੀ ਤੁਹਾਨੂੰ ਐਪੀਸੋਡ ਦਾ ਬੈਸਟ ਮੂਮੈਂਟ ਲੱਗਿਆ, ਜਾਂ ਤੁਹਾਡੇ ਕੋਈ ਕੁਐਸਚਨਸ ਨੇ, ਜਾਂ ਤੁਸੀਂ ਭਾਜੀ ਨੂੰ ਡਾਇਰੈਕਟ ਕਾਲ ਕਰ ਲਓ, ਆਪਾਂ ਭਾਜੀ ਜਾਂ ਤੁਸੀਂ ਲਿੰਕਸ ਐਡ ਕਰ ਦਾਂਗੇ ਡਿਸਕ੍ਰਿਪਸ਼ਨ 'ਚ, ਰਾਈਟ। ਸੋ ਪਲੀਜ਼ ਕੰਟੈਕਟ। ਐਂਡ ਜਾਂ ਤੁਸੀਂ ਕਮੈਂਟ ਸੈਕਸ਼ਨ 'ਚ ਜਾਂ DM ਵੀ ਕਰ ਸਕਦੇ ਹੋ ਸਾਨੂੰ ਇੰਸਟਾਗ੍ਰਾਮ ਤੇ, ਐਂਡ ਅਸੀਂ ਭਾਜੀ ਕੋ ਪੂਰਾ ਕੁਐਸਚਨ ਪੁੱਛ ਕੇ ਤੁਹਾਨੂੰ ਜ਼ਰੂਰ ਆਨਸਰ ਕਰਾਂਗੇ। ਐਂਡ ਥੈਂਕ ਯੂ ਸੋ ਮਚ, ਸੀ ਯੂ ਇਨ ਨੈਕਸਟ ਐਪੀਸੋਡ। ਥੈਂਕ ਯੂ। ਟੇਕ ਕੇਅਰ।